पर कमेंटेटर की स्थिति की आ? कमेंटेटर आ जिहड़े इस कबड्डी का विख्यान करने वाले आ, वो कित्थे जे खड़े आ? ਜਦੋਂ कबड्डी ਦੇ ਵਿੱਚ ਮੈਂ 4 ਸ਼ਬਦ ਬੋਲਿਆ ਤੇ ਉਹਨਾਂ ਨੇ ਮੈਨੂੰ ਥੋੜੀ ਪੇਮੈਂਟ ਅਦਾ ਕੀਤੀ, ਯਾਨੀ 50 ਜਾਂ 100 ਰੁਪਏ ਉਸ ਟਾਈਮ ਉਕੰਦ ਵਾਲੇ ਪਿੰਡ ਦੇ ਵਿੱਚ। ਉਸ ਚੀਜ਼ ਨੂੰ ਇਦਾਂ ਲੱਗਾ ਨਾਲੇ ਤਾਂ ਬੇਰੁਜ਼ਗਾਰੀ ਖਤਮ ਹੋ ਜੂ ਤੇ ਨਾਲੇ ਆਪਣਾ ਸ਼ੌਂਕ ਜਿਹੜਾ ਕਬੱਡੀ ਦੇ ਨਾਲ ਗਰਾਊਂਡ ਦੇ ਨਾਲ ਜਿਹੜਾ ਜੁੜਿਆ ਵਾ। ਕਮੈਂਟਰੀ ਆ ਜਿਹੜੀ ਤੁਹਾਡੇ ਘਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ? ਨਹੀਂ ਜੀ, ਸ਼ੌਂਕ ਪੂਰਾ ਹੁੰਦਾ ਤੇ ਲੋੜਾਂ ਉਹਨੀਆਂ ਨਹੀਂ ਪੂਰੀਆਂ ਹੋਈਆਂ ਹਲੇ। ਘਰ ਦੇ ਹਾਲਾਤ ਕਿਹੋ ਜਿਹੇ? ਘਰ ਦੇ ਹਾਲਾਤ ਤਾਂ ਬਿਲਕੁਲ ਨਾਜ਼ੁਕ ਆ ਵੀਰੇ, ਤੁਹਾਨੂੰ ਦੱਸ ਨਹੀਂ ਸਕਦੇ ਕਿ ਤੁਸੀਂ ਆਪ ਦੇਖਿਆ ਪਹਿਲਾਂ ਵੀ ਮੇਰਾ ਕਦੇ ਮੌਕਾ ਮਿਲਿਆ ਜਾਂ ਕਿਸੇ ਨੇ ਬਾਹ ਫੜੀ ਵੀ ਆ ਜਾਓ ਭਾਈ ਤੁਹਾਨੂੰ ਅਸੀਂ ਬਾਹਰ ਆ ਜਿਹੜਾ ਇੱਕ ਕਮੈਂਟੇਟਰ ਦੇ ਤੌਰ ਤੇ ਲੈ ਕੇ ਜਾਂਦੇ ਆ ਜਾਂ ਤੁਹਾਨੂੰ ਰੋਜ਼ਗਾਰ? 2010 ਦੇ ਵਿੱਚ ਇੱਕ ਵਾਰੀ ਮੌਕਾ ਮਿਲਿਆ ਸੀ, ਉਸ ਤੋਂ ਬਾਅਦ ਕੋਈ ਇੰਨਾ ਖਾਸ ਮੌਕਾ ਨਹੀਂ ਮਿਲਿਆ। ਸੰਘਰਸ਼ ਦੇ ਵਿੱਚ ਖਾਸਾ ਟਾਈਮ ਰਹੇ, ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ, ਤਿਹਾੜ ਜੇਲ੍ਹ 'ਚ ਵੀ ਰਹਿਣਾ ਪਿਆ, ਤੁਹਾਡੇ ਤੇ ਇੱਕ ਪਰਚਾ ਵੀ ਦਰਜ। ਪੂਰਾ ਕਾਰਨ ਕੀ ਸੀਗਾ, ਕਿਵੇਂ ਉਹ ਜਿਹੜਾ ਇਨਸੀਡੈਂਟ ਉਹ ਵਾਪਰਿਆ? ਉਸ 26 ਜਨਵਰੀ ਨੂੰ ਬਿਲਕੁਲ ਅਸੀਂ ਜਿਹੜੀ ਪਰੇਡ ਦੇ ਵਿੱਚ, ਜਿਵੇਂ ਕਿ ਕਹਿੰਦੇ ਜਵਾਨਾਂ ਦੀ ਪਰੇਡ ਪਹਿਲਾਂ ਹੋ ਕੇ ਹਟੀ ਸੀ, ਸਾਨੂੰ ਇਦਾਂ ਸੀਗਾ ਵੀ ਜਿਸ ਤਰ੍ਹਾਂ ਜਵਾਨਾਂ ਨੂੰ ਰਿਸਪੈਕਟ ਮਿਲੀ ਆ, ਕਿਉਂਕਿ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ, ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਰਿਸਪੈਕਟ ਮਿਲੇਗੀ। ਸਟੇਜ ਦੇ ਉੱਤੇ ਚੜ੍ਹ ਕੇ ਮੇਰੇ ਪੇਜ ਦੇ ਉੱਤੇ ਮੇਰਾ ਖਿਆਲ ਆ ਵੀ ਪਿਆ ਵੀ ਹੋਣਾ ਹੈ ਉਹ ਵੀਡੀਓ, ਜੋ ਮੈਂ ਕਹਿ ਰਿਹਾ ਸੀ ਪੁਲਿਸ ਨੂੰ, ਕਹਿ ਰਿਹਾ ਸੀ ਸਟੇਜ ਦੇ ਉੱਤੇ, ਬਈ ਅਸੀਂ ਤੁਹਾਡੇ ਵਰਗੇ ਹੀ ਹਾਂ, ਅਸੀਂ ਕੋਈ ਗਲਤ ਇਨਸਾਨ ਨਹੀਂ, ਆਮ ਕਿਸਾਨਾਂ ਦੇ ਪੁੱਤਰ ਹਾਂ, ਅਸੀਂ ਤੁਹਾਡੇ ਵਰਗੇ ਹੀ ਹਾਂ, ਸਾਡੇ ਨਾਲ ਬੱਚੇ ਆ, ਸਾਡੇ ਨਾਲ ਬਜ਼ੁਰਗ ਹੈ, ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜੇ ਤੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਨਾ ਕਰੋ। ਅਰੈਸਟ ਹੋਣ ਤੋਂ ਬਾਅਦ ਤੁਹਾਡੇ ਤੇ ਕਿਸੇ ਕਿਸਮ ਦਾ ਪੁਲਿਸ ਨੇ ਕੋਈ ਧੱਕੇ ਨਹੀਂ, ਉਹਨੂੰ ਯਾਨੀ ਕਿ ਬੱਚਾ ਹੈ ਤੇ ਉਹਨੂੰ ਬਚਾਉਣ ਦੀ ਖਾਤਰ ਅਸੀਂ ਰਿਪੋਰਟ ਲਿਖਾਉਣ ਗਏ ਸੀ ਵੀ ਉਸ ਬੱਚੇ ਨੂੰ, ਪਰ ਸਾਨੂੰ ਉੱਥੇ ਹੀ ਕਿਡਨੈਪ ਕਰਕੇ ਪਤਾ ਨਹੀਂ ਕਿਹੜੇ ਕਿਹੜੇ ਥਾਣਿਆਂ 'ਚ ਘੁਮਾਇਆ। ਤਿਹਾੜ ਜੇਲ੍ਹ ਦੇ ਵਿੱਚ ਉੱਥੇ ਜਿਹੜਾ ਪ੍ਰਬੰਧਕ ਸੀ ਉਸ ਜੇਲ੍ਹ ਦੇ, ਉਹਨਾਂ ਦਾ ਸਲੂਕ ਕਿਵੇਂ ਦਾ ਸੀ? ਨਹੀਂ, ਪ੍ਰਬੰਧਕ ਪਹਿਲਾਂ ਤਾਂ ਬਿਲਕੁਲ ਹੀ ਨਾ ਕੀ ਲੈਂਦੇ, ਤੁਹਾਨੂੰ ਪਤਾ ਵੀ ਰੋਟੀ ਪਾਣੀ ਜੇਲ੍ਹ ਦਾ ਤਾਂ ਯਾਨੀ ਕਿ ਆਪਾਂ ਕਿਹੜਾ ਉਸ ਦਾ ਕੋਈ ਜੌਬ ਕਰਦੇ ਹੁੰਦੇ ਆ ਜਾਂ ਕੋਈ ਪਿਕਨਿਕ ਤੇ ਗਿਆ, ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਆ। ਉਹਨਾਂ ਨੇ ਰੋਟੀ ਪਾਣੀ ਦਾ ਮਾਹੌਲ ਜਿਹੜਾ ਬਿਲਕੁਲ ਨਹੀਂ ਸੀ ਚੰਗਾ। ਜਿਹੜੇ ਬਰਤਨ ਸੀ, ਸਾਨੂੰ ਉਹਨਾਂ ਬਰਤਨਾਂ ਦੇ ਵਿੱਚ ਕੁਝ ਆਮ ਬੰਦਾ ਦਾ ਖਾਣਾ, ਮੇਰਾ ਖਿਆਲ ਕੁੱਤੇ ਨਹੀਂ ਖਾ ਸਕਦੇ ਬਾਹਰਲੇ ਤਾਂ, ਜਿਹਨਾਂ ਅਸੀਂ ਖਾਣ ਲਈ ਮਜਬੂਰ ਸੀਗੇ ਉੱਥੇ। ਉਹ ਫਲਸ਼ਾਂ ਦੇ ਵਿੱਚ ਉੱਦਾਂ ਕੋਲੇ ਬਹਿ ਕੇ ਖਾਣਾ ਵਗੈਰਾ ਖਾਣਾ, ਜਾਂ ਮਨ ਦੇ ਵਿੱਚ ਇੱਦਾਂ ਲੱਗਣਾ, ਕਈ ਬੰਦੇ ਸਾਨੂੰ ਟਾਰਗੇਟ ਕਰਦੇ ਹੁੰਦੇ ਸੀ ਵੀ ਤੁਹਾਡੇ ਪਰਿਵਾਰ ਪਿੱਛੇ ਮਾਰ ਦਿੱਤੇ ਗਏ ਆ, ਤੁਸੀਂ ਬਸ ਖਤਮ ਆ, ਸਾਰੀ ਜ਼ਿੰਦਗੀ ਤੁਹਾਡੀ ਇੱਥੇ ਲੰਘੀ। ਜਿਹੜੇ ਇਹ ਕੇਸ ਹੋਏ ਸੀ ਜਿਨ੍ਹਾਂ ਨੂੰ ਜੇਲ੍ਹ 'ਚ ਰਹਿਣਾ ਪਿਆ, ਕੋਈ ਸਾਰ ਲਈ ਕਿਸੇ ਨੇ ਪੁੱਛਿਆ? ਮਾਲੀ ਮਦਦ ਦੇ ਤੌਰ ਤੇ ਦੇ ਕੇ ਗਏ ਸੀ, ਬਲਕਿ ਉਸ ਤੋਂ ਬਾਅਦ ਵੱਡੀਆਂ ਮੈਨੂੰ ਸ਼ਰਮਿੰਦਾ ਹੋਣਾ ਪਿਆ ਵੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਜੇ ਪੰਜਾਬੀਆਂ ਦੀ ਮਾਂ ਖੇਡ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਜਦੋਂ ਗੱਲ ਕਰਦੇ ਆ ਤਾਂ ਕਬੱਡੀ ਅੱਜ ਮਿੱਟੀ 'ਚੋਂ ਖੇਡਣ ਵਾਲੀ ਖੇਡ ਆ ਜਿਹੜੀ ਅੱਜ ਕਰੋੜਾਂ 'ਚ ਖੇਡੀ ਜਾਂਦੀ ਹੈ। ਕਬੱਡੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਵੱਡੇ ਇਨਾਮ ਆ ਜਿਹੜੇ ਕਬੱਡੀ ਖਿਡਾਰੀਆਂ ਨੂੰ ਮਿਲਦੇ ਆ, ਤੇ ਪਰ ਇਸ ਖੇਡ ਨੂੰ ਰੋਚਕ ਬਣਾਉਣ ਵਾਲੇ ਜਿਹੜੇ ਕਮੈਂਟੇਟਰ ਨੇ, ਜਾਂ ਆਪਾਂ ਕਹਿ ਲਈਏ ਕਿ ਇਸ ਖੇਡ ਦੇ ਵਿੱਚ ਇੱਕ ਆਪਣੀ ਆਵਾਜ਼ ਰਾਹੀਂ ਜਾਨ ਫੂਕਣ ਵਾਲੇ ਜਿਹੜੇ ਲੋਕ ਨੇ, ਜਿਹੜੇ ਕਿ ਕਮੈਂਟਰੀ ਕਰਦੇ ਆ, ਉਸ ਖੇਡ ਦਾ ਵਿਆਖਿਆ ਕਰਦੇ ਆ, ਉਹ ਅੱਜ ਕਿੱਥੇ ਖੜੇ ਆ? ਅੱਜ ਇਸੇ ਮਾਂ ਖੇਡ ਦਾ ਇੱਕ ਕਮੈਂਟੇਟਰ ਸਾਡੇ ਨਾਲ ਮੌਜੂਦ ਆ। ਸੋ ਮੇਰੀ ਮੁਰਾਦ ਆ ਜਸਵਿੰਦਰ ਸਿੰਘ ਆਸਾ ਬੁੱਟਰ। ਇਹ ਉਹ ਨੌਜਵਾਨ ਆ ਜਿਹੜਾ ਕਿ ਦਿੱਲੀ ਤੇ ਸੰਘਰਸ਼ ਦੇ ਵਿੱਚ ਵੀ ਇਸ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਸੀ, ਤੇ ਕੁਝ ਸਮਾਂ ਇਸ ਨੂੰ ਤਿਹਾੜ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ। ਸੋ ਜਸਵਿੰਦਰ, ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਗੁਰਫਤਿਹ ਜੀ, ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਸਾਰਿਆਂ ਦਾ ਜਸਵਿੰਦਰ ਆਸਾ ਬੁੱਟਰ ਸਤਿਕਾਰ ਕਰਦਾ ਹੈ, ਸਾਰਿਆਂ ਨੂੰ ਗੱਜ ਕੇ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ, ਪਹਿਲਾ ਸਵਾਲ ਇਹੀ ਆ, ਪਹਿਲਾਂ ਕਬੱਡੀ ਤੇ ਗੱਲ ਕਰਦੇ ਹਾਂ ਆਪਾਂ। ਕਬੱਡੀ ਨੇ ਪੰਜਾਬੀਆਂ ਨੂੰ ਬਹੁਤ ਕੁਛ ਦਿੱਤਾ, ਕਿਉਂਕਿ ਸਾਡੀ ਮਾਂ ਖੇਡ ਆ, ਸਾਡੇ ਖੂਨ ਦੇ ਵਿੱਚ ਇਹ ਖੇਡ ਆ। ਜਦੋਂ ਜੰਮਦਾ ਬੱਚਾ ਤਾਂ ਜਦੋਂ ਪਹਿਲੀ ਖੇਡ ਖੇਡਦਾ ਜਾਂ ਖੇਡਣ ਲੱਗਦਾ ਤਾਂ ਕਬੱਡੀ ਕਰਕੇ ਜਿਹੜਾ ਖੇਡਣਾ ਸ਼ੁਰੂ ਕਰਦਾ। ਖਿਡਾਰੀਆਂ ਨੂੰ ਬਹੁਤ ਕੁਝ ਮਿਲਿਆ, ਹਾਲਾਂਕਿ ਖਿਡਾਰੀਆਂ ਦੀ ਸਥਿਤੀ ਮਾੜੀ ਵੀ ਹੈਗੀ ਆ, ਬਹੁਤ ਸਾਰੇ ਖਿਡਾਰੀ ਜਿਹੜੇ ਅਣਗੌਲੇ ਵੀ ਹੋਏ ਆ, ਪਰ ਕਮੈਂਟੇਟਰਾਂ ਦੀ ਸਥਿਤੀ ਕੀ ਆ? ਕਮੈਂਟੇਟਰ ਆ ਜਿਹੜੇ ਇਸ ਕਬੱਡੀ ਦਾ ਵਿਖਿਆਨ ਕਰਨ ਵਾਲੇ ਆ, ਉਹ ਕਿੱਥੇ ਜੇ ਖੜੇ ਆ? ਕਮੈਂਟੇਟਰ ਵੀਰ
ਦਰਮਿਆਨੀਆਂ ਜਿਹੀਆਂ ਗੱਲਾਂ ਨੇ। ਜਿਸ ਤਰ੍ਹਾਂ ਕਬੱਡੀ ਦੇ ਖਿਡਾਰੀ ਕੁਝ ਗਿਣਵੇਂ ਚੁਣਵੇਂ ਹੀ ਜਿਸ ਤਰ੍ਹਾਂ ਮਸ਼ਹੂਰ ਹੋ ਕੇ ਦੇ ਟੌਪ ਤੇ ਚਲੇ ਗਏ, ਉਹ ਆਪਣੇ ਆਪ ਦਾ ਵਿਕਾਸ, ਉਸੇ ਤਰ੍ਹਾਂ ਕਮੈਂਟੇਟਰ ਕੁਝ 1-2 ਨਾਮ ਜਾਂ 2-4 ਨਾਮ ਜਿਹੜੇ ਉਹ ਅਪ ਕਰ ਚੁੱਕੇ ਆ, ਪਰ ਉਸ ਤੋਂ ਇਲਾਵਾ ਜਿੰਨੇ ਵੀ ਅਨਾਉਂਸਰ ਨੇ ਉਹ ਬਿਲਕੁਲ ਉੱਥੇ ਹੀ ਦਰਮਿਆਨੀ ਯਾਨੀ ਕਿ ਆਪਣੀ ਜ਼ਿੰਦਗੀ ਬਸਰ ਕਰ ਰਹੇ ਆ। ਤੁਹਾਨੂੰ ਜਿਹੜਾ ਹੈਗਾ ਜਿਹੜਾ ਤੁਸੀਂ ਕਮੈਂਟਰੀ ਵਾਲੇ ਪਾਸੇ ਆ, ਤੁਸੀਂ ਕਦੋਂ ਮੁੜੇ ਸੀ ਤੇ ਇਹਨੂੰ ਰੁਜ਼ਗਾਰ ਦੇ ਤੌਰ ਤੇ ਇੱਕ ਕਿੱਤੇ ਦੇ ਤੌਰ ਤੇ ਕਦੋਂ ਸਥਾਪਿਤ ਕੀਤਾ? ਦੇਖੋ ਜੀ, ਮੈਂ ਕਬੱਡੀ ਦੇ ਪਹਿਲਾਂ ਥੋੜ੍ਹੀਆਂ ਵਜਨੀ ਕਬੱਡੀ ਖੇਡਦੇ ਸੀਗੇ, ਉਸ ਤੋਂ ਖੇਡਦੇ ਅਸੀਂ ਉਹ ਕੰਦਵਾਲਾ ਪਿੰਡ ਦੇ ਵਿੱਚ ਸੀਗੇ। ਉੱਥੇ ਉਹਨਾਂ ਨੇ ਬੁਲਾਰਾ ਨਹੀਂ ਬੁਲਾਇਆ ਸੀ, ਥੋੜ੍ਹਾ ਬਹੁਤਾ ਮੈਂ ਟੀਮਾਂ ਦੇ ਕੋਲੇ ਸੀ, ਉਹ ਟੀਮਾਂ ਵਾਲਿਆਂ ਨੇ ਇੱਕ ਦੂਜੇ ਨੂੰ ਕਹਿਣ ਦੇ ਉੱਤੇ ਅਸੀਂ ਹਲੋ ਹਾਏ ਯਾਨੀ ਮੈਚ ਦੇ ਉੱਤੇ ਪਹਿਲੀ ਸ਼ੁਰੂਆਤ ਉਹ ਕੰਦਵਾਲਾ ਦੇ ਵਿੱਚ ਕੀਤੀ। ਤੇ ਜਦੋਂ ਥੋੜ੍ਹੀ ਬਹੁਤੀ ਘਰ ਦੇ ਵਿੱਚ, ਤੁਹਾਨੂੰ ਵੀ ਪਤਾ ਵੀ ਬੇਜ਼ਮੀਨਾ ਜ਼ਿਮੀਂਦਾਰ ਹੋਵੇ, ਜਿਵੇਂ ਉਹਨਾਂ ਦੇ ਘਰ ਦੇ ਵਿੱਚ ਕੁਛ ਕੋਈ ਕਮਾਉਣ ਦਾ ਕੋਈ ਸਾਧਨ ਨਾ ਹੋਵੇ, ਕਿਉਂਕਿ ਪੜ੍ਹ ਲਿਖ ਕੇ ਬੇਰੁਜ਼ਗਾਰ ਉੱਦਾਂ ਹੀ ਘੁੰਮਦੇ ਬਹੁਤ ਜ਼ਿਆਦਾ ਫਿਰਦੇ ਆ। ਜਦੋਂ ਕਬੱਡੀ ਦੇ ਵਿੱਚ ਮੈਂ 4 ਸ਼ਬਦ ਬੋਲਿਆ ਤੇ ਉਹਨਾਂ ਨੇ ਮੈਨੂੰ ਥੋੜ੍ਹੀ ਪੇਮੈਂਟ ਅਦਾ ਕੀਤੀ, ਯਾਨੀ ਕਿ 50 ਜਾਂ 100 ਰੁਪਇਆ ਉਸ ਟਾਈਮ ਉਹ ਕੰਦਵਾਲੇ ਪਿੰਡ ਦੇ ਵਿੱਚ। ਉਸ ਚੀਜ਼ ਨੂੰ ਇੱਦਾਂ ਲੱਗਾ ਵੀ ਨਾਲੇ ਤਾਂ ਬੇਰੁਜ਼ਗਾਰੀ ਖਤਮ ਹੋ ਜੂ ਤੇ ਨਾਲੇ ਆਪਣਾ ਸ਼ੌਂਕ ਜਿਹੜਾ ਕਬੱਡੀ ਦੇ ਨਾਲ ਗਰਾਊਂਡ ਦੇ ਨਾਲ ਜਿਹੜਾ ਜੁੜਿਆ ਵਾ ਉਹ ਸ਼ੌਂਕ ਪੂਰਾ ਹੁੰਦਾ ਰਹੂਗਾ। ਤੁਸੀਂ ਮਤਲਬ ਉੱਥੋਂ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਅਨਾਉਂਸਰ ਦੇ ਤੌਰ ਤੇ ਜਾਂ ਕਮੈਂਟਰ ਦੇ ਤੌਰ ਤੇ ਸਥਾਪਿਤ ਕਰਨਾ ਸ਼ੁਰੂ ਕੀਤਾ? ਬਿਲਕੁਲ ਜੀ, ਬਿਲਕੁਲ। ਕਿਉਂਕਿ ਨਾ ਕਹਿੰਦੇ ਉਸ ਜਗ੍ਹਾ ਦੇ ਉੱਤੇ ਜਦੋਂ ਮੈਂ ਖੜਾ ਸੀ ਉਦੋਂ ਤਾਂ ਮੈਂ ਸਿਰਫ ਦਿਖਾਈ ਦਿੰਦਾ ਸੀ, ਮੈਂ ਗਰਾਊਂਡ ਦੇ ਨਾਲ ਜੁੜਨਾ, ਕਿਸੇ ਢੰਗ ਦੇ ਨਾਲ ਜੁੜਨਾ, ਚਾਹੇ ਖੇਡ ਕੇ, ਕਿਉਂਕਿ ਖੇਡਣ ਦੇ ਵਿੱਚ ਇੰਨੀ ਮੁਹਾਰਤ ਹਾਸਲ ਕਿ ਖੁਰਾਕਾਂ ਨਹੀਂ ਉਹ ਜਿਹੀਆਂ ਮਿਲਦੀਆਂ ਸੀ, ਕਿਉਂਕਿ ਜਿਹੜੀਆਂ ਸਾਨੂੰ ਪ੍ਰੈਕਟਿਸ ਦੇ ਲਈ ਲੋੜ ਸੀਗੀ ਖੁਰਾਕ ਦੀ, ਜਾਂ ਕਿ ਜਿਹੜੀ ਆਪਾਂ ਨੂੰ ਖੇਡ ਦੇ ਲਈ ਖੁਰਾਕ ਦੀ ਲੋੜ ਹੁੰਦੀ ਆ, ਘਰ ਦੀਆਂ ਮਜਬੂਰੀਆਂ ਉਹ ਖੁਰਾਕ ਤੋਂ ਦੇਣ ਤੋਂ ਵਾਂਝੀਆਂ ਸਨ। ਇਸੇ ਕਰਕੇ ਗਰਾਊਂਡ ਦੇ ਨਾਲ ਜੁੜਨਾ ਜ਼ਰੂਰੀ ਸੀ ਮੈਨੂੰ। ਗਰਾਊਂਡ ਦੇ ਨਾਲ ਜੁੜ ਕੇ ਮੈਨੂੰ ਬਹੁਤ ਯਾਨੀ ਕਿ ਆਪਦੇ ਆਪ ਨੂੰ ਸਕੂਨ ਮਿਲਦਾ ਸੀ, ਤੇ ਉਹੀ ਜਿਹੜਾ ਸਕੂਨ ਜਿਹੜਾ ਗਰਾਊਂਡ ਦੇ ਨਾਲ ਜੁੜਦਾ ਕਮੈਂਟਰੀ ਵੱਲ ਆਇਆ ਮੈਨੂੰ। ਤੇ ਕਮੈਂਟਰੀ ਅੱਜ ਘਰ ਤੋਰਦੀ ਹੈ ਕਿ ਨਹੀਂ ਤੋਰਦੀ? ਕਮੈਂਟਰੀ ਥੋੜਾ ਬਹੁਤਾ ਘਰ ਤੋਰ, ਸੱਚ ਦੱਸਿਓ। ਬਿਲਕੁਲ। ਕਮੈਂਟਰੀ ਹੈ ਜਿਹੜੀ ਤੁਹਾਡੇ ਘਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ? ਨਹੀਂ ਜੀ, ਸ਼ੌਂਕ ਪੂਰਾ ਹੁੰਦਾ ਤੇ ਲੋੜਾਂ ਉਹਨੀਆਂ ਨਹੀਂ ਪੂਰੀਆਂ ਹੋਈਆਂ ਹਾਲੇ ਤੱਕ, ਬਿਲਕੁਲ। ਕਿਉਂਕਿ ਅਲੱਗ-ਅਲੱਗ ਜਿਵੇਂ ਪਰਿਵਾਰ ਹੈਗਾ ਮੇਰਾ, ਤਾਂ ਪਰਿਵਾਰ ਵੀ ਤੁਹਾਨੂੰ ਪਤਾ ਬਜ਼ੁਰਗ 3, ਮੇਰੀ ਵਾਈਫ, ਮੇਰਾ ਬੱਚਾ, ਉਸੇ ਧਾਮ ਦੇ ਨਾਲ ਕੁਛ ਨਾ ਕੁਛ ਆਪਦੇ ਤੋਂ ਲੈ ਕੇ ਜਾਣਾ। ਪਰ ਮੇਰਾ ਖਿਆਲ ਹੈ ਵੀ ਥੋੜਾ ਬਹੁਤਾ ਜਿਹੜਾ ਕਿ ਆਮ ਘਰੇਲੂ ਚੀਜ਼ਾਂ ਦੀ ਉਹ ਲੋੜ ਪੂਰੀ ਹੁੰਦੀ ਹੈ, ਦੂਜਾ ਨਾਮੁਮਕਿਨ ਹੈ। ਅੱਜ ਬਹੁਤ ਸਾਰੇ ਕੱਪ ਆ ਜਿਹੜੇ ਵਿਦੇਸ਼ਾਂ 'ਚ ਹੋ ਰਹੇ ਆ, ਬਹੁਤ ਸਾਰੇ ਕੱਪ। ਕਬੱਡੀ ਜਿਹੜੀ ਇਕੱਲੀ ਇਸ ਧਰਤੀ ਤੇ ਨਹੀਂ ਖੇਡੀ ਜਾਂਦੀ, ਪੰਜਾਬ ਦੀ ਧਰਤੀ ਤੇ ਨਹੀਂ ਖੇਡੀ ਜਾਂਦੀ, ਵਿਦੇਸ਼ਾਂ ਦੀ ਧਰਤੀ ਤੇ ਕਬੱਡੀ ਦਾ ਨਾਮ ਹੈ। ਵੱਡੇ ਵੱਡੇ ਕੱਪ ਆ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਹੋ ਰਹੇ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਕੱਪ ਹੋ ਰਹੇ ਆ। ਕਦੇ ਮੌਕਾ ਮਿਲਿਆ ਜਾਂ ਕਿਸੇ ਨੇ ਬਾਂਹ ਫੜੀ ਵੀ ਆ ਜਾਓ ਭਾਈ, ਤੁਹਾਨੂੰ ਅਸੀਂ ਬਾਹਰ ਆ ਜਿਹੜਾ ਇੱਕ ਕਮੈਂਟੇਟਰ ਦੇ ਤੌਰ ਤੇ ਲੈ ਕੇ ਜਾਂਦੇ ਆ, ਜਾਂ ਤੁਹਾਨੂੰ ਅਪਰੋਚ ਕਰਦੇ? 2010 ਦੇ ਵਿੱਚ ਇੱਕ ਵਾਰੀ ਮੌਕਾ ਮਿਲਿਆ ਸੀ, ਉਸ ਤੋਂ ਬਾਅਦ ਕੋਈ ਇੰਨਾ ਖਾਸ ਮੌਕਾ ਨਹੀਂ ਮਿਲਿਆ। ਕੈਨੇਡਾ ਦੇ ਵਿੱਚ ਚਲੇ ਗਏ ਸੀਗੇ, ਉਹ ਮੇਜਰ ਬਰਾੜ ਹੋਰਾਂ ਨੇ ਜਾਂ ਜਲੰਧਰ ਸਿੰਘ ਸਿੱਧੂ ਹੋਰਾਂ ਨੇ ਉਸ ਟਾਈਮ ਮੈਨੂੰ ਪ੍ਰਮੋਟ ਕੀਤਾ ਸੀ ਥੋੜਾ ਬਹੁਤ। ਉਸ ਤੋਂ ਬਾਅਦ ਪਤਾ ਨਹੀਂ ਜੋ ਕਹਿੰਦੇ ਕਿਸਮਤ ਦੇ ਵਿੱਚ ਲਿਖਿਆ ਹੁੰਦਾ, ਯਾਨੀ ਕਿ ਉੱਥੇ ਆ ਕੇ ਬਹੁਤ ਸਟਰਗਲ ਬਹੁਤ ਕੀਤਾ। ਪਰ ਜਦੋਂ ਮੈਂ ਵਾਪਸ ਕੈਨੇਡਾ ਤੋਂ ਆਇਆ 2011 ਦੇ ਵਿੱਚ, ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ। 4 ਅਕਤੂਬਰ ਨੂੰ ਸ਼ਾਮ ਨੂੰ 4:32 5 ਅਕਤੂਬਰ ਨੂੰ ਉਹਦਾ ਸੰਸਕਾਰ ਕੀਤਾ ਗਿਆ। ਜਦੋਂ ਮੈਂ ਵਾਪਸ ਹੀ ਸਤੰਬਰ ਦੇ ਮੇਰਾ ਖਿਆਲ 26 ਤਰੀਕ ਨੂੰ ਵਾਪਸ ਮੁੜਿਆ ਸੀ, ਅਕਤੂਬਰ ਦੀ। ਉਸ ਤੋਂ ਬਾਅਦ ਮੈਨੂੰ ਗਰਾਊਂਡ ਦੇ ਨਾਲੋਂ ਟੁੱਟ ਚੁੱਕਿਆ ਸੀ, ਮੈਂ ਆਪਣੇ ਆਪ ਦੇ ਟੁੱਟ ਚੁੱਕਿਆ ਸੀ। ਕੁਝ ਜ਼ਿਆਦਾ ਮੈਨੂੰ ਧਿਆਨ ਕਬੱਡੀ ਵੱਲ ਹੈ ਨਹੀਂ ਸੀਗਾ, ਕਿਉਂਕਿ ਜਦੋਂ ਮੈਂ ਗਰਾਊਂਡ ਦੇ ਵਿੱਚ ਵੜਦਾ ਸੀਗਾ ਉਦੋਂ ਇੱਦਾਂ ਲੱਗਦਾ ਸੀਗਾ ਮੇਰੇ ਭਰਾ ਦੀ ਅੱਖਾਂ, ਯਾਨੀ ਕਿ ਉਸ ਚੀਜ਼ ਆ, ਕਿਉਂਕਿ ਦੋਵੇਂ ਅਸੀਂ ਖੇਡਦੇ ਹੁੰਦੇ ਸੀਗਾ ਗਰਾਊਂਡ ਦੇ ਵਿੱਚ, ਉਹ ਕਦੇ ਕੁਛ ਉਹ ਚੀਜ਼ਾਂ ਖਿਆਲਾਤ ਮੇਰਾ ਪਿੱਛਾ ਨਹੀਂ ਛੱਡਦੇ ਸੀਗੇ। ਉਸੇ ਤਰ੍ਹਾਂ ਗਰਾਊਂਡ ਤੋਂ ਥੋੜ੍ਹਾ ਜਿਹਾ ਮੈਂ ਦੂਰ ਚਲਾ ਗਿਆ ਸੀਗਾ। ਇਸੇ ਕਾਰਨ ਮੈਂ ਥੋੜ੍ਹਾ ਜਿਹਾ ਗਰਾਊਂਡਾਂ ਤੋਂ ਜਾਂ ਕੋਈ ਮੇਰਾ ਕੋਈ ਜਿਹੜਾ ਕਮਿਊਨੀਕੇਸ਼ਨ ਸੀ ਉਹ ਟੁੱਟ ਗਿਆ ਸੀਗਾ, ਫਿਰ ਦੂਰ ਚਲਾ ਗਿਆ ਸੀਗਾ ਗਰਾਊਂਡ 'ਚੋਂ, ਫਿਰ ਵਾਪਸ ਹੀ ਆ ਗਿਆ। ਫਿਰ ਹੁਣ ਉਸ ਤੋਂ ਬਾਅਦ ਤੁਸੀਂ ਟਰਾਈ ਕੀਤਾ ਕਿਤੇ, ਕਿਸੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਜਾਣ ਬਾਰੇ ਜਾਂ ਹੋਰ? ਹਾਂਜੀ, ਦੇਖੋ ਜਾਣ ਬਾਰੇ ਹਰ ਇੱਕ ਕੋਸ਼ਿਸ਼ ਮੈਂ ਆਪਦੀ ਜਾਰੀ ਹੁੰਦੀ ਹੈ, ਯਾਨੀ ਕਿ ਉਹਦੀ ਰਹਿਮਤ, ਉਹਦੀ ਕੋਸ਼ਿਸ਼ ਮੇਰੀ ਜਾਰੀ ਹੈ, ਰਹਿਮਤ ਉਹ ਕਰੇਗਾ ਕਿਸੇ ਨਾ ਕਿਸੇ ਦਿਨ। ਵੀ ਹਰ ਇੱਕ ਕੋਸ਼ਿਸ਼ ਅਲੱਗ-ਅਲੱਗ, ਅੱਜ ਤੁਹਾਨੂੰ ਪਤਾ ਵੀ ਜ਼ਿਆਦਾ ਕੁਛ ਚੱਲ ਰਹੇ ਆ, ਬਹੁਤ ਜ਼ਿਆਦਾ ਕੋਸ਼ਿਸ਼ ਹੋ ਰਹੀ ਆ, ਹੈ ਨਾ। ਤੇ ਉਸੇ ਕੋਸ਼ਿਸ਼ ਨੂੰ ਜਾਰੀ ਰੱਖਦਾ ਮੈਂ, ਕਿਉਂਕਿ ਹਜੇ ਤੱਕ ਮੇਰਾ ਫਿਲਹਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਬਾਤ ਬਣੀ। ਇੱਕ ਹੋਰ ਜਿਹੜਾ ਸਵਾਲ ਇੱਥੇ ਆਉਂਦਾ ਹੈ ਕਿ ਤੁਸੀਂ ਦਿੱਲੀ ਦੇ ਸੰਘਰਸ਼ ਦੇ ਵਿੱਚ, ਹਾਂਜੀ ਸੰਘਰਸ਼ ਦੇ ਵਿੱਚ ਖਾਸਾ ਟਾਈਮ ਰਹੇ, ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ, ਸਾਰੇ ਪੰਜਾਬੀਆਂ ਨੇ ਪਾਇਆ। ਬਿਲਕੁਲ ਜੀ, ਪਰ ਲਾਲ ਕਿਲੇ ਤੇ ਜਿਹੜਾ ਘਟਨਾਕ੍ਰਮ ਵਾਪਰਿਆ ਉਸ ਕਰਕੇ ਤੁਹਾਨੂੰ ਤਿਹਾੜ ਜੇਲ੍ਹ 'ਚ ਵੀ ਰਹਿਣਾ ਪਿਆ, ਤੁਹਾਡੇ ਤੇ ਇੱਕ ਪਰਚਾ ਵੀ ਦਰਜ ਹੋਇਆ। ਬਿਲਕੁਲ ਜੀ, ਬਿਲਕੁਲ। ਉਹਦੇ ਬਾਰੇ ਥੋੜਾ ਦਰਸ਼ਕਾਂ ਨੂੰ ਦੱਸੋ ਕਿ ਉਹ ਪੂਰਾ ਕਾਰਨ ਕੀ ਸੀਗਾ, ਕਿਵੇਂ ਉਹ ਜਿਹੜਾ ਇਨਸੀਡੈਂਟ ਉਹ ਵਾਪਰਿਆ?
ਦੇਖੋ ਜੀ, ਅਸੀਂ ਰੋਜ਼ਮਰਾ ਦੀ ਨਾਗਰਿਕ ਅਸੀਂ ਉਹ ਅੰਦੋਲਨ ਦੇ ਵਿੱਚ ਸੀਗੇ, ਉਸ ਵਿੱਚ ਕੋਈ ਨਹੀਂ, ਕਿਉਂਕਿ ਹਰ ਇੱਕ ਪੰਜਾਬੀ, ਹਰ ਇੱਕ ਕਿਸਾਨ, ਜ਼ਰੂਰੀ ਨਹੀਂ ਇਕੱਲਾ ਪੰਜਾਬੀ ਸੀ, ਭਾਰਤ ਦੇ ਵਿੱਚੋਂ ਜਿੰਨੇ ਵੀ ਕਿਸਾਨ ਵੀਰ ਸੀਗੇ, ਉਹਨਾਂ ਦੇ ਮਨਾਂ ਦੇ ਵਿੱਚ ਸੀਗਾ ਵੀ ਉਹ ਸਰਕਾਰ ਦੇ ਖਿਲਾਫ ਕੋਈ ਨਹੀਂ ਗੱਲ ਗਤੀਵਿਧੀ ਸੀ। ਸਰਕਾਰ ਦੀ ਜਿਹੜੀ ਨੀਤੀ, ਸਰਕਾਰ ਦੇ ਜਿਹੜੇ ਕਾਨੂੰਨ ਆ ਨਾ, ਜਿਹੜੇ ਬੇਮਤਲਬੀ ਯਾਨੀ ਕਿ ਜਿਹੜੇ ਥੋਪੇ ਜਾ ਰਹੇ ਸੀ, ਉਹਨਾਂ ਦੇ ਖਿਲਾਫ ਉਹ ਪ੍ਰਦਰਸ਼ਨ ਹੋ ਰਿਹਾ ਸੀ, ਤੇ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਅਸੀਂ ਵੀ ਉਸ ਸੇਵਾ ਭਾਵਨਾ ਦੇ ਨਾਲ ਗਏ ਹੋਏ ਸੀਗੇ। ਤੇ ਇੱਕ ਦਰਸ਼ਕਾਂ ਨੂੰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਉਹ ਨੌਜਵਾਨ ਆ ਜਿਹੜਾ ਬੇਜ਼ਮੀਨ ਆ, ਇਹਦੇ ਕੋਲ ਆਪਣੇ ਕੋਲ ਜ਼ਮੀਨ ਨਹੀਂ ਹੈ, ਪਰ ਜ਼ਮੀਨਾਂ ਨੂੰ ਬਚਾਉਣ ਵਾਸਤੇ ਇਹ ਨੌਜਵਾਨ ਸੰਘਰਸ਼ ਵਾਸਤੇ ਦਿੱਲੀ ਪਹੁੰਚਿਆ ਸੀ। ਜੇਲ੍ਹ 'ਚ ਵੀ ਰਹਿਣਾ ਪਿਆ, ਪਰਚਾ ਵੀ ਦਰਜ ਹੋਇਆ, ਤੇ ਬਹੁਤ ਸਾਰੇ ਸੈਂਟਰ ਦੀਆਂ ਏਜੰਸੀਆਂ ਦੇ ਤਸੀਹੇ ਵੀ ਚੱਲਣੇ ਪਏ। ਹਾਂਜੀ, ਬਿਲਕੁਲ ਜੀ। ਉਸ 26 ਜਨਵਰੀ ਨੂੰ ਬਿਲਕੁਲ ਅਸੀਂ ਜਿਹੜੀ ਪਰੇਡ ਦੇ ਵਿੱਚ, ਜਿਵੇਂ ਕਿ ਕਹਿੰਦੇ ਜਵਾਨਾਂ ਦੀ ਪਰੇਡ ਪਹਿਲਾਂ ਹੋ ਕੇ ਹਟੀ ਸੀ, ਸਾਨੂੰ ਇਦਾਂ ਸੀਗਾ ਵੀ ਜਿਸ ਤਰ੍ਹਾਂ ਜਵਾਨਾਂ ਨੂੰ ਰਿਸਪੈਕਟ ਮਿਲੀ ਆ, ਕਿਉਂਕਿ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ, ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਰਿਸਪੈਕਟ ਮਿਲੇਗੀ ਆਮ ਲੋਕਾਂ ਦੇ ਵੱਲੋਂ। ਜਿਹੜੀ ਆਮ ਆਵਾਮ ਹੈ, ਦਿੱਲੀ ਦੀ ਆਵਾਮ ਰੱਖ ਲਓ ਜਾਂ ਉੱਤਰ ਪਾਸੇ ਹਰਿਆਣੇ ਦੀ ਆਵਾਮ, ਉਹ ਸਾਡਾ ਸਤਿਕਾਰ ਵੀ ਕਰ ਰਹੀ ਸੀ। ਪਰ ਉਸ ਤੋਂ ਨਾਗਲੋਈ ਜਾ ਕੇ ਕੁਛ ਇਹੋ ਜਿਹਾ ਘਟਨਾਕ੍ਰਮ ਬਣਿਆ ਵੀ ਉਸ ਤਰ੍ਹਾਂ ਜਿਹੜੀ ਰਸਤੇ ਸੀਗੇ ਉੱਧਰਲੇ, ਜਿੱਧਰ ਨੂੰ ਰੂਟ ਦਿੱਤਾ ਗਿਆ ਸੀ, ਕਹਿਣ ਦਾ ਭਾਵ ਜਿੱਧਰ ਸਾਨੂੰ ਕਿਹਾ ਗਿਆ ਸੀ ਵੀ ਇਹ ਟਰੈਕਟਰ ਪਰੇਡ ਇੱਧਰ ਨੂੰ ਜਾਣੀ ਆ, ਉਹ ਬਿਲਕੁਲ ਬੰਦ ਕਰ ਦਿੱਤੇ ਗਏ ਸੀ। ਕੁਛ ਉਦੋਂ ਬਾਅਦ ਤਾਂ ਪਤਾ ਨਹੀਂ ਲੱਗਿਆ, ਕਿਉਂਕਿ ਅਥਰੂ ਗੈਸ ਦੇ ਉਹਨਾਂ ਨੇ ਗੋਲੇ ਨਾਗਲੋਈ ਸਟੇਜ ਦੇ ਉੱਤੇ, ਮੈਂ ਖੁਦ ਸਟੇਜ ਦੇ ਉੱਤੇ ਚੜ੍ਹ ਕੇ, ਮੇਰੇ ਪੇਜ ਦੇ ਉੱਤੇ ਮੇਰਾ ਖਿਆਲ ਆ ਵੀ ਪਿਆ ਵੀ ਹੋਣਾ ਹੈ ਉਹ ਵੀਡੀਓ, 'ਚ ਮੈਂ ਕਹਿ ਰਿਹਾ ਸੀ, ਪੁਲਿਸ ਨੂੰ ਕਹਿ ਰਿਹਾ ਸੀ ਸਟੇਜ ਦੇ ਉੱਤੇ, ਬਈ ਅਸੀਂ ਤੁਹਾਡੇ ਵਰਗੇ ਹੀ ਹਾਂ, ਅਸੀਂ ਕੋਈ ਗਲਤ ਇਨਸਾਨ ਨਹੀਂ, ਆਮ ਕਿਸਾਨਾਂ ਦੇ ਪੁੱਤਰ, ਅਸੀਂ ਤੁਹਾਡੇ ਵਰਗੇ ਹੀ ਹਾਂ, ਸਾਡੇ ਨਾਲ ਬੱਚੇ ਆ, ਸਾਡੇ ਨਾਲ ਬਜ਼ੁਰਗ ਹੈ, ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜੇ, ਤੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਨਾ ਕਰੋ ਜਿਸ ਤਰ੍ਹਾਂ ਤੁਸੀਂ ਸਾਨੂੰ। ਤਸ਼ੱਦਦ ਹੋਇਆ ਕਿਸੇ ਤਰ੍ਹਾਂ? ਬਿਲਕੁਲ ਵੀ ਜਾਂ ਥੋੜੀ ਮਤਲਬ ਪੁਲਿਸ ਵੱਲੋਂ ਕੋਈ ਤਸ਼ੱਦਦ ਕੀਤਾ? ਬਿਲਕੁਲ ਜੀ, ਤਸ਼ੱਦਦ ਹੋ ਰਹੇ ਸੀ। ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਨਾਗਲੋਈ ਦੇ ਵਿੱਚ, ਉੱਥੇ ਨਾ ਕਿ ਲੈਂਦੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ, ਕੁਝ ਲਾਠੀ ਚਾਰਜ ਵਗੈਰਾ ਵੀ ਹੋ ਰਿਹਾ ਸੀ ਉੱਥੇ। ਅੰਦਰ ਜਦੋਂ ਤੁਹਾਨੂੰ ਅਰੈਸਟ ਕੀਤਾ ਗਿਆ, ਲਾਲ ਕਿਲੇ ਦੀ ਜਿਹੜੀ ਤੁਸੀਂ ਘੇਰਾਬੰਦੀ ਦੇ ਵਿੱਚ ਸੀਗੇ ਜਦੋਂ ਉੱਥੇ ਸੀ, ਅਰੈਸਟ ਹੋਣ ਤੋਂ ਬਾਅਦ ਤੁਹਾਡੇ ਤੇ ਕਿਸੇ ਕਿਸਮ ਦਾ ਪੁਲਿਸ ਨੇ ਕੋਈ ਧੱਕੇ? ਨਹੀਂ ਸਰ, ਮੈਂ ਲਾਲ ਕਿਲੇ ਦੇ ਅੰਡਰ ਵਿੱਚ ਅਸੀਂ ਨਹੀਂ, ਅਸੀਂ ਬੱਚੇ ਨੂੰ ਰਾਤ ਨੂੰ ਇੱਕ ਰਿਪੋਰਟ ਲਿਖਾਉਣ ਗਏ ਸੀ ਬੱਚੇ ਦੀ। ਕੀ ਇਨਸੀਡੈਂਟ ਸੀ, ਉਹ ਕਹਾਣੀ ਦੱਸੋ। ਉਹ ਬੱਚੇ ਦਾ ਇੱਕ ਬੱਚਾ ਸੀਗਾ, ਮੇਰਾ ਖਿਆਲ ਇੱਧਰ ਕੋਟਲੇ ਕਲਾਨੀ ਦਾ ਸੀਗਾ, ਮਾਨਸਾ ਜ਼ਿਲ੍ਹੇ ਦਾ। ਉਹਨੂੰ ਅਸੀਂ ਨਿੱਜੀ ਤੌਰ ਤੇ ਨਹੀਂ ਜਾਣਦੇ ਸੀ, ਆਮ ਤੌਰ ਤੇ ਪੰਜਾਬੀ ਇੱਕ ਦੂਜੇ ਨੂੰ ਜਾਣਦੇ ਵੀ ਜਦੋਂ ਕੋਈ ਮੁਸੀਬਤ 'ਚ ਹੋਵੇ, ਆਪਣੇ ਪੰਜਾਬੀਆਂ ਦੇ ਵਿੱਚ ਜਾਂ ਕੋਈ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਹੈਗੀ ਵੀ ਜਦੋਂ ਇੱਕ ਭਰਾ ਮੁਸੀਬਤ 'ਚ ਹੋਵੇ ਤਾਂ ਦੂਜੇ ਕੋਲੇ ਖੜ ਕੇ ਨਹੀਂ ਦੇਖ ਸਕਦੇ ਉਹਨੂੰ ਚੀਜ਼ ਨੂੰ। ਸਾਨੂੰ ਵੀ ਜਦੋਂ ਮੁਸੀਬਤ 'ਚ ਲੱਗਿਆ, ਸਾਨੂੰ ਬੱਚੇ ਨੇ ਦੱਸਿਆ ਸਾਡਾ ਬੱਚਾ ਗੁੰਮ ਹੋ ਗਿਆ, ਪਤਾ ਨਹੀਂ ਉਹਨੂੰ ਗੋਲੀ ਵੱਜ ਗਈ, ਮਰ ਗਿਆ ਕਿ ਕਿੱਥੇ ਆ। ਉਸ ਬੱਚੇ ਨੂੰ ਭਾਲਣ ਦੇ ਲਈ ਅਸੀਂ ਗਏ ਸੀ, ਤੇ ਭਾਲਣ ਦੇ ਲਈ ਸਾਡੇ ਮਨ ਦੇ ਵਿੱਚ ਖਿਆਲ ਆਇਆ ਵੀ ਨਾਗਲੋਈ ਥਾਣੇ ਦੇ ਵਿੱਚ ਜਾ ਕੇ ਅਸੀਂ ਰਿਪੋਰਟ ਲਿਖਾਈ, ਦਰਜ ਕਰਾਈਏ। ਅੱਛਾ, ਤੁਸੀਂ ਉਸ ਏਰੀਆ 'ਚ ਹੈ ਹੀ ਨਹੀਂ ਸੀ, ਸਿਰਫ ਤੁਸੀਂ ਰਿਪੋਰਟ ਲਿਖਾਉਣ ਵਾਸਤੇ ਗਏ ਸੀ, ਕਿਉਂਕਿ ਅਸੀਂ ਰਿਪੋਰਟ ਲਿਖਾਉਣ ਰਾਤ ਨੂੰ 10:30 ਵਜੇ ਗਏ ਆ ਇੱਧਰੋਂ ਚੱਲ ਕੇ। ਸਾਡੇ ਜਦੋਂ ਰਿਪੋਰਟ ਲਿਖਾਉਣ ਗਏ, ਸਾਨੂੰ ਉੱਥੇ ਉਹਨਾਂ ਨੇ ਕਿਹਾ ਵੀ ਆ ਜਾਓ, ਇੱਥੇ ਖੜ ਜਾਓ। ਸਾਨੂੰ ਕਿਸੇ ਨੇ ਇਦਾਂ ਵੀ ਕਿਹਾ ਵੀ ਇਹ ਯਾਰ ਦਿੱਲੀ ਪੁਲਿਸ ਹੈ ਨਾ, ਧਿਜੋ ਨਾ। ਅਸੀਂ ਕਾਹਦੇ, ਯਾਨੀ ਸਾਨੂੰ ਇਦਾਂ ਲੱਗਾ ਪੰਜਾਬ ਵਰਗਾ ਹੀ ਮਾਹੌਲ ਹੈ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਅਸੀਂ ਥਾਣਿਆਂ ਦੇ ਵਿੱਚ ਆਮ ਜਦੋਂ ਕੋਈ ਮੁਸੀਬਤ ਪੈਂਦੀ ਹੈ ਬੰਦੇ ਨੂੰ ਕਾਨੂੰਨ ਦਾ ਹੀ ਸਹਾਰਾ ਲੈਣ ਜਾਂਦਾ ਨਾ, ਸਾਨੂੰ ਇਦਾਂ ਲੱਗਾ ਵੀ ਸਾਡੇ ਤੇ ਮੁਸੀਬਤ ਆ, ਸਾਡਾ ਕੋਈ ਨਾਲ ਦਾ ਗੁੰਮ ਹੋ ਗਿਆ ਸਾਥੀ, ਉਹਨੂੰ ਯਾਨੀ ਕਿ ਬੱਚਾ ਹੈ, ਤੇ ਉਹਨੂੰ ਬਚਾਉਣ ਦੀ ਖਾਤਰ ਅਸੀਂ ਰਿਪੋਰਟ ਲਿਖਾਉਣ ਗਏ ਸੀ ਵੀ ਉਸ ਬੱਚੇ ਨੂੰ। ਪਰ ਸਾਨੂੰ ਉੱਥੇ ਹੀ ਕਿਡਨੈਪ ਕਰਕੇ ਪਤਾ ਨਹੀਂ ਕਿਹੜੇ ਕਿਹੜੇ ਥਾਣਿਆਂ 'ਚ ਘੁਮਾਇਆ ਫਿਰ ਸਾਨੂੰ। ਕਿੱਦਾਂ ਜਿਹੜੇ ਕੁਝ ਤਸੀਹੇ ਵੀ ਕਹਿੰਦੇ ਸਨ? ਬਿਲਕੁਲ ਜੀ, ਬਿਲਕੁਲ। ਸਾਨੂੰ ਤਸੀਹੇ ਦੇ ਨਾਲ ਨਾਲ ਸਾਨੂੰ ਜਿਹੜੀ ਇੱਕ ਤਰ੍ਹਾਂ ਦੀਆਂ ਸੌਣ ਨਹੀਂ ਦਿੱਤਾ ਜਾਂਦਾ, ਰੋਟੀ ਨਹੀਂ ਦਿੱਤੀਆਂ 2-2 ਦਿਨ ਸਾਨੂੰ ਉੱਥੇ। ਤਕਰੀਬਨ ਇਹ ਗੱਲਾਂ ਹੋਈਆਂ ਸਾਡੇ ਨਾਲ, ਤੇ ਡੰਡੇ ਸੋਟੇ ਵੀ ਸਾਡੇ ਪਏ ਇੱਧਰੋਂ ਗਿੱਟਾਂ ਤੇ, ਕੋਈ ਕੁਝ ਨਗਲੇ ਦੇ ਤੁਹਾਨੂੰ ਦੱਸ ਨਹੀਂ ਸਕਦੇ ਵੀ ਉਹਨਾਂ ਚੀਜ਼ਾਂ ਦੇ ਉੱਤੇ ਵੀ। ਅੱਛਾ, ਇੱਕ ਹੋਰ ਜਿਹੜਾ ਸਵਾਲ ਆ ਖੜਾ ਹੋ ਜਾਂਦਾ ਕਿ ਤਿਹਾੜ ਜੇਲ੍ਹ ਦੇ ਵਿੱਚ ਉੱਥੇ ਜਿਹੜਾ ਪ੍ਰਬੰਧਕ ਸੀ ਉਸ ਜੇਲ੍ਹ ਦੇ, ਉਹਨਾਂ ਦਾ ਸਲੂਕ ਕਿਵੇਂ ਦਾ ਸੀਗਾ? ਜੀ, ਪ੍ਰਬੰਧਕ ਪਹਿਲਾਂ ਤਾਂ ਬਿਲਕੁਲ ਜੀ ਨਾ ਕਿ ਲੈਂਦੇ, ਤੁਹਾਨੂੰ ਪਤਾ ਵੀ ਰੋਟੀ ਪਾਣੀ ਜੇਲ੍ਹ ਦਾ ਤਾਂ ਯਾਨੀ ਕਿ ਆਪਾਂ ਕਿਹੜਾ ਉਸ ਦਾ ਕੋਈ ਜੌਬ ਕਰਦੇ ਹੁੰਦੇ ਆ ਜਾਂ ਕੋਈ ਪਿਕਨਿਕ ਤੇ ਗਏ, ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਆ। ਉਹਨਾਂ ਨੇ ਰੋਟੀ ਪਾਣੀ ਦਾ ਮਾਹੌਲ ਜਿਹੜਾ ਬਿਲਕੁਲ ਨਹੀਂ ਸੀ ਚੰਗਾ। ਜਿਹੜੇ ਬਰਤਨ ਸੀ, ਸਾਨੂੰ ਉਹਨਾਂ ਬਰਤਨਾਂ ਦੇ ਵਿੱਚ ਕੁਛ ਆਮ ਬੰਦਾ ਦਾ ਖਾਣਾ, ਮੇਰਾ ਖਿਆਲ ਕੁੱਤੇ ਨਹੀਂ ਖਾ ਸਕਦੇ ਬਾਹਰਲੇ, ਤਾਂ ਜਿਹਨਾਂ 'ਚ ਅਸੀਂ ਖਾਣ ਲਈ ਮਜਬੂਰ ਸੀਗੇ ਉੱਥੇ, ਕਿਉਂਕਿ ਫਲਸ਼ਾਂ ਦੇ ਵਿੱਚ ਉੱਦਾਂ ਕੋਲੇ ਬਹਿ ਕੇ ਖਾਣਾ ਵਗੈਰਾ ਖਾਣਾ, ਜਾਂ ਮਨ ਦੇ ਵਿੱਚ ਇੱਦਾਂ ਲੱਗਣਾ। ਕਈ ਬੰਦੇ ਸਾਨੂੰ ਟਾਰਗੇਟ ਕਰਦੇ ਹੁੰਦੇ ਸੀ ਵੀ ਤੁਹਾਡੇ ਪਰਿਵਾਰ ਪਿੱਛੇ ਮਾਰ ਦਿੱਤੇ ਗਏ ਆ, ਤੁਸੀਂ ਬਸ ਖਤਮ ਆ, ਸਾਰੀ ਜ਼ਿੰਦਗੀ ਤੁਹਾਡੀ ਇੱਥੇ ਲੰਘਣੀ ਆ। ਇਦਾਂ ਦੇ ਉੱਥੋਂ ਵਾਲੇ ਬੰਦੇ? ਹਾਂ, ਜੇਲ੍ਹ ਦੇ ਵਿੱਚ ਬੰਦੇ ਸਾਨੂੰ ਇਦਾਂ ਕਰਦੇ ਸੀਗੇ ਸਾਨੂੰ, ਹਾਂ ਵੀ ਤੁਹਾਡੇ ਪਰਿਵਾਰ ਤਾਂ ਪਿੱਛੇ ਖਤਮ ਹੋ ਗਏ, ਬਸ ਤੁਸੀਂ ਇੱਥੇ ਹੀ ਆ, ਸਾਰੀ ਜ਼ਿੰਦਗੀ ਤੁਸੀਂ ਇੱਥੇ ਲੱਗਣਾ। ਤੇ ਉਦੋਂ ਐ ਲੱਗਦਾ ਸੀ ਮੈਂਟਲੀ ਅਪਸੈਟ ਹੋ ਰਹੇ ਸੀ ਉਦੋਂ ਵੀ ਪਤਾ ਨਹੀਂ ਕੀ ਹੋ ਗਿਆ ਇੱਥੋਂ ਪਰਿਵਾਰ ਦੀ। ਅੱਛਾ, ਸਭ ਤੋਂ ਵੱਡਾ ਸਵਾਲ ਜਿਹੜਾ ਇਹ ਖੜਾ ਹੋ ਜਾਂਦਾ ਕਿ ਪਰਿਵਾਰ ਦੀ ਮਦਦ ਪਿੱਛੋਂ ਕਿਹਨੇ ਕੀਤੀ? ਕੌਣ ਖੜਿਆ, ਕੌਣ ਨਹੀਂ ਖੜਿਆ? ਕਿਸਾਨ ਅੰਦੋਲਨ ਪੂਰਾ ਹੋਇਆ, ਕਾਨੂੰਨ ਹੈ ਜਿਹੜੇ ਕਾਲੇ ਕਾਨੂੰਨ ਵਾਪਸ ਲੈ ਲਏ ਗਏ, ਉਸ ਤੋਂ ਬਾਅਦ
ਪੂਰੇ ਪੰਜਾਬ ਦੇ ਕਿਸਾਨ ਹੈ ਚਾਈ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਪਰਤੇ, ਪਰ ਜਿਨ੍ਹਾਂ ਲੋਕਾਂ ਤੇ ਕੇਸ ਹੋਏ ਸੀ, ਤੁਹਾਡੇ ਵਰਗੇ ਹੋਰ ਬਹੁਤ ਸਾਰੇ ਸੀ ਜਿਨ੍ਹਾਂ ਦੇ ਉੱਪਰ ਜਿਹੜੇ ਇਹ ਕੇਸ ਹੋਏ ਸੀ, ਜਿਨ੍ਹਾਂ ਨੂੰ ਜੇਲ੍ਹ 'ਚ ਰਹਿਣਾ ਪਿਆ, ਕੋਈ ਸਾਰ ਲਈ ਕਿਸੇ ਨੇ ਪੁੱਛਿਆ? ਨਹੀਂ, ਬਿਲਕੁਲ ਜਿਹੜੇ ਕਿ ਸਾਂਝੇ ਮੋਰਚੇ ਦੇ ਵਕੀਲ ਵਗੈਰਾ ਸੀਗੇ, ਸਾਂਝੇ ਮੋਰਚੇ ਵਾਲੇ ਸੀਗੇ, ਉਹਨਾਂ ਦੇ ਵੱਲੋਂ ਮੇਰੇ ਘਰ ਦੇ ਵਿੱਚ ਮਾਲੀ ਮਦਦ 6100 ਰੁਪਇਆ ਦੇ ਕੇ ਗਏ ਸੀ। 6100 ਰੁਪਇਆ ਮਾਲੀ ਮਦਦ ਦੇ ਤੌਰ ਤੇ ਦੇ ਕੇ ਗਏ ਸੀ। ਬਲਕਿ ਉਸ ਤੋਂ ਬਾਅਦ ਵੱਡੀਆਂ ਮੈਨੂੰ ਸ਼ਰਮਿੰਦਾ ਹੋਣਾ ਪਿਆ ਵੀ ਅਖਬਾਰਾਂ ਦੇ ਉੱਤੇ ਕੱਟਣ ਲਵੇ ਸਾਂਝੇ ਮੋਰਚੇ ਨੇ ਜਸਵਿੰਦਰ ਆਸਾ ਬੁੱਟਰ ਦੀ ਮਦਦ ਕੀਤੀ। ਇਹੋ ਜਿਹੇ ਉਹ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ ਵੀ ਯਾਨੀ ਕਿ ਆਪਾਂ ਕਾਹਦੇ ਲਈ ਗਏ ਸੀ ਉੱਥੇ, ਕਿਉਂਕਿ ਜੇ ਅੱਜ ਕੋਈ ਮਦਦ ਕਰਦਾ ਕੋਈ ਟਾਰਗੇਟ ਤਾਂ ਨਾ ਕਰੀਏ ਆਪਾਂ। ਮਤਲਬ ਤੁਸੀਂ ਉਹ ਤੋਂ ਸੰਤੁਸ਼ਟ ਨਹੀਂ ਸੀ? ਸੰਤੁਸ਼ਟ ਨਹੀਂ ਸੀ ਉਹ ਚੀਜ਼ ਤੋਂ ਵੀ ਯਾਨੀ ਕਿ ਆਪਾਂ ਆਪਣੀ ਕਿਸਾਨੀ ਨੂੰ ਬਚਾਉਣ ਦੀ ਖਾਤਰ ਗਏ ਸੀ। ਜੇ ਮੈਂ ਚੀਜ਼ ਨੂੰ ਆਪਾਂ ਦੱਸ ਥੋੜੀ ਰਹੇ ਸੀ ਵੀ ਆਪਾਂ ਯਾਨੀ ਕਿ ਕਿਸਾਨੀ ਨੂੰ ਬਚਾਉਣ ਦੀ ਖਾਤਰ ਜਾਂ ਕੋਈ ਆਪਾਂ ਕਿਸਾਨੀ ਦੇ ਜਦੋਂ ਕੋਈ ਭੀੜ ਪੈਂਦੀ ਉਹਦੇ ਲਈ ਲੜਾਂਗੇ ਤੇ ਆਪਾਂ ਉਹਦਾ ਮੁੱਲ ਥੋੜੀ ਕਰਨਾ ਵੀ। ਪਰ ਇਹਨਾਂ ਬੰਦਿਆਂ ਨੇ ਇਸ ਤਰ੍ਹਾਂ ਦੀ ਟਾਰਗੇਟ ਕੀਤਾ ਵੀ ਅਖਬਾਰਾਂ ਤੇ ਮੈਂ ਜਦੋਂ ਖਬਰ ਪੜ੍ਹੀ, ਮੇਰੀ ਵਾਈਫ ਨੇ ਮੈਨੂੰ ਦੱਸਤਾ ਸੀਗਾ ਵੀ ਇੱਦਾਂ ਆਪਣੀ ਮਦਦ ਕਰਕੇ ਗਏ ਆ, ਯਾਨੀ 6100 ਸਾਂਝਾ ਮੋਰਚਾ ਦੇ ਕੇ ਗਿਆ ਘਰ। ਤੇ ਉਦੋਂ ਬਾਅਦ ਜਦੋਂ ਮੈਂ ਖਬਰ ਪੜ੍ਹੀ ਐਡੀ ਅਖਬਾਰ ਤੇ ਕਿਸੇ ਦੇ, ਉਦੋਂ ਦੁੱਖ ਲੱਗਿਆ ਥੋੜਾ ਜਿਹਾ। ਜਸਵਿੰਦਰ, ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਇਹਨਾਂ ਚੀਜ਼ਾਂ ਤੋਂ ਵੈਸੇ ਜਿਹੜੀ ਮਦਦ ਆ ਜਿਹੜੀ ਉਹਨਾਂ ਤੋਂ ਸੰਤੁਸ਼ਟੀ ਨਹੀਂ ਹੋਈ, ਕਿਉਂਕਿ ਜਿਹੜੀ ਚੀਜ਼ ਹੋਣੀ ਜ਼ਰੂਰੀ ਸੀਗੀ ਉਹ ਨਹੀਂ ਕੀਤੀ ਗਈ। ਜਸਵਿੰਦਰ, ਕਦੇ ਹੁਣ ਦਿਮਾਗ 'ਚ ਇਹ ਆਉਂਦਾ ਯਾਰ ਵੀ ਮੈਂ ਤਾਂ ਬੇਜ਼ਮੀਨਾ ਸੀ, ਮੇਰੇ ਕੋਲ ਤਾਂ ਜ਼ਮੀਨ ਵੀ ਹੈ ਨਹੀਂ ਸੀ, ਤਾਂ ਮੈਂ ਕਿਉਂ ਉਸ ਮੋਰਚੇ ਦਾ ਹਿੱਸਾ ਬਣਿਆ, ਜਾਂ ਮੈਂ ਕਿਉਂ ਇਸ ਪਾਸੇ ਬਗਲ? ਕਦੇ ਇਹ ਚੀਜ਼ ਦਿਮਾਗ 'ਚ ਆਈ ਜਾਂ ਕਦੇ ਐਦਾਂ ਲੱਗਦਾ ਵੀ ਯਾਰ ਗਲਤੀ ਕਰ ਲਈ? ਨਹੀਂ, ਕੋਈ ਗਲਤੀ ਨਹੀਂ ਇੱਦਾਂ ਲੱਗਦਾ, ਕਿਉਂਕਿ ਯਾਰ ਆਪਣੇ ਕੋਲ ਜ਼ਮੀਨ ਨਹੀਂ, ਪਰ ਜਿਹੜੀ ਜ਼ਮੀਨ ਵਾਲਿਆਂ ਦੇ ਦਸਵਾਂ ਦਸਵੰਧ ਕੱਢਦੇ ਆ, ਸਾਡੇ ਕਬੱਡੀ ਦੇ ਉੱਤੇ ਮੇਰਾ ਘਰ ਚੱਲਦਾ, ਉਹ ਦਸਵਾਂ ਦਸਵੰਧ ਕੱਢਦੇ ਜਦੋਂ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ, ਕਿਉਂਕਿ ਮੈਨੂੰ ਉਦੋਂ ਉਸ ਚੀਜ਼ ਦਿਮਾਗ ਦੇ ਵਿੱਚ ਆ ਜਾਂਦੀ ਹੈ ਵੀ ਇਹ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਸਾਡੀ ਫਸਲ ਦੇ ਉੱਤੇ। ਜੇ ਇੱਕ ਫਸਲ ਹੁੰਦੀ ਹੈ ਕਿਸਾਨ ਦੇ ਘਰੇ, ਉਹ ਥੋੜ੍ਹਾ ਬਹੁਤਾ ਟੂਰਨਾਮੈਂਟ ਹੁੰਦੇ ਆ ਦਾਨ ਦੇ ਰੂਪ ਦੇ ਵਿੱਚ, ਦਸਵੰਧ ਦੇ ਰੂਪ 'ਚ ਟੂਰਨਾਮੈਂਟ ਨੂੰ ਪੈਸਾ ਦਿੰਦਾ। ਉਹ ਜਦੋਂ ਪੈਸਾ ਟੂਰਨਾਮੈਂਟ ਵੱਲ ਕਰੇ ਮੈਨੂੰ ਸਾਧਿਆ ਕਿਤੇ ਨਾ ਕਿਤੇ ਤਾਂ ਮੇਰੀ ਘਰੇ ਉਸ ਚੀਜ਼ ਨਾਲ ਜੁੜੀ ਹੈ ਨਾ, ਤੇ ਇਸੇ ਤਰ੍ਹਾਂ ਦੁੱਖ ਮੈਨੂੰ ਕੋਈ ਨਹੀਂ, ਕਿਉਂਕਿ ਮੈਂ ਆਪਣੀ ਕਿਸਾਨੀ ਬਚਾਉਣ ਦੇ ਲਈ ਆਪਣੀ ਯਾਨੀ ਕਿ ਗਿਆ ਸੀਗਾ। ਘਰ ਦੇ ਹਾਲਾਤ ਕਿਹੋ ਜਿਹੇ? ਘਰ ਦੇ ਹਾਲਾਤ ਤਾਂ ਬਿਲਕੁਲ ਨਾਜ਼ੁਕ ਆ ਵੀਰੇ, ਤੁਹਾਨੂੰ ਦੱਸ ਨਹੀਂ ਸਕਦੇ ਕਿ ਤੁਸੀਂ ਆਪ ਦੇਖਿਆ ਪਹਿਲਾਂ ਵੀ ਮੇਰਾ ਕੁਝ ਨਹੀਂ ਇੰਨਾ ਤਮਾਮ ਹੈ ਨਹੀਂ ਕੋਲ। ਮਤਲਬ ਜਿਵੇਂ ਹੁਣ ਟੂਰਨਾਮੈਂਟ ਨਹੀਂ ਹੋ ਰਿਹਾ ਕਿਉਂਕਿ ਇਹ ਵੀ ਸੀਜ਼ਨਲ ਹੈ। ਹਾਂਜੀ। ਤੇ ਫਿਰ ਉਦੋਂ ਬਾਅਦ ਜਦੋਂ ਟੂਰਨਾਮੈਂਟ ਨਹੀਂ ਚੱਲਦੇ ਆ, ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਘਰ ਦਾ ਗੁਜ਼ਾਰਾ ਬਸ ਯਾਰ ਕੋਈ ਥੋੜਾ ਬਹੁਤਾ ਨਾ ਕਿ ਲੈਂਦੇ ਵੀ ਘਰ ਦਾ ਇਧਰੋਂ ਹੱਥ ਲਾ ਕੇ, ਜਾਂ ਕੋਈ ਉਹ ਚੀਜ਼ ਦੇ ਨਾਲ ਵੀ ਥੋੜਾ ਬਹੁਤਾ ਘਰੇਲੂ ਕੰਮ ਜਾਂ ਕੋਈ ਦਿਹਾੜੀ ਵਗੈਰਾ ਕਹਿ ਲਈਏ, ਆਮ ਦੋਸਤ ਦੇ ਨਾਲ ਕਿਤੇ ਚੱਲ ਜਾਈਦਾ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ, ਜਾਂ ਕੋਈ ਉਹ ਨਹੀਂ ਦੱਸਦਾ ਇਦਾਂ ਵੀ ਇਹ ਸਾਡੇ ਨਾਲ ਆਇਆ, ਪਰ ਫਿਰ ਵੀ ਕੁਛ ਨਾ ਕੁਛ ਇਦਾਂ ਦਾ ਮਸਲਾ ਬਣਾਉਣੇ ਆ। ਤੁਹਾਡੇ ਜਿਹੜੇ ਧਰਮ ਪਤਨੀ ਜਿਹੜੇ ਹੈਗੇ ਨੇ ਉਹ ਵੀ ਕੰਮਕਾਰ ਕਰਦੇ ਆ ਜਾਂ ਕੀ ਉਹਨਾਂ ਦਾ ਕੀ ਸਿਸਟਮ? ਨਹੀਂ ਜੀ, ਮੇਰੇ ਧਰਮ ਪਤਨੀ ਥੋੜਾ ਬਹੁਤ ਆਪਦਾ ਘਰੇਲੂ ਕੰਮ ਜਿਵੇਂ ਆਮ ਘਰੇਲੂ ਸੁਹਾਣੀਆਂ ਕਰਦੀਆਂ ਨੇ ਉਦਾਂ ਦੀ ਕਰਦੇ ਹੋ। ਮੇਰੇ ਹੈਂਡੀਕੈਪਟ ਹੈ, ਬਜ਼ੁਰਗ ਦੀ ਸੋਟੀ 'ਤੇ ਤੁਰਦੇ ਆ, ਮੇਰਾ ਉਹਦਾ ਐਕਸੀਡੈਂਟ ਦੇ ਨਾਲ ਇੱਕ ਲੱਤ ਨਕਾਰਾ ਉਹਨਾਂ ਦੀ, ਤੇ ਉਹ ਕੰਮ ਨਹੀਂ ਕਰ ਸਕਦੀ ਜ਼ਿਆਦਾ ਕੋਈ ਉੱਦਾਂ ਦੀਆਂ ਗੱਲਾਂ। ਜਸਵਿੰਦਰ, ਕੀ ਕਹਿਣਾ ਚਾਹੋਗੇ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਤੁਹਾਡੀ ਕਮੈਂਟਰੀ ਨੂੰ ਪਿਆਰ ਕਰਦੇ ਆ, ਜਿਹੜੇ ਤੁਹਾਡੇ ਬੋਲੇ ਹੋਏ ਉਹਨਾਂ ਸ਼ਬਦਾਂ ਨੂੰ ਪਿਆਰ ਕਰਦੇ ਆ, ਜਿਹੜੇ ਤੁਸੀਂ ਕਬੱਡੀ ਦੀ ਖੇਡ ਦੌਰਾਨ ਬੋਲਦੇ ਹੋ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਾਂ ਕੀ ਕਹਿਣਾ ਚਾਹੋਗੇ? ਇਹ ਬਸ ਇਹੀ ਸੁਨੇਹਾ ਭਰਾ ਜੀ, ਜੇ ਕੋਈ ਗਲਤੀ ਫਲਤੀ ਹੋਏ ਤਾਂ ਮੈਨੂੰ ਸਾਨੂੰ ਜੇ ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਹੈ ਸਾਡੇ ਤੋਂ, ਉਹ ਜ਼ਰੂਰ ਮਾਫ ਕਰਿਓ, ਪਰ ਸਾਨੂੰ ਜਿਹੜਾ ਮੌਕਾ ਦਿਓ, ਤਰਸ ਦੇ ਆਧਾਰ ਤੇ ਨੇ, ਕਾਬਲੀਅਤ ਦੇ ਆਧਾਰ ਤੇ ਮੌਕਾ ਦਿਓ। ਸਾਨੂੰ ਨਾ ਕਿ ਲੈਂਦੇ ਤੁਹਾਨੂੰ ਸਾਡਾ ਜਿਹੜਾ ਗਰਾਊਂਡ ਆ, ਸਾਡਾ ਘਰ ਆ ਇੱਕ ਤਰ੍ਹਾਂ ਦਾ, ਤੇ ਉਸੇ ਸਾਡੇ ਪਿਛਲੇ ਘਰ ਨੂੰ ਚਲਾਉਣ ਦੇ ਲਈ ਉਸ ਘਰ ਦੇ ਵਿੱਚ ਸਾਨੂੰ ਕੰਮ ਕਰਨਾ ਜ਼ਰੂਰੀ ਬਣਦਾ ਵੀ ਉਹ ਸਾਨੂੰ ਮੇਰਾ ਉਮੀਦ ਹੈ ਕਿ ਮੇਰੇ ਦਰਸ਼ਕ ਜਿਹੜੇ ਜਾਂ ਰੱਬ ਵਰਗੇ ਸਰੋਤੇ ਆ ਉਹ ਜ਼ਰੂਰ ਮੈਨੂੰ ਮੌਕਾ ਦੇਣ ਦੀ ਕੋਸ਼ਿਸ਼ ਕਰਨਗੇ, ਮਨ ਦੀ ਤਮੰਨਾ ਹੈ। ਸੋ ਇਹ ਸਨ ਜਸਵਿੰਦਰ ਸਿੰਘ ਆਸਾ ਬੁੱਟਰ, ਜਿਨ੍ਹਾਂ ਵੱਲੋਂ ਕਬੱਡੀ ਦੇ ਵਿੱਚ ਯੋਗਦਾਨ, ਵਡਮੁੱਲਾ ਯੋਗਦਾਨ ਹੈ ਜਿਹੜਾ ਪਾਇਆ ਜਾਂਦਾ, ਤੇ ਉਸ ਤੋਂ ਬਾਅਦ ਕਿਸਾਨੀ ਸੰਘਰਸ਼ ਦੀ ਇਹਨਾਂ ਨੇ ਦਾਸਤਾਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਤੀ ਹੈ। ਸਾਡੇ ਵੱਲੋਂ ਇੱਕ ਅਪੀਲ ਜ਼ਰੂਰ ਹੈ ਕਿ ਜਿਹੜੇ ਨੌਜਵਾਨ ਇਸ ਤਰੀਕੇ ਨਾਲ ਕਬੱਡੀ ਨੂੰ ਇਸ ਤਨਦੇਹੀ ਨਾਲ ਪਿਆਰ ਕਰਦੇ ਆ, ਇਸ ਸ਼ਿੱਦਤ ਤੱਕ ਚਾਹੁੰਦੇ ਆ, ਉਹਨਾਂ ਨਾਲ ਸਾਡਾ ਖੜਨਾ ਜ਼ਰੂਰ ਬਣਦਾ, ਉਹਨਾਂ ਦਾ ਸਾਥ ਦੇਣਾ ਜ਼ਰੂਰ ਬਣਦਾ। ਸੋ ਜੋ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਵੀਰ ਇਸ ਵੀਰ ਦੀ ਪੂਰੀ ਦਾਸਤਾਨ ਨੂੰ ਸੁਣ ਰਹੇ ਆ, ਦੇਖ ਰਹੇ ਆ, ਤਾਂ ਇਹਦੀ ਮਦਦ ਜ਼ਰੂਰ ਕਰੋ। ਮਦਦ ਜਿਵੇਂ ਇਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਇਹਨਾਂ ਦੀ ਮਦਦ ਕਰੋ, ਤਾਂ ਜੋ ਇਹ ਆਪਣੇ ਪਿਛਲੇ ਘਰ ਦਾ, ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ। ਧੰਨਵਾਦ। ਪਰ ਕਮੈਂਟੇਟਰਾਂ ਦੀ ਸਥਿਤੀ ਕੀ ਆ? ਕਮੈਂਟੇਟਰ ਆ ਜਿਹੜੇ ਇਸ ਕਬੱਡੀ ਦਾ ਵਿਖਿਆਨ ਕਰਨ ਵਾਲੇ ਆ, ਉਹ ਕਿੱਥੇ ਜੇ ਖੜੇ ਆ?
ਜਦੋਂ ਕਬੱਡੀ ਦੇ ਵਿੱਚ ਮੈਂ 4 ਸ਼ਬਦ ਬੋਲਿਆ ਤੇ ਉਹਨਾਂ ਨੇ ਮੈਨੂੰ ਥੋੜੀ ਪੇਮੈਂਟ ਅਦਾ ਕੀਤੀ, ਯਾਨੀ 50 ਜਾਂ 100 ਰੁਪਇਆ ਉਸ ਟਾਈਮ ਕੰਧ ਵਾਲੇ ਪਿੰਡ ਦੇ ਵਿੱਚ। ਉਸ ਚੀਜ਼ ਨੂੰ ਇਦਾਂ ਲੱਗਾ ਵੀ ਨਾਲੇ ਤਾਂ ਬੇਰੁਜ਼ਗਾਰੀ ਖਤਮ ਹੋ ਜੂ ਤੇ ਨਾਲੇ ਆਪਣਾ ਸ਼ੌਂਕ ਜਿਹੜਾ ਕਬੱਡੀ ਦੇ ਨਾਲ, ਗਰਾਊਂਡ ਦੇ ਨਾਲ ਜਿਹੜਾ ਜੁੜਿਆ ਵਾ। ਕਮੈਂਟਰੀ ਆ ਜਿਹੜੀ ਤੁਹਾਡੇ ਘਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ? ਨਹੀਂ ਜੀ, ਸ਼ੌਂਕ ਪੂਰਾ ਹੁੰਦਾ ਤੇ ਲੋੜਾਂ ਉਹਨੀਆਂ ਨਹੀਂ ਪੂਰੀਆਂ ਹੋਈਆਂ ਹਲੇ। ਘਰ ਦੇ ਹਾਲਾਤ ਕਿਹੋ ਜਿਹੇ? ਘਰ ਦੇ ਹਾਲਾਤ ਤਾਂ ਬਿਲਕੁਲ ਨਾਜ਼ੁਕ ਆ ਵੀਰੇ, ਤੁਹਾਨੂੰ ਦੱਸ ਨਹੀਂ ਸਕਦੇ ਕਿ ਤੁਸੀਂ ਆਪ ਦੇਖਿਆ ਪਹਿਲਾਂ ਵੀ ਮੇਰਾ ਕਦੇ ਮੌਕਾ ਮਿਲਿਆ ਜਾਂ ਕਿਸੇ ਨੇ ਬਾਹ ਫੜੀ ਵੀ ਆ ਜਾਓ ਭਾਈ ਤੁਹਾਨੂੰ ਅਸੀਂ ਬਾਹਰ ਆ ਜਿਹੜਾ ਇੱਕ ਕਮੈਂਟੇਟਰ ਦੇ ਤੌਰ ਤੇ ਲੈ ਕੇ ਜਾਂਦੇ ਆ ਜਾਂ ਤੁਹਾਨੂੰ ਇੰਪਰੂਵ ਕਰਦੇ? 2010 ਦੇ ਵਿੱਚ ਇੱਕ ਵਾਰੀ ਮੌਕਾ ਮਿਲਿਆ ਸੀ, ਉਸ ਤੋਂ ਬਾਅਦ ਕੋਈ ਇੰਨਾ ਖਾਸ ਮੌਕਾ ਨਹੀਂ ਮਿਲਿਆ। ਸੰਘਰਸ਼ ਦੇ ਵਿੱਚ ਖਾਸਾ ਟਾਈਮ ਰਹੇ, ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ, ਤਿਹਾੜ ਜੇਲ੍ਹ 'ਚ ਵੀ ਰਹਿਣਾ ਪਿਆ, ਤੁਹਾਡੇ ਤੇ ਇੱਕ ਪਰਚਾ ਵੀ ਦਰਜ। ਪੂਰਾ ਕਾਰਨ ਕੀ ਸੀਗਾ, ਕਿਵੇਂ ਉਹ ਜਿਹੜਾ ਇਨਸੀਡੈਂਟ ਉਹ ਵਾਪਰਿਆ? ਉਸ 26 ਜਨਵਰੀ ਨੂੰ ਬਿਲਕੁਲ ਅਸੀਂ ਜਿਹੜੀ ਪਰੇਡ ਦੇ ਵਿੱਚ, ਜਿਵੇਂ ਕਿ ਕਹਿੰਦੇ ਜਵਾਨਾਂ ਦੀ ਪਰੇਡ ਪਹਿਲਾਂ ਹੋ ਕੇ ਹਟੀ ਸੀ, ਸਾਨੂੰ ਇਦਾਂ ਸੀਗਾ ਵੀ ਜਿਸ ਤਰ੍ਹਾਂ ਜਵਾਨਾਂ ਨੂੰ ਰਿਸਪੈਕਟ ਮਿਲੀ ਆ, ਕਿਉਂਕਿ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ, ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਰਿਸਪੈਕਟ ਮਿਲੇਗੀ। ਸਟੇਜ ਦੇ ਉੱਤੇ ਚੜ੍ਹ ਕੇ ਮੇਰੇ ਪੇਜ ਦੇ ਉੱਤੇ ਮੇਰਾ ਖਿਆਲ ਆ ਵੀ ਪਿਆ ਵੀ ਹੋਣਾ ਹੈ ਉਹ ਵੀਡੀਓ, ਜੋ ਮੈਂ ਕਹਿ ਰਿਹਾ ਸੀ ਪੁਲਿਸ ਨੂੰ, ਕਹਿ ਰਿਹਾ ਸੀ ਸਟੇਜ ਦੇ ਉੱਤੇ, ਬਈ ਅਸੀਂ ਤੁਹਾਡੇ ਵਰਗੇ ਹੀ ਹਾਂ, ਅਸੀਂ ਕੋਈ ਗਲਤ ਇਨਸਾਨ ਨਹੀਂ, ਆਮ ਕਿਸਾਨਾਂ ਦੇ ਪੁੱਤਰ ਹਾਂ, ਅਸੀਂ ਤੁਹਾਡੇ ਵਰਗੇ ਹੀ ਹਾਂ, ਸਾਡੇ ਨਾਲ ਬੱਚੇ ਆ, ਸਾਡੇ ਨਾਲ ਬਜ਼ੁਰਗ ਹੈ, ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜੇ ਤੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਨਾ ਕਰੋ। ਅਰੈਸਟ ਹੋਣ ਤੋਂ ਬਾਅਦ ਤੁਹਾਡੇ ਤੇ ਕਿਸੇ ਕਿਸਮ ਦਾ ਪੁਲਿਸ ਨੇ ਕੋਈ ਧੱਕੇ? ਨਹੀਂ, ਉਹਨੂੰ ਯਾਨੀ ਕਿ ਬੱਚਾ ਹੈ ਤੇ ਉਹਨੂੰ ਬਚਾਉਣ ਦੀ ਖਾਤਰ ਅਸੀਂ ਰਿਪੋਰਟ ਲਿਖਾਉਣ ਗਏ ਸੀ ਵੀ ਉਸ ਬੱਚੇ ਨੂੰ, ਪਰ ਸਾਨੂੰ ਉੱਥੇ ਹੀ ਕਿਡਨੈਪ ਕਰਕੇ ਪਤਾ ਨਹੀਂ ਕਿਹੜੇ ਥਾਣਿਆਂ 'ਚ ਘੁਮਾਇਆ ਫਿਰ ਸਾਨੂੰ। ਤਿਹਾੜ ਜੇਲ੍ਹ ਦੇ ਵਿੱਚ ਉੱਥੇ ਜਿਹੜਾ ਪ੍ਰਬੰਧਕ ਸੀ ਉਸ ਜੇਲ੍ਹ ਦੇ, ਉਹਨਾਂ ਦਾ ਸਲੂਕ ਕਿਵੇਂ ਦਾ ਸੀ? ਨਹੀਂ, ਪ੍ਰਬੰਧਕ ਪਹਿਲਾਂ ਤਾਂ ਬਿਲਕੁਲ ਹੀ ਨਾ ਕੀ ਲੈਂਦੇ, ਤੁਹਾਨੂੰ ਪਤਾ ਵੀ ਰੋਟੀ ਪਾਣੀ ਜੇਲ੍ਹ ਦਾ ਤਾਂ ਯਾਨੀ ਕਿ ਆਪਾਂ ਕਿਹੜਾ ਉਸ ਦਾ ਕੋਈ ਜੌਬ ਕਰਦੇ ਹੁੰਦੇ ਆ ਜਾਂ ਕੋਈ ਪਿਕਨਿਕ ਤੇ ਗਿਆ, ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਆ। ਉਹਨਾਂ ਨੇ ਰੋਟੀ ਪਾਣੀ ਦਾ ਮਾਹੌਲ ਜਿਹੜਾ ਬਿਲਕੁਲ ਨਹੀਂ ਸੀ ਚੰਗਾ। ਜਿਹੜੇ ਬਰਤਨ ਸੀ, ਸਾਨੂੰ ਉਹਨਾਂ ਬਰਤਨਾਂ ਦੇ ਵਿੱਚ ਕੁਛ ਆਮ ਬੰਦਾ ਦਾ ਖਾਣਾ, ਮੇਰੇ ਖਿਆਲ ਕੁੱਤੇ ਨਹੀਂ ਖਾ ਸਕਦੇ ਬਾਹਰਲੇ ਤਾਂ, ਜਿਹਨਾਂ ਅਸੀਂ ਖਾਣ ਲਈ ਮਜਬੂਰ ਸੀਗੇ ਉੱਥੇ। ਉਹ ਫਲਸ਼ਾਂ ਦੇ ਵਿੱਚ ਉੱਦਾਂ ਹੀ ਕੋਲੇ ਬਹਿ ਕੇ ਖਾਣਾ ਵਗੈਰਾ ਖਾਣਾ, ਜਾਂ ਮਨ ਦੇ ਵਿੱਚ ਇੱਦਾਂ ਲੱਗਣਾ, ਕਈ ਬੰਦੇ ਜਾਨੂੰ ਟਾਰਗੇਟ ਕਰਦੇ ਹੁੰਦੇ ਸੀ ਵੀ ਤੁਹਾਡੇ ਪਰਿਵਾਰ ਪਿੱਛੇ ਮਾਰ ਦਿੱਤੇ ਗਏ ਆ, ਤੁਸੀਂ ਬਸ ਖਤਮ ਆ, ਸਾਰੀ ਜ਼ਿੰਦਗੀ ਤੁਹਾਡੀ ਇੱਥੇ ਨਹੀਂ। ਜਿਹੜੇ ਇਹ ਕੇਸ ਹੋਏ ਸੀ ਜਿਹਨਾਂ ਨੂੰ ਜੇਲ੍ਹ 'ਚ ਰਹਿਣਾ ਪਿਆ, ਕੋਈ ਸਾਰ ਲਈ ਕਿਸੇ ਨੇ ਪੁੱਛਿਆ? ਮਾਲੀ ਮਦਦ ਦੇ ਤੌਰ ਤੇ ਦੇ ਕੇ ਗਏ ਸੀ, ਬਲਕਿ ਉਸ ਤੋਂ ਬਾਅਦ ਵੱਡੀਆਂ ਮੈਨੂੰ ਸ਼ਰਮਿੰਦਾ ਹੋਣਾ ਪਿਆ ਵੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਜੇ ਪੰਜਾਬੀਆਂ ਦੀ ਮਾਂ ਖੇਡ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਜਦੋਂ ਗੱਲ ਕਰਦੇ ਆ ਤਾਂ ਕਬੱਡੀ ਅੱਜ ਮਿੱਟੀ 'ਚੋਂ ਖੇਡਣ ਵਾਲੀ ਖੇਡ ਆ ਜਿਹੜੀ ਅੱਜ ਕਰੋੜਾਂ 'ਚ ਖੇਡੀ ਜਾਂਦੀ ਹੈ। ਕਬੱਡੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਵੱਡੇ ਇਨਾਮ ਆ ਜਿਹੜੇ ਕਬੱਡੀ ਖਿਡਾਰੀਆਂ ਨੂੰ ਮਿਲਦੇ ਆ, ਤੇ ਪਰ ਇਸ ਖੇਡ ਨੂੰ ਰੋਚਕ ਬਣਾਉਣ ਵਾਲੇ ਜਿਹੜੇ ਕਮੈਂਟੇਟਰ ਨੇ, ਜਾਂ ਆਪਾਂ ਕਹਿ ਲਈਏ ਕਿ ਇਸ ਖੇਡ ਦੇ ਵਿੱਚ ਇੱਕ ਆਪਣੀ ਆਵਾਜ਼ ਰਾਹੀਂ ਜਾਨ ਫੂਕਣ ਵਾਲੇ ਜਿਹੜੇ ਲੋਕ ਨੇ, ਜਿਹੜੇ ਕਿ ਕਮੈਂਟਰੀ ਕਰਦੇ ਆ, ਉਸ ਖੇਡ ਦਾ ਵਿਆਖਿਆ ਕਰਦੇ ਆ, ਉਹ ਅੱਜ ਕਿੱਥੇ ਖੜੇ ਆ? ਅੱਜ ਇਸੇ ਮਾਂ ਖੇਡ ਦਾ ਇੱਕ ਕਮੈਂਟੇਟਰ ਸਾਡੇ ਨਾਲ ਮੌਜੂਦ ਆ। ਸੋ ਮੇਰੀ ਮੁਰਾਦ ਆ ਜਸਵਿੰਦਰ ਸਿੰਘ ਆਸਾ ਬੁੱਟਰ। ਇਹ ਉਹ ਨੌਜਵਾਨ ਆ ਜਿਹੜਾ ਕਿ ਦਿੱਲੀ ਤੇ ਸੰਘਰਸ਼ ਦੇ ਵਿੱਚ ਵੀ ਇਸ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਸੀ, ਤੇ ਕੁਝ ਸਮਾਂ ਇਸ ਨੂੰ ਤਿਹਾੜ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ। ਸੋ ਜਸਵਿੰਦਰ, ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਗੁਰਫਤਿਹ ਜੀ, ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਸਾਰਿਆਂ ਦਾ ਜਸਵਿੰਦਰ ਆਸਾ ਬੁੱਟਰ ਸਤਿਕਾਰ ਕਰਦਾ ਹੈ, ਸਾਰਿਆਂ ਨੂੰ ਗੱਜ ਕੇ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ, ਪਹਿਲਾ ਸਵਾਲ ਇਹੀ ਹੈ, ਪਹਿਲਾਂ ਕਬੱਡੀ ਤੇ ਗੱਲ ਕਰਦੇ ਆਪਾਂ। ਕਬੱਡੀ ਨੇ ਪੰਜਾਬੀਆਂ ਨੂੰ ਬਹੁਤ ਕੁਝ ਦਿੱਤਾ, ਕਿਉਂਕਿ ਸਾਡੀ ਮਾਂ ਖੇਡ ਆ, ਸਾਡੇ ਖੂਨ ਦੇ ਵਿੱਚ ਇਹ ਖੇਡ ਆ। ਜਦੋਂ ਜੰਮਦਾ ਬੱਚਾ ਤਾਂ ਜਦੋਂ ਪਹਿਲੀ ਖੇਡ ਖੇਡਦਾ ਜਾਂ ਖੇਡਣ ਲੱਗਦਾ ਤਾਂ ਕਬੱਡੀ ਕਰਕੇ ਜਿਹੜਾ ਖੇਡਣਾ ਸ਼ੁਰੂ ਕਰਦਾ। ਖਿਡਾਰੀਆਂ ਨੂੰ ਬਹੁਤ ਕੁਝ ਮਿਲਿਆ, ਹਾਲਾਂਕਿ ਖਿਡਾਰੀਆਂ ਦੀ ਸਥਿਤੀ ਮਾੜੀ ਵੀ ਹੈਗੀ ਆ, ਬਹੁਤ ਸਾਰੇ ਖਿਡਾਰੀ ਜਿਹੜੇ ਅਣਗੌਲੇ ਵੀ ਹੋਏ ਆ, ਪਰ ਕਮੈਂਟੇਟਰਾਂ ਦੀ ਸਥਿਤੀ ਕੀ ਆ? ਕਮੈਂਟੇਟਰ ਆ ਜਿਹੜੇ ਇਸ ਕਬੱਡੀ ਦਾ ਵਿਖਿਆਨ ਕਰਨ ਵਾਲੇ ਆ, ਉਹ ਕਿੱਥੇ ਜੇ ਖੜੇ ਆ? ਕਮੈਂਟੇਟਰ ਵੀਰ
ਦਰਮਿਆਨੀਆਂ ਜਿਹੀਆਂ ਗੱਲਾਂ ਨੇ। ਜਿਸ ਤਰ੍ਹਾਂ ਕਬੱਡੀ ਦੇ ਖਿਡਾਰੀ ਕੁਝ ਗਿਣਵੇਂ ਚੁਣਵੇਂ ਹੀ ਜਿਸ ਤਰ੍ਹਾਂ ਮਸ਼ਹੂਰ ਹੋ ਕੇ ਦੇ ਟੌਪ ਤੇ ਚਲੇ ਗਏ, ਉਹ ਆਪਣੇ ਆਪ ਦਾ ਵਿਕਾਸ, ਉਸੇ ਤਰ੍ਹਾਂ ਕਮੈਂਟੇਟਰ ਕੁਝ 1-2 ਨਾਮ ਜਾਂ 2-4 ਨਾਮ ਜਿਹੜੇ ਉਹ ਅਪ ਕਰ ਚੁੱਕੇ ਆ, ਪਰ ਉਸ ਤੋਂ ਇਲਾਵਾ ਜਿੰਨੇ ਵੀ ਅਨਾਉਂਸਰ ਨੇ ਉਹ ਬਿਲਕੁਲ ਉੱਥੇ ਹੀ ਦਰਮਿਆਨੀ ਯਾਨੀ ਕਿ ਆਪਣੀ ਜ਼ਿੰਦਗੀ ਬਸਰ ਕਰ ਰਹੇ ਆ। ਤੁਹਾਨੂੰ ਜਿਹੜਾ ਹੈਗਾ ਜਿਹੜਾ ਤੁਸੀਂ ਕਮੈਂਟਰੀ ਵਾਲੇ ਪਾਸੇ ਆ, ਤੁਸੀਂ ਕਦੋਂ ਮੁੜੇ ਸੀ ਤੇ ਇਹਨੂੰ ਰੁਜ਼ਗਾਰ ਦੇ ਤੌਰ ਤੇ ਇੱਕ ਕਿੱਤੇ ਦੇ ਤੌਰ ਤੇ ਕਦੋਂ ਸਥਾਪਿਤ ਕੀਤਾ? ਦੇਖੋ ਜੀ, ਮੈਂ ਕਬੱਡੀ ਦੇ ਪਹਿਲਾਂ ਥੋੜ੍ਹੀਆਂ ਵਜਨੀ ਕਬੱਡੀ ਖੇਡਦੇ ਸੀਗੇ, ਉਸ ਤੋਂ ਖੇਡਦੇ ਅਸੀਂ ਉਹ ਕੰਦਵਾਲਾ ਪਿੰਡ ਦੇ ਵਿੱਚ ਸੀਗੇ। ਉੱਥੇ ਉਹਨਾਂ ਨੇ ਬੁਲਾਰਾ ਨਹੀਂ ਬੁਲਾਇਆ ਸੀ, ਥੋੜ੍ਹਾ ਬਹੁਤਾ ਮੈਂ ਟੀਮਾਂ ਦੇ ਕੋਲੇ ਸੀ, ਉਹ ਟੀਮਾਂ ਵਾਲਿਆਂ ਨੇ ਇੱਕ ਦੂਜੇ ਨੂੰ ਕਹਿਣ ਦਿੱਤੇ ਸੀ ਹਲੋ ਹਾਏ, ਯਾਨੀ ਮੈਂ ਇੱਕ ਦੇ ਉੱਤੇ ਪਹਿਲੀ ਸ਼ੁਰੂਆਤ ਉਹ ਕੰਦਵਾਲਾ ਦੇ ਵਿੱਚ ਕੀਤੀ। ਤੇ ਜਦੋਂ ਥੋੜ੍ਹੀ ਬਹੁਤੀ ਘਰ ਦੇ ਵਿੱਚ, ਤੁਹਾਨੂੰ ਵੀ ਪਤਾ ਵੀ ਬੇਜ਼ਮੀਨਾ ਜ਼ਿਮੀਂਦਾਰ ਹੋਵੇ, ਜਿਵੇਂ ਉਹਨਾਂ ਦੇ ਘਰ ਦੇ ਵਿੱਚ ਕੁਛ ਕੋਈ ਕਮਾਉਣ ਦਾ ਕੋਈ ਸਾਧਨ ਨਾ ਹੋਵੇ, ਕਿਉਂਕਿ ਪੜ੍ਹ ਲਿਖ ਕੇ ਬੇਰੁਜ਼ਗਾਰ ਉੱਦਾਂ ਹੀ ਘੁੰਮਦੇ ਬਹੁਤ ਜ਼ਿਆਦਾ ਫਿਰਦੇ ਆ। ਜਦੋਂ ਕਬੱਡੀ ਦੇ ਵਿੱਚ ਮੈਂ 4 ਸ਼ਬਦ ਬੋਲਿਆ ਤੇ ਉਹਨਾਂ ਨੇ ਮੈਨੂੰ ਥੋੜ੍ਹੀ ਪੇਮੈਂਟ ਅਦਾ ਕੀਤੀ, ਯਾਨੀ ਕਿ 50 ਜਾਂ 100 ਰੁਪਇਆ ਉਸ ਟਾਈਮ ਉਹ ਕੰਦਵਾਲੇ ਪਿੰਡ ਦੇ ਵਿੱਚ। ਉਸ ਚੀਜ਼ ਨੂੰ ਇੱਦਾਂ ਲੱਗਾ ਵੀ ਨਾਲੇ ਤਾਂ ਬੇਰੁਜ਼ਗਾਰੀ ਖਤਮ ਹੋ ਜੂ ਤੇ ਨਾਲੇ ਆਪਣਾ ਸ਼ੌਂਕ ਜਿਹੜਾ ਕਬੱਡੀ ਦੇ ਨਾਲ ਗਰਾਊਂਡ ਦੇ ਨਾਲ ਜਿਹੜਾ ਜੁੜਿਆ ਵਾ ਉਹ ਸ਼ੌਂਕ ਪੂਰਾ ਹੁੰਦਾ ਰਹੂਗਾ। ਤੁਸੀਂ ਮਤਲਬ ਉੱਥੋਂ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਅਨਾਉਂਸਰ ਦੇ ਤੌਰ ਤੇ ਜਾਂ ਕਮੈਂਟਰ ਦੇ ਤੌਰ ਤੇ ਸਥਾਪਿਤ ਕਰਨਾ ਸ਼ੁਰੂ ਕੀਤਾ? ਬਿਲਕੁਲ ਜੀ, ਬਿਲਕੁਲ। ਕਿਉਂਕਿ ਨਾ ਕੀ ਲੈਂਦੇ ਉਸ ਜਗ੍ਹਾ ਦੇ ਉੱਤੇ ਜਦੋਂ ਮੈਂ ਖੜਾ ਸੀ ਉਦੋਂ ਤਾਂ ਮੈਂ ਸਿਰਫ ਦਿਖਾਈ ਦਿੰਦਾ ਸੀ ਮੈਂ ਗਰਾਊਂਡ ਦੇ ਨਾਲ ਜੁੜਨਾ, ਕਿਸੇ ਢੰਗ ਦੇ ਨਾਲ ਜੁੜਨਾ, ਚਾਹੇ ਖੇਡ ਕੇ, ਕਿਉਂਕਿ ਖੇਡਣ ਦੇ ਵਿੱਚ ਇੰਨੀ ਮੁਹਾਰਤ ਹਾਸਲ ਕਿ ਖੁਰਾਕਾਂ ਨਹੀਂ ਉਹ ਜਿਹੀਆਂ ਮਿਲਦੀਆਂ ਸੀ, ਕਿਉਂਕਿ ਜਿਹੜੀਆਂ ਸਾਨੂੰ ਪ੍ਰੈਕਟਿਸ ਦੇ ਲਈ ਲੋੜ ਸੀਗੀ ਖੁਰਾਕ ਦੀ, ਜਾਂ ਕਿ ਜਿਹੜੀ ਆਪਾਂ ਨੂੰ ਖੇਡ ਦੇ ਲਈ ਖੁਰਾਕ ਦੀ ਲੋੜ ਹੁੰਦੀ ਆ, ਘਰ ਦੀਆਂ ਮਜਬੂਰੀਆਂ ਉਹ ਖੁਰਾਕ ਤੋਂ ਦੇਣ ਤੋਂ ਵਾਂਝੀਆਂ ਸਨ। ਇਸੇ ਕਰਕੇ ਗਰਾਊਂਡ ਦੇ ਨਾਲ ਜੁੜਨਾ ਜ਼ਰੂਰੀ ਸੀ ਮੈਨੂੰ। ਗਰਾਊਂਡ ਦੇ ਨਾਲ ਜੁੜ ਕੇ ਮੈਨੂੰ ਬਹੁਤ ਯਾਨੀ ਕਿ ਆਪਦੇ ਆਪ ਨੂੰ ਸਕੂਨ ਮਿਲਦਾ ਸੀ, ਤੇ ਉਹੀ ਜਿਹੜਾ ਸਕੂਨ ਜਿਹੜਾ ਗਰਾਊਂਡ ਦੇ ਨਾਲ ਜੁੜਦਾ ਕਮੈਂਟਰੀ ਵੱਲ ਲੈ ਆਇਆ ਮੈਨੂੰ। ਤੇ ਕਮੈਂਟਰੀ ਅੱਜ ਘਰ ਤੋਰਦੀ ਹੈ ਕਿ ਨਹੀਂ ਤੋਰਦੀ? ਕਮੈਂਟਰੀ ਥੋੜਾ ਬਹੁਤਾ ਘਰ ਤੋਰ, ਸੱਚ ਦੱਸਿਓ। ਬਿਲਕੁਲ। ਕਮੈਂਟਰੀ ਹੈ ਜਿਹੜੀ ਤੁਹਾਡੇ ਘਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ? ਨਹੀਂ ਜੀ, ਸ਼ੌਂਕ ਪੂਰਾ ਹੁੰਦਾ ਤੇ ਲੋੜਾਂ ਉਹਨੀਆਂ ਨਹੀਂ ਪੂਰੀਆਂ ਹੋਈਆਂ ਹਾਲੇ ਤੱਕ। ਬਿਲਕੁਲ, ਕਿਉਂਕਿ ਅਲੱਗ-ਅਲੱਗ ਜਿਵੇਂ ਪਰਿਵਾਰ ਹੈਗਾ ਮੇਰਾ, ਤਾਂ ਪਰਿਵਾਰ ਵੀ ਤੁਹਾਨੂੰ ਪਤਾ ਬਜ਼ੁਰਗ ਆ 3, ਮੇਰੀ ਵਾਈਫ, ਮੇਰਾ ਬੱਚਾ, ਉਸੇ ਧਾਮ ਦੇ ਨਾਲ ਕੁਛ ਨਾ ਕੁਛ ਆਪਦੇ ਤੋਂ ਲੈ ਕੇ ਜਾਣਾ। ਪਰ ਮੇਰਾ ਖਿਆਲ ਹੈ ਵੀ ਥੋੜਾ ਬਹੁਤਾ ਜਿਹੜਾ ਕਿ ਆਮ ਘਰੇਲੂ ਚੀਜ਼ਾਂ ਦੀ ਉਹ ਲੋੜ ਪੂਰੀ ਹੁੰਦੀ ਹੈ, ਦੂਜਾ ਨਾਮੁਮਕਿਨ ਹੈ। ਅੱਜ ਬਹੁਤ ਸਾਰੇ ਕੱਪ ਆ ਜਿਹੜੇ ਵਿਦੇਸ਼ਾਂ 'ਚ ਹੋ ਰਹੇ ਆ, ਬਹੁਤ ਸਾਰੇ ਕੱਪ। ਕਬੱਡੀ ਜਿਹੜੀ ਇਕੱਲੀ ਇਸ ਧਰਤੀ ਤੇ ਨਹੀਂ ਖੇਡੀ ਜਾਂਦੀ, ਪੰਜਾਬ ਦੀ ਧਰਤੀ ਤੇ ਨਹੀਂ ਖੇਡੀ ਜਾਂਦੀ, ਵਿਦੇਸ਼ਾਂ ਦੀ ਧਰਤੀ ਤੇ ਕਬੱਡੀ ਦਾ ਨਾਮ ਹੈ। ਵੱਡੇ ਵੱਡੇ ਕੱਪ ਆ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਹੋ ਰਹੇ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਕੱਪ ਹੋ ਰਹੇ ਆ। ਕਦੇ ਮੌਕਾ ਮਿਲਿਆ ਜਾਂ ਕਿਸੇ ਨੇ ਬਾਂਹ ਫੜੀ ਵੀ ਆ ਜਾਓ ਭਾਈ, ਤੁਹਾਨੂੰ ਅਸੀਂ ਬਾਹਰ ਆ ਜਿਹੜਾ ਇੱਕ ਕਮੈਂਟੇਟਰ ਦੇ ਤੌਰ ਤੇ ਲੈ ਕੇ ਜਾਂਦੇ ਆ, ਜਾਂ ਤੁਹਾਨੂੰ ਅਪਰੋਚ ਕਰਦੇ? 2010 ਦੇ ਵਿੱਚ ਇੱਕ ਵਾਰੀ ਮੌਕਾ ਮਿਲਿਆ ਸੀ, ਉਸ ਤੋਂ ਬਾਅਦ ਕੋਈ ਇੰਨਾ ਖਾਸ ਮੌਕਾ ਨਹੀਂ ਮਿਲਿਆ। ਕੈਨੇਡਾ ਦੇ ਵਿੱਚ ਚਲੇ ਗਏ ਸੀਗੇ, ਮੇਜਰ ਬਰਾੜ ਹੋਰਾਂ ਨੇ ਜਾਂ ਜਲੰਧਰ ਸਿੰਘ ਸਿੱਧੂ ਹੋਰਾਂ ਨੇ ਉਸ ਟਾਈਮ ਮੈਨੂੰ ਪ੍ਰਮੋਟ ਕੀਤਾ ਸੀ ਥੋੜਾ ਬਹੁਤ। ਉਸ ਤੋਂ ਬਾਅਦ ਪਤਾ ਨਹੀਂ ਜੋ ਕਹਿੰਦੇ ਕਿਸਮਤ ਦੇ ਵਿੱਚ ਲਿਖਿਆ ਹੁੰਦਾ, ਯਾਨੀ ਕਿ ਉਸ ਤੇ ਆ ਕੇ ਬਹੁਤ ਸਟਰਗਲ ਬਹੁਤ ਕੀਤਾ। ਪਰ ਜਦੋਂ ਮੈਂ ਵਾਪਸ ਕੈਨੇਡਾ ਤੋਂ ਆਇਆ 2011 ਦੇ ਵਿੱਚ, ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ। 4 ਅਕਤੂਬਰ ਨੂੰ ਸ਼ਾਮ ਨੂੰ 4:32 5 ਅਕਤੂਬਰ ਨੂੰ ਉਹਦਾ ਸੰਸਕਾਰ ਕੀਤਾ ਗਿਆ। ਜਦੋਂ ਮੈਂ ਵਾਪਸ ਸੀ ਸਤੰਬਰ ਦੇ ਮੇਰਾ ਖਿਆਲ 26 ਤਰੀਕ ਨੂੰ ਵਾਪਸ ਮੁੜਿਆ ਸੀ, ਅਕਤੂਬਰ ਦੀ। ਉਸ ਤੋਂ ਬਾਅਦ ਮੈਨੂੰ ਗਰਾਊਂਡ ਦੇ ਨਾਲੋਂ ਟੁੱਟ ਚੁੱਕਿਆ ਸੀ, ਮੈਂ ਆਪਣੇ ਆਪ ਦੇ ਟੁੱਟ ਚੁੱਕਿਆ ਸੀ। ਕੁਝ ਜ਼ਿਆਦਾ ਮੈਨੂੰ ਧਿਆਨ ਕਬੱਡੀ ਵੱਲ ਹੈ ਨਹੀਂ ਸੀਗਾ, ਕਿਉਂਕਿ ਜਦੋਂ ਮੈਂ ਗਰਾਊਂਡ ਦੇ ਵਿੱਚ ਵੜਦਾ ਸੀਗਾ ਉਦੋਂ ਇੱਦਾਂ ਲੱਗਦਾ ਸੀਗਾ ਮੇਰੇ ਭਰਾ ਦੀ ਅੱਖਾਂ, ਯਾਨੀ ਕਿ ਉਸ ਚੀਜ਼ ਆ, ਕਿਉਂਕਿ ਦੋਵੇਂ ਅਸੀਂ ਖੇਡਦੇ ਹੁੰਦੇ ਸੀਗਾ ਗਰਾਊਂਡ ਦੇ ਵਿੱਚ, ਉਹ ਕਦੇ ਕੁਛ ਉਹ ਚੀਜ਼ਾਂ ਖਿਆਲਾਤ ਮੇਰਾ ਪਿੱਛਾ ਨਹੀਂ ਛੱਡਦੇ ਸੀਗੇ। ਉਸੇ ਤਰ੍ਹਾਂ ਗਰਾਊਂਡ ਤੋਂ ਥੋੜ੍ਹਾ ਜਿਹਾ ਮੈਂ ਦੂਰ ਚਲਾ ਗਿਆ ਸੀਗਾ। ਇਸੇ ਕਾਰਨ ਮੈਂ ਥੋੜ੍ਹਾ ਜਿਹਾ ਗਰਾਊਂਡਾਂ ਤੋਂ ਜਾਂ ਕੋਈ ਮੇਰਾ ਕੋਈ ਜਿਹੜਾ ਕਮਿਊਨੀਕੇਸ਼ਨ ਸੀ ਉਹ ਟੁੱਟ ਗਿਆ ਸੀਗਾ। ਫਿਰ ਦੂਰ ਚਲਾ ਗਿਆ ਸੀਗਾ ਗਰਾਊਂਡ 'ਚੋਂ, ਫਿਰ ਵਾਪਸ ਹੀ ਆ ਗਿਆ। ਫਿਰ ਹੁਣ ਉਸ ਤੋਂ ਬਾਅਦ ਤੁਸੀਂ ਟਰਾਈ ਕੀਤਾ ਕਿਤੇ, ਕਿਸੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਜਾਣ ਬਾਰੇ ਜਾਂ ਹੋਰ? ਹਾਂਜੀ, ਦੇਖੋ ਜਾਣ ਬਾਰੇ ਹਰ ਇੱਕ ਕੋਸ਼ਿਸ਼ ਮੈਂ ਆਪਦੀ ਜਾਰੀ ਹੁੰਦੀ ਹੈ, ਯਾਨੀ ਕਿ ਉਹਦੀ ਰਹਿਮਤ, ਉਹਦੀ ਕੋਸ਼ਿਸ਼ ਮੇਰੀ ਜਾਰੀ ਹੈ, ਰਹਿਮਤ ਉਹ ਕਰੇਗਾ ਕਿਸੇ ਨਾ ਕਿਸੇ ਦਿਨ। ਵੀ ਹਰ ਇੱਕ ਕੋਸ਼ਿਸ਼ ਅਲੱਗ-ਅਲੱਗ, ਅੱਜ ਤੁਹਾਨੂੰ ਪਤਾ ਵੀ ਜ਼ਿਆਦਾ ਕੁਛ ਚੱਲ ਰਹੇ ਆ, ਬਹੁਤ ਜ਼ਿਆਦਾ ਕੋਸ਼ਿਸ਼ ਹੋ ਰਹੀ ਆ, ਹੈ ਨਾ। ਤੇ ਉਸੇ ਕੋਸ਼ਿਸ਼ ਨੂੰ ਜਾਰੀ ਰੱਖਦਾ ਮੈਂ, ਕਿਉਂਕਿ ਹਜੇ ਤੱਕ ਮੇਰਾ ਫਿਲਹਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਬਾਤ ਬਣੀ। ਇੱਕ ਹੋਰ ਜਿਹੜਾ ਸਵਾਲ ਇੱਥੇ ਆਉਂਦਾ ਹੈ ਕਿ ਤੁਸੀਂ ਦਿੱਲੀ ਦੇ ਸੰਘਰਸ਼ ਦੇ ਵਿੱਚ, ਹਾਂਜੀ ਸੰਘਰਸ਼ ਦੇ ਵਿੱਚ ਖਾਸਾ ਟਾਈਮ ਰਹੇ, ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ, ਸਾਰੇ ਪੰਜਾਬੀਆਂ ਨੇ ਪਾਇਆ। ਬਿਲਕੁਲ ਜੀ, ਪਰ ਲਾਲ ਕਿਲੇ ਤੇ ਜਿਹੜਾ ਘਟਨਾਕ੍ਰਮ ਵਾਪਰਿਆ ਉਸ ਕਰਕੇ ਤੁਹਾਨੂੰ ਤਿਹਾੜ ਜੇਲ੍ਹ 'ਚ ਵੀ ਰਹਿਣਾ ਪਿਆ, ਤੁਹਾਡੇ ਤੇ ਇੱਕ ਪਰਚਾ ਵੀ ਦਰਜ ਹੋਇਆ। ਬਿਲਕੁਲ ਜੀ, ਬਿਲਕੁਲ। ਉਹਦੇ ਬਾਰੇ ਥੋੜਾ ਦਰਸ਼ਕਾਂ ਨੂੰ ਦੱਸੋ ਕਿ ਉਹ ਪੂਰਾ ਕਾਰਨ ਕੀ ਸੀਗਾ, ਕਿਵੇਂ ਉਹ ਜਿਹੜਾ ਇਨਸੀਡੈਂਟ ਉਹ ਵਾਪਰਿਆ?
ਦੇਖੋ ਜੀ, ਅਸੀਂ ਰੋਜ਼ਮਰਾ ਦੀ ਨਾਗਰਿਕ ਅਸੀਂ ਉਹ ਅੰਦੋਲਨ ਦੇ ਵਿੱਚ ਸੀਗੇ, ਉਸ ਵਿੱਚ ਕੋਈ ਨਹੀਂ, ਕਿਉਂਕਿ ਹਰ ਇੱਕ ਪੰਜਾਬੀ, ਹਰ ਇੱਕ ਕਿਸਾਨ, ਜ਼ਰੂਰੀ ਨਹੀਂ ਇਕੱਲਾ ਪੰਜਾਬੀ ਸੀ, ਉਹ ਭਾਰਤ ਦੇ ਵਿੱਚੋਂ ਜਿੰਨੇ ਵੀ ਕਿਸਾਨ ਵੀਰ ਸੀਗੇ, ਉਹਨਾਂ ਦੇ ਮਨਾਂ ਦੇ ਵਿੱਚ ਸੀਗਾ ਵੀ ਉਹ ਸਰਕਾਰ ਦੇ ਖਿਲਾਫ ਕੋਈ ਨਹੀਂ ਗੱਲ ਗਤੀਵਿਧੀ ਸੀ। ਸਰਕਾਰ ਦੀ ਜਿਹੜੀ ਨੀਤੀ, ਸਰਕਾਰ ਦੇ ਜਿਹੜੇ ਕਾਨੂੰਨ ਆ ਨਾ, ਜਿਹੜੇ ਬੇਮਤਲਬੀ ਯਾਨੀ ਕਿ ਜਿਹੜੇ ਥੋਪੇ ਜਾ ਰਹੇ ਸੀ, ਉਹਨਾਂ ਦੇ ਖਿਲਾਫ ਉਹ ਪ੍ਰਦਰਸ਼ਨ ਹੋ ਰਿਹਾ ਸੀ, ਤੇ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਅਸੀਂ ਵੀ ਉਸ ਸੇਵਾ ਭਾਵਨਾ ਦੇ ਨਾਲ ਗਏ ਹੋਏ ਸੀਗੇ। ਤੇ ਇੱਕ ਦਰਸ਼ਕਾਂ ਨੂੰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਉਹ ਨੌਜਵਾਨ ਆ ਜਿਹੜਾ ਬੇਜ਼ਮੀਨ ਆ, ਇਹਦੇ ਕੋਲ ਆਪਣੇ ਕੋਲ ਜ਼ਮੀਨ ਨਹੀਂ ਹੈ, ਪਰ ਜ਼ਮੀਨਾਂ ਨੂੰ ਬਚਾਉਣ ਵਾਸਤੇ ਇਹ ਨੌਜਵਾਨ ਸੰਘਰਸ਼ ਵਾਸਤੇ ਦਿੱਲੀ ਪਹੁੰਚਿਆ ਸੀ। ਜੇਲ੍ਹ 'ਚ ਵੀ ਰਹਿਣਾ ਪਿਆ, ਪਰਚਾ ਵੀ ਦਰਜ ਹੋਇਆ, ਤੇ ਬਹੁਤ ਸਾਰੇ ਸੈਂਟਰ ਦੀਆਂ ਏਜੰਸੀਆਂ ਦੇ ਤਸੀਹੇ ਵੀ ਚੱਲਣੇ ਪਏ। ਹਾਂਜੀ, ਬਿਲਕੁਲ ਜੀ। ਉਸ 26 ਜਨਵਰੀ ਨੂੰ ਬਿਲਕੁਲ ਅਸੀਂ ਜਿਹੜੀ ਪਰੇਡ ਦੇ ਵਿੱਚ, ਜਿਵੇਂ ਕਿ ਕਹਿੰਦੇ ਜਵਾਨਾਂ ਦੀ ਪਰੇਡ ਪਹਿਲਾਂ ਹੋ ਕੇ ਹਟੀ ਸੀ, ਸਾਨੂੰ ਇਦਾਂ ਸੀਗਾ ਵੀ ਜਿਸ ਤਰ੍ਹਾਂ ਜਵਾਨਾਂ ਨੂੰ ਰਿਸਪੈਕਟ ਮਿਲੀ ਆ, ਕਿਉਂਕਿ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ, ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਰਿਸਪੈਕਟ ਮਿਲੇਗੀ ਆਮ ਲੋਕਾਂ ਦੇ ਵੱਲੋਂ। ਜਿਹੜੀ ਆਮ ਆਵਾਮ ਹੈ, ਦਿੱਲੀ ਦੀ ਆਵਾਮ ਰੱਖ ਲਓ ਜਾਂ ਉੱਤਰ ਪਾਸੇ ਹਰਿਆਣੇ ਦੀ ਆਵਾਮ, ਉਹ ਸਾਡਾ ਸਤਿਕਾਰ ਵੀ ਕਰ ਰਹੀ ਸੀ। ਪਰ ਉਸ ਤੋਂ ਨਾਗਲੋਈ ਜਾ ਕੇ ਕੁਛ ਇਹੋ ਜਿਹਾ ਘਟਨਾਕ੍ਰਮ ਬਣਿਆ ਵੀ ਉਸ ਤਰ੍ਹਾਂ ਜਿਹੜੀ ਰਸਤੇ ਸੀਗੇ ਉੱਧਰਲੇ, ਜਿੱਧਰ ਨੂੰ ਰੂਟ ਦਿੱਤਾ ਗਿਆ ਸੀ, ਕਹਿਣ ਦਾ ਭਾਵ ਜਿੱਧਰ ਸਾਨੂੰ ਕਿਹਾ ਗਿਆ ਸੀ ਵੀ ਇਹ ਟਰੈਕਟਰ ਪਰੇਡ ਇੱਧਰ ਨੂੰ ਜਾਣੀ ਆ, ਉਹ ਬਿਲਕੁਲ ਬੰਦ ਕਰ ਦਿੱਤੇ ਗਏ ਸੀ। ਕੁਛ ਉਦੋਂ ਬਾਅਦ ਤਾਂ ਪਤਾ ਨਹੀਂ ਲੱਗਿਆ, ਕਿਉਂਕਿ ਅਥਰੂ ਗੈਸ ਦੇ ਉਹਨਾਂ ਨੇ ਗੋਲੇ ਨਾਗਲੋਈ ਸਟੇਜ ਦੇ ਉੱਤੇ, ਮੈਂ ਖੁਦ ਸਟੇਜ ਦੇ ਉੱਤੇ ਚੜ੍ਹ ਕੇ, ਮੇਰੇ ਪੇਜ ਦੇ ਉੱਤੇ ਮੇਰਾ ਖਿਆਲ ਆ ਵੀ ਪਿਆ ਵੀ ਹੋਣਾ ਹੈ ਉਹ ਵੀਡੀਓ, ਜੋ ਮੈਂ ਕਹਿ ਰਿਹਾ ਸੀ ਪੁਲਿਸ ਨੂੰ, ਕਹਿ ਰਿਹਾ ਸੀ ਸਟੇਜ ਦੇ ਉੱਤੇ, ਬਈ ਅਸੀਂ ਤੁਹਾਡੇ ਵਰਗੇ ਹੀ ਆ, ਅਸੀਂ ਕੋਈ ਗਲਤ ਇਨਸਾਨ ਨਹੀਂ ਆ, ਆਮ ਕਿਸਾਨਾਂ ਦੇ ਪੁੱਤਰ ਆ, ਅਸੀਂ ਤੁਹਾਡੇ ਵਰਗੇ ਹੀ ਆ, ਸਾਡੇ ਨਾਲ ਬੱਚੇ ਆ, ਸਾਡੇ ਨਾਲ ਬਜ਼ੁਰਗ ਹੈ, ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜੇ, ਤੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਨਾ ਕਰੋ ਜਿਸ ਤਰ੍ਹਾਂ ਤੁਸੀਂ ਸਾਨੂੰ। ਤਸ਼ੱਦਦ ਹੋਇਆ ਕਿਸੇ ਤਰ੍ਹਾਂ? ਬਿਲਕੁਲ ਵੀ ਜਾਂ ਥੋੜੀ ਮਤਲਬ ਪੁਲਿਸ ਵੱਲੋਂ ਕੋਈ ਤਸ਼ੱਦਦ ਕੀਤਾ ਗਿਆ? ਬਿਲਕੁਲ ਜੀ, ਤਸ਼ੱਦਦ ਹੋ ਰਹੇ ਸੀ। ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਨਾਗਲੋਈ ਦੇ ਵਿੱਚ, ਉੱਥੇ ਨਾ ਕਿ ਲੈਂਦੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ, ਕੁਝ ਲਾਠੀ ਚਾਰਜ ਵਗੈਰਾ ਵੀ ਹੋ ਰਿਹਾ ਸੀ ਉੱਥੇ। ਅੰਦਰ ਜਦੋਂ ਤੁਹਾਨੂੰ ਅਰੈਸਟ ਕੀਤਾ ਗਿਆ, ਲਾਲ ਕਿਲੇ ਦੀ ਜਿਹੜੀ ਤੁਸੀਂ ਘੇਰਾਬੰਦੀ ਦੇ ਵਿੱਚ ਸੀਗੇ ਜਦੋਂ ਉੱਥੇ ਸੀ, ਅਰੈਸਟ ਹੋਣ ਤੋਂ ਬਾਅਦ ਤੁਹਾਡੇ ਤੇ ਕਿਸੇ ਕਿਸਮ ਦਾ ਪੁਲਿਸ ਨੇ ਕੋਈ ਧੱਕੇ? ਨਹੀਂ ਸਰ, ਮੈਂ ਲਾਲ ਕਿਲੇ ਦੇ ਅੰਡਰ ਵਿੱਚ ਅਸੀਂ ਨਹੀਂ, ਅਸੀਂ ਬੱਚੇ ਨੂੰ ਰਾਤ ਨੂੰ ਇੱਕ ਰਿਪੋਰਟ ਲਿਖਾਉਣ ਗਏ ਸੀ ਬੱਚੇ ਦੀ। ਕੀ ਇਨਸੀਡੈਂਟ ਸੀ, ਉਹ ਕਹਾਣੀ ਦੱਸੋ। ਉਹ ਬੱਚੇ ਦਾ ਇੱਕ ਬੱਚਾ ਸੀਗਾ, ਮੇਰਾ ਖਿਆਲ ਇੱਧਰ ਕੋਟਲੇ ਕਲਾਨੀ ਦਾ ਸੀਗਾ, ਮਾਨਸਾ ਜ਼ਿਲ੍ਹੇ ਦਾ। ਉਹਨੂੰ ਅਸੀਂ ਨਿੱਜੀ ਤੌਰ ਤੇ ਨਹੀਂ ਜਾਣਦੇ ਸੀ, ਆਮ ਤੌਰ ਤੇ ਪੰਜਾਬੀ ਇੱਕ ਦੂਜੇ ਨੂੰ ਜਾਣਦੇ ਵੀ, ਜਦੋਂ ਕੋਈ ਮੁਸੀਬਤ 'ਚ ਹੋਵੇ ਆਪਣੇ ਪੰਜਾਬੀਆਂ ਦੇ ਵਿੱਚ ਜਾਂ ਕੋਈ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਹੈਗੀ ਵੀ ਜਦੋਂ ਇੱਕ ਭਰਾ ਮੁਸੀਬਤ 'ਚ ਹੋਵੇ ਤਾਂ ਦੂਜੇ ਕੋਲੇ ਖੜ ਕੇ ਨਹੀਂ ਦੇਖ ਸਕਦੇ ਉਹਨੂੰ ਚੀਜ਼ ਨੂੰ। ਸਾਨੂੰ ਵੀ ਜਦੋਂ ਮੁਸੀਬਤ 'ਚ ਲੱਗਿਆ, ਸਾਨੂੰ ਬੱਚੇ ਨੇ ਦੱਸਿਆ ਸਾਡਾ ਬੱਚਾ ਗੁੰਮ ਹੋ ਗਿਆ, ਪਤਾ ਨਹੀਂ ਉਹਨੂੰ ਗੋਲੀ ਵੱਜ ਗਈ, ਮਰ ਗਿਆ, ਇਹ ਕਿੱਥੇ ਆ। ਉਸ ਬੱਚੇ ਨੂੰ ਭਾਲਣ ਦੇ ਲਈ ਅਸੀਂ ਗਏ ਸੀ, ਤੇ ਭਾਲਣ ਦੇ ਲਈ ਸਾਡੇ ਮਨ ਦੇ ਵਿੱਚ ਖਿਆਲ ਆਇਆ ਵੀ ਨਾਗਲੋਈ ਥਾਣੇ ਦੇ ਵਿੱਚ ਜਾ ਕੇ ਅਸੀਂ ਰਿਪੋਰਟ ਲਿਖਾਈ, ਦਰਜ ਕਰਾਈਏ। ਅੱਛਾ, ਤੁਸੀਂ ਉਸ ਏਰੀਆ 'ਚ ਹੈ ਹੀ ਨਹੀਂ ਸੀ, ਸਿਰਫ ਤੁਸੀਂ ਰਿਪੋਰਟ ਲਿਖਾਉਣ ਰਿਪੋਰਟ ਲਿਖਾਉਣ ਵਾਸਤੇ ਗਏ ਸੀ, ਕਿਉਂਕਿ ਅਸੀਂ ਰਿਪੋਰਟ ਲਿਖਾਉਣ ਰਾਤ ਨੂੰ 10:30 ਵਜੇ ਗਏ ਇੱਧਰੋਂ ਚੱਲ ਕੇ। ਸਾਡੇ ਜਦੋਂ ਰਿਪੋਰਟ ਲਿਖਾਉਣ ਗਏ ਆ, ਸਾਨੂੰ ਉੱਥੇ ਉਹਨਾਂ ਨੇ ਕਿਹਾ ਵੀ ਆ ਜਾਓ, ਇੱਥੇ ਖੜ ਜਾਓ। ਸਾਨੂੰ ਕਿਸੇ ਨੇ ਇਦਾਂ ਵੀ ਕਿਹਾ ਵੀ ਇਹ ਯਾਰ ਦਿੱਲੀ ਪੁਲਿਸ ਹੈ ਨਾ, ਧਿਜੋ ਨਾ। ਅਸੀਂ ਕਾਹਦੇ, ਯਾਨੀ ਸਾਨੂੰ ਇਦਾਂ ਲੱਗਿਆ ਪੰਜਾਬ ਵਰਗਾ ਹੀ ਮਾਹੌਲ ਹੈ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਅਸੀਂ ਥਾਣਿਆਂ ਦੇ ਵਿੱਚ ਆਮ ਜਦੋਂ ਕੋਈ ਮੁਸੀਬਤ ਪੈਂਦੀ ਹੈ ਬੰਦੇ ਨੂੰ ਕਾਨੂੰਨ ਦਾ ਹੀ ਸਹਾਰਾ ਲੈਣ ਜਾਂਦਾ ਨਾ, ਸਾਨੂੰ ਇਦਾਂ ਲੱਗਿਆ ਵੀ ਸਾਡੇ ਤੇ ਮੁਸੀਬਤ ਆ, ਸਾਡਾ ਕੋਈ ਨਾਲ ਦਾ ਗੁੰਮ ਹੋ ਗਿਆ ਸਾਥੀ, ਉਹਨੂੰ ਯਾਨੀ ਕਿ ਬੱਚਾ ਹੈ, ਤੇ ਉਹਨੂੰ ਬਚਾਉਣ ਦੀ ਖਾਤਰ ਅਸੀਂ ਰਿਪੋਰਟ ਲਿਖਾਉਣ ਗਏ ਸੀ ਵੀ ਉਸ ਬੱਚੇ ਨੂੰ। ਪਰ ਸਾਨੂੰ ਉੱਥੇ ਹੀ ਕਿਡਨੈਪ ਕਰਕੇ ਪਤਾ ਨਹੀਂ ਕਿਹੜੇ ਕਿਹੜੇ ਥਾਣਿਆਂ 'ਚ ਘੁਮਾਇਆ ਫਿਰ ਸਾਨੂੰ। ਕਿੱਦਾਂ ਜਿਹੜੇ ਕੁਛ ਤਸੀਹੇ ਵੀ ਕਹਿੰਦੇ ਸਨ? ਬਿਲਕੁਲ ਜੀ, ਬਿਲਕੁਲ। ਸਾਨੂੰ ਤਸੀਹੇ ਦੇ ਨਾਲ ਨਾਲ ਸਾਨੂੰ ਜਿਹੜੀ ਇੱਕ ਤਰ੍ਹਾਂ ਦੀਆਂ ਸੌਣ ਨਹੀਂ ਦਿੱਤਾ ਜਾਂਦਾ, ਰੋਟੀ ਨਹੀਂ ਦਿੱਤੀਆਂ 2-2 ਦਿਨ ਸਾਨੂੰ ਉੱਥੇ। ਤਕਰੀਬਨ ਇਹ ਗੱਲਾਂ ਹੋਈਆਂ ਸਾਡੇ ਨਾਲ, ਤੇ ਡੰਡੇ ਸੋਟੇ ਵੀ ਸਾਡੇ ਪਏ ਇੱਧਰੋਂ ਗਿੱਟਾਂ ਤੇ, ਕੋਈ ਕੁਝ ਨਗਲੇ ਦੇ ਤੁਹਾਨੂੰ ਦੱਸ ਨਹੀਂ ਸਕਦੇ ਵੀ ਉਹਨਾਂ ਚੀਜ਼ਾਂ ਦੇ ਉੱਤੇ ਵੀ। ਅੱਛਾ, ਇੱਕ ਹੋਰ ਜਿਹੜਾ ਸਵਾਲ ਆ ਖੜਾ ਹੋ ਜਾਂਦਾ ਕਿ ਤਿਹਾੜ ਜੇਲ੍ਹ ਦੇ ਵਿੱਚ ਉੱਥੇ ਜਿਹੜਾ ਪ੍ਰਬੰਧਕ ਸੀ ਉਸ ਜੇਲ੍ਹ ਦੇ, ਉਹਨਾਂ ਨਾਲ ਸਲੂਕ ਕਿਵੇਂ ਦਾ ਸੀਗਾ? ਜੀ, ਪ੍ਰਬੰਧਕ ਪਹਿਲਾਂ ਤਾਂ ਬਿਲਕੁਲ ਜੀ ਨਾ ਕਿ ਲੈਂਦੇ, ਤੁਹਾਨੂੰ ਪਤਾ ਵੀ ਰੋਟੀ ਪਾਣੀ ਜੇਲ੍ਹ ਦਾ ਤਾਂ ਯਾਨੀ ਕਿ ਆਪਾਂ ਕਿਹੜਾ ਉਸ ਦਾ ਕੋਈ ਜੌਬ ਕਰਦੇ ਹੁੰਦੇ ਆ ਜਾਂ ਕੋਈ ਪਿਕਨਿਕ ਤੇ ਗਏ, ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਆ। ਉਹਨਾਂ ਨੇ ਰੋਟੀ ਪਾਣੀ ਦਾ ਮਾਹੌਲ ਜਿਹੜਾ ਬਿਲਕੁਲ ਨਹੀਂ ਸੀ ਚੰਗਾ। ਜਿਹੜੇ ਬਰਤਨ ਸੀ, ਸਾਨੂੰ ਉਹਨਾਂ ਬਰਤਨਾਂ ਦੇ ਵਿੱਚ ਕੁਛ ਆਮ ਬੰਦਾ ਦਾ ਖਾਣਾ, ਮੇਰੇ ਖਿਆਲ ਕੁੱਤੇ ਨਹੀਂ ਖਾ ਸਕਦੇ ਬਾਹਰਲੇ, ਤਾਂ ਜਿਹਨਾਂ ਅਸੀਂ ਖਾਣ ਲਈ ਮਜਬੂਰ ਸੀਗੇ ਉੱਥੇ, ਕਿਉਂਕਿ ਫਲੈਸ਼ਾਂ ਦੇ ਵਿੱਚ ਉੱਦਾਂ ਕੋਲੇ ਬਹਿ ਕੇ ਖਾਣਾ ਵਗੈਰਾ ਖਾਣਾ, ਜਾਂ ਮਨ ਦੇ ਵਿੱਚ ਇੱਦਾਂ ਲੱਗਣਾ। ਕਈ ਬੰਦੇ ਸਾਨੂੰ ਟਾਰਗੇਟ ਕਰਦੇ ਹੁੰਦੇ ਸੀ ਵੀ ਤੁਹਾਡੇ ਪਰਿਵਾਰ ਪਿੱਛੇ ਮਾਰ ਦਿੱਤੇ ਗਏ ਆ, ਤੁਸੀਂ ਬਸ ਖਤਮ ਆ, ਸਾਰੀ ਜ਼ਿੰਦਗੀ ਤੁਹਾਡੀ ਇੱਥੇ ਲੰਘਣੀ ਆ। ਇਦਾਂ ਦੇ ਉੱਥੋਂ ਵਾਲੇ ਬੰਦੇ? ਹਾਂ, ਜੇਲ੍ਹ ਦੇ ਵਿੱਚ ਬੰਦੇ ਸਾਨੂੰ ਇਦਾਂ ਕਰਦੇ ਸੀਗੇ ਸਾਨੂੰ, ਹਾਂ ਵੀ ਸਾਡੇ ਪਰਿਵਾਰ ਤਾਂ ਪਿੱਛੇ ਖਤਮ ਹੋ ਗਏ, ਬਸ ਤੁਸੀਂ ਇੱਥੇ ਹੀ ਆ, ਸਾਰੀ ਜ਼ਿੰਦਗੀ ਤੁਸੀਂ ਇੱਥੇ ਲੱਗਣਾ। ਤੇ ਉਦੋਂ ਐ ਲੱਗਦਾ ਸੀ ਮੈਂਟਲੀ ਅਪਸੈਟ ਹੋ ਰਹੇ ਸੀ ਉਦੋਂ ਵੀ ਪਤਾ ਨਹੀਂ ਕੀ ਹੋ ਗਿਆ ਇੱਥੋਂ ਪਰਿਵਾਰ ਦੀ। ਅੱਛਾ, ਸਭ ਤੋਂ ਵੱਡਾ ਸਵਾਲ ਜਿਹੜਾ ਇਹ ਖੜਾ ਹੋ ਜਾਂਦਾ ਕਿ ਪਰਿਵਾਰ ਦੀ ਮਦਦ ਪਿੱਛੋਂ ਕਿਹਨੇ ਕੀਤੀ? ਕੌਣ ਖੜਿਆ, ਕੌਣ ਨਹੀਂ ਖੜਿਆ? ਕਿਸਾਨ ਅੰਦੋਲਨ ਪੂਰਾ ਹੋਇਆ, ਕਾਨੂੰਨ ਹੈ ਜਿਹੜੇ ਕਾਲੇ ਕਾਨੂੰਨ ਵਾਪਸ ਲੈ ਲਏ ਗਏ, ਉਸ ਤੋਂ ਬਾਅਦ
ਪੂਰੇ ਪੰਜਾਬ ਦੇ ਕਿਸਾਨ ਹੈ ਚਾਈ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਪਰਤੇ, ਪਰ ਜਿਨ੍ਹਾਂ ਲੋਕਾਂ ਤੇ ਕੇਸ ਹੋਏ ਸੀ, ਤੁਹਾਡੇ ਵਰਗੇ ਹੋਰ ਬਹੁਤ ਸਾਰੇ ਸੀ ਜਿਨ੍ਹਾਂ ਦੇ ਉੱਪਰ ਜਿਹੜੇ ਇਹ ਕੇਸ ਹੋਏ ਸੀ, ਜਿਨ੍ਹਾਂ ਨੂੰ ਜੇਲ੍ਹ 'ਚ ਰਹਿਣਾ ਪਿਆ, ਕੋਈ ਸਾਰ ਲਈ ਕਿਸੇ ਨੇ ਪੁੱਛਿਆ? ਨਹੀਂ, ਬਿਲਕੁਲ ਜਿਹੜੇ ਕਿ ਸਾਂਝੇ ਮੋਰਚੇ ਦੇ ਵਕੀਲ ਵਗੈਰਾ ਸੀਗੇ, ਸਾਂਝੇ ਮੋਰਚੇ ਵਾਲੇ ਸੀਗੇ, ਉਹਨਾਂ ਦੇ ਵੱਲੋਂ ਮੇਰੇ ਘਰ ਦੇ ਵਿੱਚ ਮਾਲੀ ਮਦਦ 6100 ਰੁਪਇਆ ਦੇ ਕੇ ਗਏ ਸੀ। 6100 ਰੁਪਇਆ ਮਾਲੀ ਮਦਦ ਦੇ ਤੌਰ ਤੇ ਦੇ ਕੇ ਗਏ ਸੀ। ਬਲਕਿ ਉਸ ਤੋਂ ਬਾਅਦ ਵੱਡੀਆਂ ਮੈਨੂੰ ਸ਼ਰਮਿੰਦਾ ਹੋਣਾ ਪਿਆ ਵੀ ਅਖਬਾਰਾਂ ਦੇ ਉੱਤੇ ਕੱਟਣ ਲਵੇ ਸਾਂਝੇ ਮੋਰਚੇ ਨੇ ਜਸਵਿੰਦਰ ਆਸਾ ਬੁੱਟਰ ਦੀ ਮਦਦ ਕੀਤੀ। ਇਹੋ ਜਿਹੇ ਉਹ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ ਵੀ ਯਾਨੀ ਕਿ ਆਪਾਂ ਕਾਹਦੇ ਲਈ ਗਏ ਸੀ ਉੱਥੇ, ਕਿਉਂਕਿ ਜੇ ਅੱਜ ਕੋਈ ਮਦਦ ਕਰਦਾ ਕੋਈ ਟਾਰਗੇਟ ਤਾਂ ਨਾ ਕਰੀਏ ਆਪਾਂ। ਮਤਲਬ ਤੁਸੀਂ ਉਹ ਤੋਂ ਸੰਤੁਸ਼ਟ ਨਹੀਂ ਸੀ? ਸੰਤੁਸ਼ਟ ਨਹੀਂ ਸੀ ਉਹ ਚੀਜ਼ ਤੋਂ ਵੀ ਯਾਨੀ ਕਿ ਆਪਾਂ ਆਪਣੀ ਕਿਸਾਨੀ ਨੂੰ ਬਚਾਉਣ ਦੀ ਖਾਤਰ ਗਏ ਸੀ। ਜੇ ਮੈਂ ਚੀਜ਼ ਨੂੰ ਆਪਾਂ ਦੱਸ ਥੋੜੀ ਰਹੇ ਸੀ ਵੀ ਆਪਾਂ ਯਾਨੀ ਕਿ ਕਿਸਾਨੀ ਨੂੰ ਬਚਾਉਣ ਦੀ ਖਾਤਰ ਜਾਂ ਕੋਈ ਆਪਾਂ ਕਿਸਾਨੀ ਦੇ ਜਦੋਂ ਕੋਈ ਭੀੜ ਪੈਂਦੀ ਉਹਦੇ ਲਈ ਲੜਾਂਗੇ ਤੇ ਆਪਾਂ ਉਹਦਾ ਮੁੱਲ ਥੋੜੀ ਕਰਨਾ ਵੀ। ਪਰ ਇਹਨਾਂ ਬੰਦਿਆਂ ਨੇ ਇਸ ਤਰ੍ਹਾਂ ਦੀ ਟਾਰਗੇਟ ਕੀਤਾ ਵੀ ਅਖਬਾਰਾਂ ਤੇ ਮੈਂ ਜਦੋਂ ਖਬਰ ਪੜ੍ਹੀ, ਮੇਰੀ ਵਾਈਫ ਨੇ ਮੈਨੂੰ ਦੱਸਤਾ ਸੀਗਾ ਵੀ ਇੱਦਾਂ ਆਪਣੀ ਮਦਦ ਕਰਕੇ ਗਏ ਆ, ਯਾਨੀ 6100 ਸਾਂਝਾ ਮੋਰਚਾ ਦੇ ਕੇ ਗਿਆ ਘਰ। ਤੇ ਉਦੋਂ ਬਾਅਦ ਜਦੋਂ ਮੈਂ ਖਬਰ ਪੜ੍ਹੀ ਐਡੀ ਅਖਬਾਰ ਤੇ ਕਿਸੇ ਦੇ, ਉਦੋਂ ਦੁੱਖ ਲੱਗਿਆ ਥੋੜਾ ਜਿਹਾ। ਜਸਵਿੰਦਰ, ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਇਹਨਾਂ ਚੀਜ਼ਾਂ ਤੋਂ ਵੈਸੇ ਜਿਹੜੀ ਮਦਦ ਆ ਜਿਹੜੀ ਉਹਨਾਂ ਤੋਂ ਸੰਤੁਸ਼ਟੀ ਨਹੀਂ ਹੋਈ, ਕਿਉਂਕਿ ਜਿਹੜੀ ਚੀਜ਼ ਹੋਣੀ ਜ਼ਰੂਰੀ ਸੀਗੀ ਉਹ ਨਹੀਂ ਕੀਤੀ ਗਈ। ਜਸਵਿੰਦਰ, ਕਦੇ ਹੁਣ ਦਿਮਾਗ 'ਚ ਇਹ ਆਉਂਦਾ ਯਾਰ ਵੀ ਮੈਂ ਤਾਂ ਬੇਜ਼ਮੀਨਾ ਸੀ, ਮੇਰੇ ਕੋਲ ਤਾਂ ਜ਼ਮੀਨ ਵੀ ਹੈ ਨਹੀਂ ਸੀ, ਤਾਂ ਮੈਂ ਕਿਉਂ ਉਸ ਮੋਰਚੇ ਦਾ ਹਿੱਸਾ ਬਣਿਆ ਜਾਂ ਮੈਂ ਕਿਉਂ ਇਸ ਪਾਸੇ ਬਗਲ? ਕਦੇ ਇਹ ਚੀਜ਼ ਦਿਮਾਗ 'ਚ ਆਈ ਜਾਂ ਕਦੇ ਐਦਾਂ ਲੱਗਦਾ ਵੀ ਯਾਰ ਗਲਤੀ ਕਰ ਲਈ? ਨਹੀਂ, ਕੋਈ ਗਲਤੀ ਨਹੀਂ ਇੱਦਾਂ ਲੱਗਦਾ, ਕਿਉਂਕਿ ਯਾਰ ਆਪਣੇ ਕੋਲ ਜ਼ਮੀਨ ਨਹੀਂ, ਪਰ ਜਿਹੜੀ ਜ਼ਮੀਨ ਵਾਲਿਆਂ ਦੇ ਦਸਵਾਂ ਦਸਵੰਧ ਕੱਢਦੇ ਆ, ਸਾਡੇ ਕਬੱਡੀ ਦੇ ਉੱਤੇ ਮੇਰਾ ਘਰ ਚੱਲਦਾ, ਉਹ ਦਸਵਾਂ ਦਸਵੰਧ ਕੱਢਦੇ ਜਦੋਂ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ, ਕਿਉਂਕਿ ਮੈਨੂੰ ਉਦੋਂ ਉਸ ਚੀਜ਼ ਦਿਮਾਗ ਦੇ ਵਿੱਚ ਆ ਜਾਂਦੀ ਹੈ ਵੀ ਇਹ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਸਾਡੀ ਫਸਲ ਦੇ ਉੱਤੇ। ਜੇ ਇੱਕ ਫਸਲ ਹੁੰਦੀ ਹੈ ਕਿਸਾਨ ਦੇ ਘਰੇ, ਉਹ ਥੋੜ੍ਹਾ ਬਹੁਤਾ ਟੂਰਨਾਮੈਂਟ ਹੁੰਦੇ ਆ ਦਾਨ ਦੇ ਰੂਪ ਦੇ ਵਿੱਚ, ਦਸਵੰਧ ਦੇ ਰੂਪ 'ਚ ਟੂਰਨਾਮੈਂਟ ਨੂੰ ਪੈਸਾ ਦਿੰਦਾ। ਉਹ ਜਦੋਂ ਪੈਸਾ ਟੂਰਨਾਮੈਂਟ ਵੱਲ ਕਰੇ ਮੈਨੂੰ ਸਾਧਿਆ ਕਿਤੇ ਨਾ ਕਿਤੇ ਤਾਂ ਮੇਰੀ ਘਰੇ ਉਸ ਚੀਜ਼ ਨਾਲ ਜੁੜੀ ਹੈ ਨਾ, ਤੇ ਇਸੇ ਤਰ੍ਹਾਂ ਦੁੱਖ ਮੈਨੂੰ ਕੋਈ ਨਹੀਂ, ਕਿਉਂਕਿ ਮੈਂ ਆਪਣੀ ਕਿਸਾਨੀ ਬਚਾਉਣ ਦੇ ਲਈ ਆਪਣੀ ਯਾਨੀ ਕਿ ਗਿਆ ਸੀਗਾ। ਘਰ ਦੇ ਹਾਲਾਤ ਕਿਹੋ ਜਿਹੇ? ਘਰ ਦੇ ਹਾਲਾਤ ਤਾਂ ਬਿਲਕੁਲ ਨਾਜ਼ੁਕ ਆ ਵੀਰੇ, ਤੁਹਾਨੂੰ ਦੱਸ ਨਹੀਂ ਸਕਦੇ ਕਿ ਤੁਸੀਂ ਆਪ ਦੇਖਿਆ ਪਹਿਲਾਂ ਵੀ ਮੇਰਾ ਕੁਝ ਨਹੀਂ ਇੰਨਾ ਤਮਾਮ ਹੈ ਨਹੀਂ ਕੋਲ। ਮਤਲਬ ਜਿਵੇਂ ਹੁਣ ਟੂਰਨਾਮੈਂਟ ਨਹੀਂ ਹੋ ਰਿਹਾ ਕਿਉਂਕਿ ਇਹ ਵੀ ਸੀਜ਼ਨਲ ਹੈ। ਹਾਂਜੀ। ਤੇ ਫਿਰ ਉਦੋਂ ਬਾਅਦ ਜਦੋਂ ਟੂਰਨਾਮੈਂਟ ਨਹੀਂ ਚੱਲਦੇ ਆ, ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਘਰ ਦਾ ਗੁਜ਼ਾਰਾ ਬਸ ਯਾਰ ਕੋਈ ਥੋੜਾ ਬਹੁਤਾ ਨਾ ਕਿ ਲੈਂਦੇ ਵੀ ਘਰ ਦਾ ਇਧਰੋਂ ਹੱਥ ਲਾ ਕੇ ਜਾਂ ਕੋਈ ਉਹ ਚੀਜ਼ ਦੇ ਨਾਲ ਵੀ ਥੋੜਾ ਬਹੁਤਾ ਘਰੇਲੂ ਕੰਮ ਜਾਂ ਕੋਈ ਦਿਹਾੜੀ ਵਗੈਰਾ ਕਹਿ ਲਈਏ, ਆਮ ਦੋਸਤ ਦੇ ਨਾਲ ਕਿਤੇ ਚੱਲ ਜਾਈਦਾ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ, ਜਾਂ ਕੋਈ ਉਹ ਨਹੀਂ ਦੱਸਦਾ ਇਦਾਂ ਵੀ ਇਹ ਸਾਡੇ ਨਾਲ ਆਇਆ, ਪਰ ਫਿਰ ਵੀ ਕੁਛ ਨਾ ਕੁਛ ਇਦਾਂ ਦਾ ਮਸਲਾ ਬਣਾਉਣੇ ਆ। ਤੁਹਾਡੇ ਜਿਹੜੇ ਧਰਮ ਪਤਨੀ ਜਿਹੜੇ ਹੈਗੇ ਨੇ ਉਹ ਵੀ ਕੰਮਕਾਰ ਕਰਦੇ ਆ ਜਾਂ ਕੀ ਉਹਨਾਂ ਦਾ ਕੀ ਸਿਸਟਮ? ਨਹੀਂ ਜੀ, ਮੇਰੇ ਧਰਮ ਪਤਨੀ ਥੋੜਾ ਬਹੁਤ ਆਪਦਾ ਘਰੇਲੂ ਕੰਮ ਜਿਵੇਂ ਆਮ ਘਰੇਲੂ ਸੁਹਾਣੀਆਂ ਕਰਦੀਆਂ ਨੇ ਉਦਾਂ ਦੀ ਕਰਦੇ ਹੋ। ਮੇਰੇ ਹੈਂਡੀਕੈਪਟ ਹੈ, ਬਜ਼ੁਰਗ ਦੀ ਸੋਟੀ 'ਤੇ ਤੁਰਦੇ ਆ, ਮੇਰਾ ਉਹਦਾ ਐਕਸੀਡੈਂਟ ਦੇ ਨਾਲ ਇੱਕ ਲੱਤ ਨਕਾਰਾ ਉਹਨਾਂ ਦੀ, ਤੇ ਉਹ ਕੰਮ ਨਹੀਂ ਕਰ ਸਕਦੀ ਜ਼ਿਆਦਾ ਕੋਈ ਉੱਦਾਂ ਦੀਆਂ ਗੱਲਾਂ। ਜਸਵਿੰਦਰ, ਕੀ ਕਹਿਣਾ ਚਾਹੋਗੇ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਤੁਹਾਡੀ ਕਮੈਂਟਰੀ ਨੂੰ ਪਿਆਰ ਕਰਦੇ ਆ, ਜਿਹੜੇ ਤੁਹਾਡੇ ਬੋਲੇ ਹੋਏ ਉਹਨਾਂ ਸ਼ਬਦਾਂ ਨੂੰ ਪਿਆਰ ਕਰਦੇ ਆ, ਜਿਹੜੇ ਤੁਸੀਂ ਕਬੱਡੀ ਦੀ ਖੇਡ ਦੌਰਾਨ ਬੋਲਦੇ ਹੋ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਾਂ ਕੀ ਕਹਿਣਾ ਚਾਹੋਗੇ? ਇਹ ਬਸ ਇਹੀ ਸੁਨੇਹਾ ਭਰਾ ਜੀ, ਜੇ ਕੋਈ ਗਲਤੀ ਫਲਤੀ ਹੋਏ ਤਾਂ ਮੈਨੂੰ ਸਾਨੂੰ ਜੇ ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਆ ਸਾਡੇ ਤੋਂ, ਉਹ ਜ਼ਰੂਰ ਮਾਫ ਕਰਿਓ, ਪਰ ਸਾਨੂੰ ਜਿਹੜਾ ਮੌਕਾ ਦਿਓ, ਤਰਸ ਦੇ ਆਧਾਰ ਤੇ ਨੇ, ਕਾਬਲੀਅਤ ਦੇ ਆਧਾਰ ਤੇ ਮੌਕਾ ਦਿਓ। ਸਾਨੂੰ ਨਾ ਕਿ ਲੈਂਦੇ ਤੁਹਾਨੂੰ ਸਾਡਾ ਜਿਹੜਾ ਗਰਾਊਂਡ ਆ, ਸਾਡਾ ਘਰ ਆ ਇੱਕ ਤਰ੍ਹਾਂ ਦਾ, ਤੇ ਉਸੇ ਸਾਡੇ ਪਿਛਲੇ ਘਰ ਨੂੰ ਚਲਾਉਣ ਦੇ ਲਈ ਉਸ ਘਰ ਦੇ ਵਿੱਚ ਸਾਨੂੰ ਕੰਮ ਕਰਨਾ ਜ਼ਰੂਰੀ ਬਣਦਾ ਵੀ ਉਹ ਸਾਨੂੰ ਮੇਰਾ ਉਮੀਦ ਹੈ ਕਿ ਮੇਰੇ ਦਰਸ਼ਕ ਜਿਹੜੇ ਜਾਂ ਰੱਬ ਵਰਗੇ ਸਰੋਤੇ ਆ ਉਹ ਜ਼ਰੂਰ ਮੈਨੂੰ ਮੌਕਾ ਦੇਣ ਦੀ ਕੋਸ਼ਿਸ਼ ਕਰਨਗੇ, ਮਨ ਦੀ ਤਮੰਨਾ ਹੈ। ਸੋ ਇਹ ਸਨ ਜਸਵਿੰਦਰ ਸਿੰਘ ਆਸਾ ਬੁੱਟਰ, ਜਿਨ੍ਹਾਂ ਵੱਲੋਂ ਕਬੱਡੀ ਦੇ ਵਿੱਚ ਯੋਗਦਾਨ, ਵਡਮੁੱਲਾ ਯੋਗਦਾਨ ਹੈ ਜਿਹੜਾ ਪਾਇਆ ਜਾਂਦਾ, ਤੇ ਉਸ ਤੋਂ ਬਾਅਦ ਕਿਸਾਨੀ ਸੰਘਰਸ਼ ਦੀ ਇਹਨਾਂ ਨੇ ਦਾਸਤਾਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਤੀ ਹੈ। ਸਾਡੇ ਵੱਲੋਂ ਇੱਕ ਅਪੀਲ ਜ਼ਰੂਰ ਹੈ ਕਿ ਜਿਹੜੇ ਨੌਜਵਾਨ ਇਸ ਤਰੀਕੇ ਨਾਲ ਕਬੱਡੀ ਨੂੰ ਇਸ ਤਨਦੇਹੀ ਨਾਲ ਪਿਆਰ ਕਰਦੇ ਆ, ਇਸ ਸ਼ਿੱਦਤ ਤੱਕ ਚਾਹੁੰਦੇ ਆ, ਉਹਨਾਂ ਨਾਲ ਸਾਡਾ ਖੜਨਾ ਜ਼ਰੂਰ ਬਣਦਾ, ਉਹਨਾਂ ਦਾ ਸਾਥ ਦੇਣਾ ਜ਼ਰੂਰ ਬਣਦਾ। ਸੋ ਜੋ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਵੀਰ ਇਸ ਵੀਰ ਦੀ ਪੂਰੀ ਦਾਸਤਾਨ ਨੂੰ ਸੁਣ ਰਹੇ ਆ, ਦੇਖ ਰਹੇ ਆ, ਤਾਂ ਇਹਦੀ ਮਦਦ ਜ਼ਰੂਰ ਕਰੋ। ਮਦਦ ਜਿਵੇਂ ਇਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਇਹਨਾਂ ਦੀ ਮਦਦ ਕਰੋ, ਤਾਂ ਜੋ ਇਹ ਆਪਣੇ ਪਿਛਲੇ ਘਰ ਦਾ, ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ। ਧੰਨਵਾਦ। ਪਰ ਕਮੈਂਟੇਟਰਾਂ ਦੀ ਸਥਿਤੀ ਕੀ ਆ? ਕਮੈਂਟੇਟਰ ਆ ਜਿਹੜੇ ਇਸ ਕਬੱਡੀ ਦਾ ਵਿਖਿਆਨ ਕਰਨ ਵਾਲੇ ਆ, ਉਹ ਕਿੱਥੇ ਜੇ ਖੜੇ ਆ?
ਜਦੋਂ ਕਬੱਡੀ ਦੇ ਵਿੱਚ ਮੈਂ 4 ਸ਼ਬਦ ਬੋਲਿਆ ਤੇ ਉਹਨਾਂ ਨੇ ਮੈਨੂੰ ਥੋੜੀ ਪੇਮੈਂਟ ਅਦਾ ਕੀਤੀ, ਯਾਨੀ 50 ਜਾਂ 100 ਰੁਪਇਆ ਉਸ ਟਾਈਮ ਦੁਕਾਨ ਵਾਲੇ ਪਿੰਡ ਦੇ ਵਿੱਚ। ਉਸ ਚੀਜ਼ ਨੂੰ ਇਦਾਂ ਲੱਗਾ ਵੀ ਨਾਲੇ ਤਾਂ ਬੇਰੁਜ਼ਗਾਰੀ ਖਤਮ ਹੋ ਜੂ ਤੇ ਨਾਲੇ ਆਪਣਾ ਸ਼ੌਂਕ ਜਿਹੜਾ ਕਬੱਡੀ ਦੇ ਨਾਲ ਗਰਾਊਂਡ ਦੇ ਨਾਲ ਜਿਹੜਾ ਜੁੜਿਆ ਵਾ। ਕਮੈਂਟਰੀ ਆ ਜਿਹੜੀ ਤੁਹਾਡੇ ਘਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ? ਨਹੀਂ ਜੀ, ਸ਼ੌਂਕ ਪੂਰਾ ਹੁੰਦਾ ਤੇ ਲੋੜਾਂ ਉਹਨੀਆਂ ਨਹੀਂ ਪੂਰੀਆਂ ਹੋਈਆਂ ਹਲੇ। ਘਰ ਦੇ ਹਾਲਾਤ ਕਿਹੋ ਜਿਹੇ? ਘਰ ਦੇ ਹਾਲਾਤ ਤਾਂ ਬਿਲਕੁਲ ਨਾਜ਼ੁਕ ਆ ਵੀਰੇ, ਤੁਹਾਨੂੰ ਦੱਸ ਨਹੀਂ ਸਕਦੇ ਕਿ ਤੁਸੀਂ ਆਪ ਦੇਖਿਆ ਪਹਿਲਾਂ ਵੀ ਮੇਰਾ ਕਦੇ ਮੌਕਾ ਮਿਲਿਆ ਜਾਂ ਕਿਸੇ ਨੇ ਬਾਹ ਫੜੀ ਵੀ ਆ ਜਾਓ ਭਾਈ ਤੁਹਾਨੂੰ ਅਸੀਂ ਬਾਹਰ ਆ ਜਿਹੜਾ ਇੱਕ ਕਮੈਂਟੇਟਰ ਦੇ ਤੌਰ ਤੇ ਲੈ ਕੇ ਜਾਂਦੇ ਆ ਜਾਂ ਤੁਹਾਨੂੰ ਇੰਪਰੂਵ ਕਰ? 2010 ਦੇ ਵਿੱਚ ਇੱਕ ਵਾਰੀ ਮੌਕਾ ਮਿਲਿਆ ਸੀ, ਉਸ ਤੋਂ ਬਾਅਦ ਕੋਈ ਇੰਨਾ ਖਾਸ ਮੌਕਾ ਨਹੀਂ ਮਿਲਿਆ। ਸੰਘਰਸ਼ ਦੇ ਵਿੱਚ ਖਾਸਾ ਟਾਈਮ ਰਹੇ, ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ, ਤਿਹਾੜ ਜੇਲ੍ਹ 'ਚ ਵੀ ਰਹਿਣਾ ਪਿਆ, ਤੁਹਾਡੇ ਤੇ ਇੱਕ ਪਰਚਾ ਵੀ ਦਰਜ। ਪੂਰਾ ਕਾਰਨ ਕੀ ਸੀਗਾ, ਕਿਵੇਂ ਉਹ ਜਿਹੜਾ ਇਨਸੀਡੈਂਟ ਉਹ ਵਾਪਰਿਆ? ਉਸ 26 ਜਨਵਰੀ ਨੂੰ ਬਿਲਕੁਲ ਅਸੀਂ ਜਿਹੜੀ ਪਰੇਡ ਦੇ ਵਿੱਚ, ਜਿਵੇਂ ਕਿ ਕਹਿੰਦੇ ਜਵਾਨਾਂ ਦੀ ਪਰੇਡ ਪਹਿਲਾਂ ਹੋ ਕੇ ਹਟੀ ਸੀ, ਸਾਨੂੰ ਇਦਾਂ ਸੀਗਾ ਵੀ ਜਿਸ ਤਰ੍ਹਾਂ ਜਵਾਨਾਂ ਨੂੰ ਰਿਸਪੈਕਟ ਮਿਲੀ ਆ, ਕਿਉਂਕਿ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ, ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਰਿਸਪੈਕਟ ਮਿਲੇਗੀ। ਸਟੇਜ ਦੇ ਉੱਤੇ ਚੜ੍ਹ ਕੇ ਮੇਰੇ ਪੇਜ ਦੇ ਉੱਤੇ ਮੇਰਾ ਖਿਆਲ ਆ ਵੀ ਪਿਆ ਵੀ ਹੋਣਾ ਹੈ ਉਹ ਵੀਡੀਓ, ਜੋ ਮੈਂ ਕਹਿ ਰਿਹਾ ਸੀ ਪੁਲਿਸ ਨੂੰ, ਕਹਿ ਰਿਹਾ ਸੀ ਸਟੇਜ ਦੇ ਉੱਤੇ, ਬਈ ਅਸੀਂ ਤੁਹਾਡੇ ਵਰਗੇ ਹੀ ਆ, ਅਸੀਂ ਕੋਈ ਗਲਤ ਇਨਸਾਨ ਨਹੀਂ, ਆਮ ਕਿਸਾਨਾਂ ਦੇ ਪੁੱਤਰ ਆ, ਅਸੀਂ ਤੁਹਾਡੇ ਵਰਗੇ ਹੀ ਆ, ਸਾਡੇ ਨਾਲ ਬੱਚੇ ਆ, ਸਾਡੇ ਨਾਲ ਬਜ਼ੁਰਗ ਆ, ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜੇ ਤੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਨਾ ਕਰੋ। ਅਰੈਸਟ ਹੋਣ ਤੋਂ ਬਾਅਦ ਤੁਹਾਡੇ ਤੇ ਕਿਸੇ ਕਿਸਮ ਦਾ ਪੁਲਿਸ ਨੇ ਕੋਈ ਧੱਕੇ? ਨਹੀਂ, ਉਹਨੂੰ ਯਾਨੀ ਕਿ ਬੱਚਾ ਹੈ ਤੇ ਉਹਨੂੰ ਬਚਾਉਣ ਦੀ ਖਾਤਰ ਅਸੀਂ ਰਿਪੋਰਟ ਲਿਖਾਉਣ ਗਏ ਸੀ ਵੀ ਉਸ ਬੱਚੇ ਨੂੰ, ਪਰ ਸਾਨੂੰ ਉੱਥੇ ਹੀ ਕਿਡਨੈਪ ਕਰਕੇ ਪਤਾ ਨਹੀਂ ਕਿਹੜੇ ਥਾਣਿਆਂ 'ਚ ਘੁਮਾਇਆ ਫਿਰ ਸਾਨੂੰ। ਤਿਹਾੜ ਜੇਲ੍ਹ ਦੇ ਵਿੱਚ ਉੱਥੇ ਜਿਹੜਾ ਪ੍ਰਬੰਧਕ ਸੀ ਉਸ ਜੇਲ੍ਹ ਦੇ, ਉਹਨਾਂ ਦਾ ਸਲੂਕ ਕਿਵੇਂ ਦਾ ਸੀ? ਨਹੀਂ, ਪ੍ਰਬੰਧਕ ਪਹਿਲਾਂ ਤਾਂ ਬਿਲਕੁਲ ਹੀ ਨੱਕ ਲੈਂਦੇ, ਤੁਹਾਨੂੰ ਪਤਾ ਵੀ ਰੋਟੀ ਪਾਣੀ ਜੇਲ੍ਹ ਦਾ ਤਾਂ ਯਾਨੀ ਕਿ ਆਪਾਂ ਕਿਹੜਾ ਉਸ ਦਾ ਕੋਈ ਜੌਬ ਕਰਦੇ ਹੁੰਦੇ ਆ ਜਾਂ ਕੋਈ ਪਿਕਨਿਕ ਤੇ ਗਏ, ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਆ। ਉਹਨਾਂ ਨੇ ਰੋਟੀ ਪਾਣੀ ਦਾ ਮਾਹੌਲ ਜਿਹੜਾ ਬਿਲਕੁਲ ਨਹੀਂ ਸੀ ਚੰਗਾ। ਜਿਹੜੇ ਬਰਤਨ ਸੀ ਸਾਨੂੰ, ਉਹਨਾਂ ਬਰਤਨਾਂ ਦੇ ਵਿੱਚ ਕੁਛ ਆਮ ਬੰਦਾ ਦਾ ਖਾਣਾ, ਮੇਰੇ ਖਿਆਲ ਕੁੱਤੇ ਨਹੀਂ ਖਾ ਸਕਦੇ ਬਾਹਰਲੇ ਤਾਂ, ਜਿਹਨਾਂ ਅਸੀਂ ਖਾਣ ਲਈ ਮਜਬੂਰ ਸੀਗੇ ਉੱਥੇ। ਉਹ ਫਲਸ਼ਾਂ ਦੇ ਵਿੱਚ ਉੱਦਾਂ ਕੋਲੇ ਬਹਿ ਕੇ ਖਾਣਾ ਵਗੈਰਾ ਖਾਣਾ, ਜਾਂ ਮਨ ਦੇ ਵਿੱਚ ਇੱਦਾਂ ਲੱਗਣਾ, ਕਈ ਬੰਦੇ ਜਾਨੂੰ ਟਾਰਗੇਟ ਕਰਦੇ ਹੁੰਦੇ ਸੀ ਵੀ ਤੁਹਾਡੇ ਪਰਿਵਾਰ ਪਿੱਛੇ ਮਾਰ ਦਿੱਤੇ ਗਏ ਆ, ਤੁਸੀਂ ਬਸ ਖਤਮ ਆ, ਸਾਰੀ ਜ਼ਿੰਦਗੀ ਤੁਹਾਡੀ ਇੱਥੇ ਨਹੀਂ। ਜਿਹੜੇ ਇਹ ਕੇਸ ਹੋਏ ਸੀ ਜਿਨ੍ਹਾਂ ਨੂੰ ਜੇਲ੍ਹ 'ਚ ਰਹਿਣਾ ਪਿਆ, ਕੋਈ ਸਾਰ ਲਈ ਕਿਸੇ ਨੇ ਪੁੱਛਿਆ? ਮਾਲੀ ਮਦਦ ਦੇ ਤੌਰ ਤੇ ਦੇ ਕੇ ਗਏ ਸੀ, ਬਲਕਿ ਉਸ ਤੋਂ ਬਾਅਦ ਵੱਡੀਆਂ ਮੈਨੂੰ ਸ਼ਰਮਿੰਦਾ ਹੋਣਾ ਪਿਆ ਵੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਜੇ ਪੰਜਾਬੀਆਂ ਦੀ ਮਾਂ ਖੇਡ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਜਦੋਂ ਗੱਲ ਕਰਦੇ ਆ ਤਾਂ ਕਬੱਡੀ ਅੱਜ ਮਿੱਟੀ 'ਚੋਂ ਖੇਡਣ ਵਾਲੀ ਖੇਡ ਆ ਜਿਹੜੀ ਅੱਜ ਕਰੋੜਾਂ 'ਚ ਖੇਡੀ ਜਾਂਦੀ ਹੈ। ਕਬੱਡੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਵੱਡੇ ਇਨਾਮ ਆ ਜਿਹੜੇ ਕਬੱਡੀ ਖਿਡਾਰੀਆਂ ਨੂੰ ਮਿਲਦੇ ਆ, ਤੇ ਪਰ ਇਸ ਖੇਡ ਨੂੰ ਰੋਚਕ ਬਣਾਉਣ ਵਾਲੇ ਜਿਹੜੇ ਕਮੈਂਟੇਟਰ ਨੇ, ਜਾਂ ਆਪਾਂ ਕਹਿ ਲਈਏ ਕਿ ਇਸ ਖੇਡ ਦੇ ਵਿੱਚ ਇੱਕ ਆਪਣੀ ਆਵਾਜ਼ ਰਾਹੀਂ ਜਾਨ ਫੂਕਣ ਵਾਲੇ ਜਿਹੜੇ ਲੋਕ ਨੇ, ਜਿਹੜੇ ਕਿ ਕਮੈਂਟਰੀ ਕਰਦੇ ਆ, ਉਸ ਖੇਡ ਦਾ ਵਿਆਖਿਆ ਕਰਦੇ ਆ, ਉਹ ਅੱਜ ਕਿੱਥੇ ਖੜੇ ਆ? ਅੱਜ ਇਸੇ ਮਾਂ ਖੇਡ ਦਾ ਇੱਕ ਕਮੈਂਟੇਟਰ ਸਾਡੇ ਨਾਲ ਮੌਜੂਦ ਆ। ਸੋ ਮੇਰੀ ਮੁਰਾਦ ਆ ਜਸਵਿੰਦਰ ਸਿੰਘ ਆਸਾ ਬੁੱਟਰ। ਇਹ ਉਹ ਨੌਜਵਾਨ ਆ ਜਿਹੜਾ ਕਿ ਦਿੱਲੀ ਤੇ ਸੰਘਰਸ਼ ਦੇ ਵਿੱਚ ਵੀ ਇਸ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਸੀ, ਤੇ ਕੁਝ ਸਮਾਂ ਇਸ ਨੂੰ ਤਿਹਾੜ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ। ਸੋ ਜਸਵਿੰਦਰ, ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ। ਗੁਰਫਤਿਹ ਜੀ, ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਸਾਰਿਆਂ ਦਾ ਜਸਵਿੰਦਰ ਆਸਾ ਬੁੱਟਰ ਸਤਿਕਾਰ ਕਰਦਾ ਹੈ, ਸਾਰਿਆਂ ਨੂੰ ਗੱਜ ਕੇ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ, ਪਹਿਲਾ ਸਵਾਲ ਇਹੀ ਆ, ਪਹਿਲਾਂ ਕਬੱਡੀ ਤੇ ਗੱਲ ਕਰਦੇ ਆਪਾਂ। ਕਬੱਡੀ ਨੇ ਪੰਜਾਬੀਆਂ ਨੂੰ ਬਹੁਤ ਕੁਝ ਦਿੱਤਾ, ਕਿਉਂਕਿ ਸਾਡੀ ਮਾਂ ਖੇਡ ਆ, ਸਾਡੇ ਖੂਨ ਦੇ ਵਿੱਚ ਇਹ ਖੇਡ ਆ। ਜਦੋਂ ਜੰਮਦਾ ਬੱਚਾ ਤਾਂ ਜਦੋਂ ਪਹਿਲੀ ਖੇਡ ਖੇਡਦਾ ਜਾਂ ਖੇਡਣ ਲੱਗਦਾ ਤਾਂ ਕਬੱਡੀ ਕਰਕੇ ਜਿਹੜਾ ਖੇਡਣਾ ਸ਼ੁਰੂ ਕਰਦਾ। ਖਿਡਾਰੀਆਂ ਨੂੰ ਬਹੁਤ ਕੁਝ ਮਿਲਿਆ, ਹਾਲਾਂਕਿ ਖਿਡਾਰੀਆਂ ਦੀ ਸਥਿਤੀ ਮਾੜੀ ਵੀ ਹੈਗੀ ਆ, ਬਹੁਤ ਸਾਰੇ ਖਿਡਾਰੀ ਜਿਹੜੇ ਅਣਗੌਲੇ ਵੀ ਹੋਏ ਆ, ਪਰ ਕਮੈਂਟੇਟਰਾਂ ਦੀ ਸਥਿਤੀ ਕੀ ਆ? ਕਮੈਂਟੇਟਰ ਆ ਜਿਹੜੇ ਇਸ ਕਬੱਡੀ ਦਾ ਵਿਖਿਆਨ ਕਰਨ ਵਾਲੇ ਆ, ਉਹ ਕਿੱਥੇ ਜੇ ਖੜੇ ਆ? ਕਮੈਂਟੇਟਰ ਵੀਰ
ਦਰਮਿਆਨੀਆਂ ਜਿਹੀਆਂ ਗੱਲਾਂ ਨੇ। ਜਿਸ ਤਰ੍ਹਾਂ ਕਬੱਡੀ ਦੇ ਖਿਡਾਰੀ ਕੁਝ ਗਿਣਵੇਂ ਚੁਣਵੇਂ ਹੀ ਜਿਸ ਤਰ੍ਹਾਂ ਮਸ਼ਹੂਰ ਹੋ ਕੇ ਦੇ ਟੌਪ ਤੇ ਚਲੇ ਗਏ, ਉਹ ਆਪਣੇ ਆਪ ਦਾ ਵਿਕਾਸ, ਉਸੇ ਤਰ੍ਹਾਂ ਕਮੈਂਟੇਟਰ ਕੁਝ 1-2 ਨਾਮ ਜਾਂ 2-4 ਨਾਮ ਜਿਹੜੇ ਉਹ ਅਪ ਕਰ ਚੁੱਕੇ ਆ, ਪਰ ਉਸ ਤੋਂ ਇਲਾਵਾ ਜਿੰਨੇ ਵੀ ਅਨਾਉਂਸਰ ਨੇ ਉਹ ਬਿਲਕੁਲ ਉੱਥੇ ਹੀ ਦਰਮਿਆਨੀ ਯਾਨੀ ਕਿ ਆਪਣੀ ਜ਼ਿੰਦਗੀ ਬਸਰ ਕਰ ਰਹੇ ਆ। ਤੁਹਾਨੂੰ ਜਿਹੜਾ ਹੈਗਾ ਜਿਹੜਾ ਤੁਸੀਂ ਕਮੈਂਟਰੀ ਵਾਲੇ ਪਾਸੇ ਆ, ਤੁਸੀਂ ਕਦੋਂ ਮੁੜੇ ਸੀ ਤੇ ਇਹਨੂੰ ਰੁਜ਼ਗਾਰ ਦੇ ਤੌਰ ਤੇ ਇੱਕ ਕਿੱਤੇ ਦੇ ਤੌਰ ਤੇ ਕਦੋਂ ਸਥਾਪਿਤ ਕੀਤਾ? ਦੇਖੋ ਜੀ, ਮੈਂ ਕਬੱਡੀ ਦੇ ਪਹਿਲਾਂ ਥੋੜ੍ਹੀਆਂ ਵਜਨੀ ਕਬੱਡੀ ਖੇਡਦੇ ਸੀਗੇ, ਉਸ ਤੋਂ ਖੇਡਦੇ ਅਸੀਂ ਕੰਦਵਾਲਾ ਪਿੰਡ ਦੇ ਵਿੱਚ ਸੀਗੇ। ਉੱਥੇ ਉਹਨਾਂ ਨੇ ਬੁਲਾਰਾ ਨਹੀਂ ਬੁਲਾਇਆ ਸੀ, ਥੋੜ੍ਹਾ ਬਹੁਤਾ ਮੈਂ ਟੀਮਾਂ ਦੇ ਕੋਲੇ ਸੀ, ਉਹ ਟੀਮਾਂ ਵਾਲਿਆਂ ਨੇ ਇੱਕ ਦੂਜੇ ਨੂੰ ਕਹਿਣ ਦਿੱਤੇ ਸੀ ਹਲੋ ਹਾਏ, ਯਾਨੀ ਮੈਂ ਇੱਕ ਦੇ ਤੋਂ ਪਹਿਲੀ ਸ਼ੁਰੂਆਤ ਉਹ ਕੰਦਵਾਲਾ ਦੇ ਵਿੱਚ ਕੀਤੀ। ਤੇ ਜਦੋਂ ਥੋੜ੍ਹੀ ਬਹੁਤੀ ਘਰ ਦੇ ਵਿੱਚ, ਤੁਹਾਨੂੰ ਵੀ ਪਤਾ ਵੀ ਬੇਜ਼ਮੀਨਾ ਜ਼ਿਮੀਂਦਾਰ ਹੋਵੇ, ਜਿਵੇਂ ਉਹਨਾਂ ਦੇ ਘਰ ਦੇ ਵਿੱਚ ਕੁਛ ਕੋਈ ਕਮਾਉਣ ਦਾ ਕੋਈ ਸਾਧਨ ਨਾ ਹੋਵੇ, ਕਿਉਂਕਿ ਪੜ੍ਹ ਲਿਖ ਕੇ ਬੇਰੁਜ਼ਗਾਰ ਉੱਦਾਂ ਹੀ ਘੁੰਮਦੇ ਬਹੁਤ ਜ਼ਿਆਦਾ ਫਿਰਦੇ ਆ। ਜਦੋਂ ਕਬੱਡੀ ਦੇ ਵਿੱਚ ਮੈਂ 4 ਸ਼ਬਦ ਬੋਲਿਆ ਤੇ ਉਹਨਾਂ ਨੇ ਮੈਨੂੰ ਥੋੜ੍ਹੀ ਪੇਮੈਂਟ ਅਦਾ ਕੀਤੀ, ਯਾਨੀ ਕਿ 50 ਜਾਂ 100 ਰੁਪਇਆ ਉਸ ਟਾਈਮ ਉਹ ਕੰਦਵਾਲੇ ਪਿੰਡ ਦੇ ਵਿੱਚ। ਉਸ ਚੀਜ਼ ਨੂੰ ਇੱਦਾਂ ਲੱਗਾ ਵੀ ਨਾਲੇ ਤਾਂ ਬੇਰੁਜ਼ਗਾਰੀ ਖਤਮ ਹੋ ਜੂ ਤੇ ਨਾਲੇ ਆਪਣਾ ਸ਼ੌਂਕ ਜਿਹੜਾ ਕਬੱਡੀ ਦੇ ਨਾਲ ਗਰਾਊਂਡ ਦੇ ਨਾਲ ਜਿਹੜਾ ਜੁੜਿਆ ਵਾ ਉਹ ਸ਼ੌਂਕ ਪੂਰਾ ਹੁੰਦਾ ਰਹੂਗਾ। ਤੁਸੀਂ ਮਤਲਬ ਉੱਥੋਂ ਜਿਹੜਾ ਹੈਗਾ ਆਪਣੇ ਆਪ ਨੂੰ ਇੱਕ ਅਨਾਉਂਸਰ ਦੇ ਤੌਰ ਤੇ ਜਾਂ ਕਮੈਂਟਰ ਦੇ ਤੌਰ ਤੇ ਸਥਾਪਿਤ ਕਰਨਾ ਸ਼ੁਰੂ ਕੀਤਾ? ਬਿਲਕੁਲ ਜੀ, ਬਿਲਕੁਲ। ਕਿਉਂਕਿ ਨਾ ਕਿ ਲੈਂਦੇ ਉਸ ਜਗ੍ਹਾ ਦੇ ਉੱਤੇ ਜਦੋਂ ਮੈਂ ਖੜਾ ਸੀ ਉਦੋਂ ਤਾਂ ਮੈਂ ਸਿਰਫ ਦਿਖਾਈ ਦਿੰਦਾ ਸੀ, ਮੈਂ ਗਰਾਊਂਡ ਦੇ ਨਾਲ ਜੁੜਨਾ, ਕਿਸੇ ਢੰਗ ਦੇ ਨਾਲ ਜੁੜਨਾ, ਚਾਹੇ ਖੇਡ ਕੇ, ਕਿਉਂਕਿ ਖੇਡਣ ਦੇ ਵਿੱਚ ਇੰਨੀ ਮੁਹਾਰਤ ਹਾਸਲ, ਕਿ ਖੁਰਾਕਾਂ ਨਹੀਂ ਉਹ ਜਿਹੀਆਂ ਮਿਲਦੀਆਂ ਸੀ, ਕਿਉਂਕਿ ਜਿਹੜੀਆਂ ਸਾਨੂੰ ਪ੍ਰੈਕਟਿਸ ਦੇ ਲਈ ਲੋੜ ਸੀਗੀ ਖੁਰਾਕ ਦੀ, ਜਾਂ ਕਿ ਜਿਹੜੀ ਆਪਾਂ ਨੂੰ ਖੇਡ ਦੇ ਲਈ ਖੁਰਾਕ ਦੀ ਲੋੜ ਹੁੰਦੀ ਆ, ਘਰ ਦੀਆਂ ਮਜਬੂਰੀਆਂ ਉਹ ਖੁਰਾਕ ਤੋਂ ਦੇਣ ਤੋਂ ਵਾਂਝੀਆਂ ਸਨ। ਇਸੇ ਕਰਕੇ ਗਰਾਊਂਡ ਦੇ ਨਾਲ ਜੁੜਨਾ ਜ਼ਰੂਰੀ ਸੀ ਮੈਨੂੰ। ਗਰਾਊਂਡ ਦੇ ਨਾਲ ਜੁੜ ਕੇ ਮੈਨੂੰ ਬਹੁਤ ਯਾਨੀ ਕਿ ਆਪਦੇ ਆਪ ਨੂੰ ਸਕੂਨ ਮਿਲਦਾ ਸੀ, ਤੇ ਉਹੀ ਜਿਹੜਾ ਸਕੂਨ ਜਿਹੜਾ ਗਰਾਊਂਡ ਦੇ ਨਾਲ ਜੁੜਦਾ ਕਮੈਂਟਰੀ ਵੱਲ ਆਇਆ ਮੈਨੂੰ। ਤੇ ਕਮੈਂਟਰੀ ਅੱਜ ਘਰ ਤੋਰਦੀ ਹੈ ਕਿ ਨਹੀਂ ਤੋਰਦੀ? ਕਮੈਂਟਰੀ ਥੋੜਾ ਬਹੁਤਾ ਘਰ ਤੋੜ, ਸੱਚ ਦੱਸਿਓ। ਬਿਲਕੁਲ। ਵੀ ਕਮੈਂਟਰੀ ਹੈ ਜਿਹੜੀ ਤੁਹਾਡੇ ਘਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ? ਨਹੀਂ ਜੀ, ਸ਼ੌਂਕ ਪੂਰਾ ਹੁੰਦਾ ਤੇ ਲੋੜਾਂ ਉਹਨੀਆਂ ਨਹੀਂ ਪੂਰੀਆਂ ਹੋਈਆਂ ਹਾਲੇ ਤੱਕ, ਬਿਲਕੁਲ। ਕਿਉਂਕਿ ਅਲੱਗ-ਅਲੱਗ ਜਿਵੇਂ ਪਰਿਵਾਰ ਹੈਗਾ ਮੇਰਾ, ਤਾਂ ਪਰਿਵਾਰ ਵੀ ਤੁਹਾਨੂੰ ਪਤਾ ਬਜ਼ੁਰਗ ਆ 3, ਮੇਰੀ ਵਾਈਫ, ਮੇਰਾ ਬੱਚਾ, ਉਸੇ ਹਿਸਾਬ ਦੇ ਨਾਲ ਕੁਛ ਨਾ ਕੁਛ ਆਪਦੇ ਤੋਂ ਲੈ ਕੇ ਜਾਣਾ। ਪਰ ਮੇਰਾ ਖਿਆਲ ਹੈ ਵੀ ਥੋੜਾ ਬਹੁਤਾ ਜਿਹੜਾ ਕਿ ਆਮ ਘਰੇਲੂ ਚੀਜ਼ਾਂ ਦੀ ਉਹ ਲੋੜ ਪੂਰੀ ਹੁੰਦੀ ਹੈ, ਦੂਜਾ ਨਾਮੁਮਕਿਨ ਹੈ। ਅੱਜ ਬਹੁਤ ਸਾਰੇ ਕੱਪ ਆ ਜਿਹੜੇ ਵਿਦੇਸ਼ਾਂ 'ਚ ਹੋ ਰਹੇ ਆ, ਬਹੁਤ ਸਾਰੇ ਕੱਪ। ਕਬੱਡੀ ਜਿਹੜੀ ਇਕੱਲੀ ਇਸ ਧਰਤੀ ਤੇ ਨਹੀਂ ਖੇਡੀ ਜਾਂਦੀ, ਪੰਜਾਬ ਦੀ ਧਰਤੀ ਤੇ ਨਹੀਂ ਖੇਡੀ ਜਾਂਦੀ, ਵਿਦੇਸ਼ਾਂ ਦੀ ਧਰਤੀ ਤੇ ਕਬੱਡੀ ਦਾ ਨਾਮ ਹੈ। ਵੱਡੇ ਵੱਡੇ ਕੱਪ ਆ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਹੋ ਰਹੇ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਕੱਪ ਹੋ ਰਹੇ ਆ। ਕਦੇ ਮੌਕਾ ਮਿਲਿਆ ਜਾਂ ਕਿਸੇ ਨੇ ਬਾਂਹ ਫੜੀ ਵੀ ਆ ਜਾਓ ਭਾਈ, ਤੁਹਾਨੂੰ ਅਸੀਂ ਬਾਹਰ ਆ ਜਿਹੜਾ ਇੱਕ ਕਮੈਂਟੇਟਰ ਦੇ ਤੌਰ ਤੇ ਲੈ ਕੇ ਜਾਂਦੇ ਆ, ਜਾਂ ਤੁਹਾਨੂੰ ਅਪਰੋਚ ਕਰਦੇ? 2010 ਦੇ ਵਿੱਚ ਇੱਕ ਵਾਰੀ ਮੌਕਾ ਮਿਲਿਆ ਸੀ, ਉਸ ਤੋਂ ਬਾਅਦ ਕੋਈ ਇੰਨਾ ਖਾਸ ਮੌਕਾ ਨਹੀਂ ਮਿਲਿਆ। ਕੈਨੇਡਾ ਦੇ ਵਿੱਚ ਚਲੇ ਗਏ ਸੀਗੇ, ਉਹ ਮੇਜਰ ਬਰਾੜ ਹੋਰਾਂ ਨੇ ਜਾਂ ਜਲੰਧਰ ਸਿੰਘ ਸਿੱਧੂ ਹੋਰਾਂ ਨੇ ਉਸ ਟਾਈਮ ਮੈਨੂੰ ਪ੍ਰਮੋਟ ਕੀਤਾ ਸੀ ਥੋੜਾ ਬਹੁਤ। ਉਸ ਤੋਂ ਬਾਅਦ ਪਤਾ ਨਹੀਂ, ਜੋ ਕਹਿੰਦੇ ਕਿਸਮਤ ਦੇ ਵਿੱਚ ਲਿਖਿਆ ਹੁੰਦਾ, ਯਾਨੀ ਕਿ ਉਸ ਤੇ ਆ ਕੇ ਬਹੁਤ ਸਟਰਗਲ ਬਹੁਤ ਕੀਤਾ। ਪਰ ਜਦੋਂ ਮੈਂ ਵਾਪਸ ਕੈਨੇਡਾ ਤੋਂ ਆਇਆ 2011 ਦੇ ਵਿੱਚ, ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ। 4 ਅਕਤੂਬਰ ਨੂੰ ਸ਼ਾਮ ਨੂੰ 4:32 5 ਅਕਤੂਬਰ ਨੂੰ ਉਹਦਾ ਸੰਸਕਾਰ ਕੀਤਾ ਗਿਆ। ਜਦੋਂ ਮੈਂ ਵਾਪਸ ਸੀ ਤੇ ਸਤੰਬਰ ਦੇ ਮੇਰਾ ਖਿਆਲ 26 ਤਰੀਕ ਨੂੰ ਵਾਪਸ ਮੁੜਿਆ ਸੀ, ਅਕਤੂਬਰ ਦੀ। ਉਸ ਤੋਂ ਬਾਅਦ ਮੈਨੂੰ ਗਰਾਊਂਡ ਦੇ ਨਾਲੋਂ ਟੁੱਟ ਚੁੱਕਿਆ ਸੀ, ਮੈਂ ਆਪਣੇ ਆਪ ਦੇ ਟੁੱਟ ਚੁੱਕਿਆ ਸੀ। ਕੋਈ ਜ਼ਿਆਦਾ ਮੈਨੂੰ ਧਿਆਨ ਕਬੱਡੀ ਵੱਲ ਹੈ ਨਹੀਂ ਸੀਗਾ, ਕਿਉਂਕਿ ਜਦੋਂ ਮੈਂ ਗਰਾਊਂਡ ਦੇ ਵਿੱਚ ਵੜਦਾ ਸੀਗਾ ਉਦੋਂ ਇੱਦਾਂ ਲੱਗਦਾ ਸੀਗਾ ਮੇਰੇ ਭਰਾ ਦੇ ਅੱਖਾਂ, ਯਾਨੀ ਕਿ ਉਸ ਚੀਜ਼, ਕਿਉਂਕਿ ਦੋਵੇਂ ਅਸੀਂ ਖੇਡਦੇ ਹੁੰਦੇ ਸੀਗਾ ਗਰਾਊਂਡ ਦੇ ਵਿੱਚ, ਉਹ ਕਦੇ ਕੁਛ ਉਹ ਚੀਜ਼ਾਂ ਖਿਆਲਾਤ ਮੇਰਾ ਪਿੱਛਾ ਨਹੀਂ ਛੱਡਦੇ ਸੀਗੇ। ਉਸੇ ਤਰ੍ਹਾਂ ਗਰਾਊਂਡ ਤੋਂ ਥੋੜ੍ਹਾ ਜਿਹਾ ਮੈਂ ਦੂਰ ਚਲਾ ਗਿਆ ਸੀਗਾ। ਇਸੇ ਕਾਰਨ ਮੈਂ ਥੋੜ੍ਹਾ ਜਿਹਾ ਗਰਾਊਂਡਾਂ ਤੋਂ ਜਾਂ ਕੋਈ ਮੇਰਾ ਕੋਈ ਜਿਹੜਾ ਕਮਿਊਨੀਕੇਸ਼ਨ ਸੀ ਉਹ ਟੁੱਟ ਗਿਆ ਸੀਗਾ, ਫਿਰ ਦੂਰ ਚਲਾ ਗਿਆ ਸੀਗਾ ਗਰਾਊਂਡ 'ਚੋਂ, ਫਿਰ ਵਾਪਸ ਹੀ ਆ ਗਿਆ। ਫਿਰ ਹੁਣ ਉਸ ਤੋਂ ਬਾਅਦ ਤੁਸੀਂ ਟਰਾਈ ਕੀਤਾ ਕਿਤੇ, ਕਿਸੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਜਾਣ ਬਾਰੇ ਜਾਂ ਹੋਰ? ਹਾਂਜੀ, ਦੇਖੋ ਜਾਣ ਬਾਰੇ ਹਰ ਇੱਕ ਕੋਸ਼ਿਸ਼ ਮੈਂ ਆਪਦੀ ਜਾਰੀ ਹੁੰਦੀ ਹੈ, ਯਾਨੀ ਕਿ ਉਹਦੀ ਰਹਿਮਤ, ਉਹਦੀ ਕੋਸ਼ਿਸ਼ ਮੇਰੀ ਜਾਰੀ ਹੈ, ਰਹਿਮਤ ਉਹ ਕਰੇਗਾ ਕਿਸੇ ਨਾ ਕਿਸੇ ਦਿਨ। ਵੀ ਹਰ ਇੱਕ ਕੋਸ਼ਿਸ਼ ਅਲੱਗ-ਅਲੱਗ, ਅੱਜ ਤੁਹਾਨੂੰ ਪਤਾ ਵੀ ਜ਼ਿਆਦਾ ਕੁਛ ਚੱਲ ਰਹੇ ਆ, ਬਹੁਤ ਜ਼ਿਆਦਾ ਕੋਸ਼ਿਸ਼ ਹੋ ਰਹੀ ਆ, ਹੈ ਨਾ। ਤੇ ਉਸੇ ਕੋਸ਼ਿਸ਼ ਨੂੰ ਜਾਰੀ ਰੱਖਦਾ ਮੈਂ, ਕਿਉਂਕਿ ਹਜੇ ਤੱਕ ਮੇਰਾ ਫਿਲਹਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਬਾਤ ਬਣੀ। ਇੱਕ ਹੋਰ ਜਿਹੜਾ ਸਵਾਲ ਇੱਥੇ ਆਉਂਦਾ ਹੈ ਕਿ ਤੁਸੀਂ ਦਿੱਲੀ ਦੇ ਸੰਘਰਸ਼ ਦੇ ਵਿੱਚ, ਹਾਂਜੀ ਸੰਘਰਸ਼ ਦੇ ਵਿੱਚ ਖਾਸਾ ਟਾਈਮ ਰਹੇ, ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ, ਸਾਰੇ ਪੰਜਾਬੀਆਂ ਨੇ ਪਾਇਆ। ਬਿਲਕੁਲ ਜੀ, ਪਰ ਲਾਲ ਕਿਲੇ ਤੇ ਜਿਹੜਾ ਘਟਨਾਕ੍ਰਮ ਵਾਪਰਿਆ ਉਸ ਕਰਕੇ ਤੁਹਾਨੂੰ ਤਿਹਾੜ ਜੇਲ੍ਹ 'ਚ ਵੀ ਰਹਿਣਾ ਪਿਆ, ਤੁਹਾਡੇ ਤੇ ਇੱਕ ਪਰਚਾ ਵੀ ਦਰਜ ਹੋਇਆ। ਬਿਲਕੁਲ ਜੀ, ਬਿਲਕੁਲ। ਉਹਦੇ ਬਾਰੇ ਥੋੜਾ ਦਰਸ਼ਕਾਂ ਨੂੰ ਦੱਸੋ ਕਿ ਉਹ ਪੂਰਾ ਕਾਰਨ ਕੀ ਸੀਗਾ, ਕਿਵੇਂ ਉਹ ਜਿਹੜਾ ਇਨਸੀਡੈਂਟ ਉਹ ਵਾਪਰਿਆ?
ਦੇਖੋ ਜੀ, ਅਸੀਂ ਰੋਜ਼ਮਰਾ ਦੀ ਨਾਗਰਿਕ ਦਾ ਅਸੀਂ ਉਹ ਅੰਦੋਲਨ ਦੇ ਵਿੱਚ ਸੀਗੇ। ਉਸ ਵਿੱਚ ਕੋਈ ਨਹੀਂ, ਕਿਉਂਕਿ ਹਰ ਇੱਕ ਪੰਜਾਬੀ, ਹਰ ਇੱਕ ਕਿਸਾਨ, ਜ਼ਰੂਰੀ ਨਹੀਂ ਇਕੱਲਾ ਪੰਜਾਬੀ ਸੀ, ਭਾਰਤ ਦੇ ਵਿੱਚੋਂ ਜਿੰਨੇ ਵੀ ਕਿਸਾਨ ਵੀਰ ਸੀਗੇ, ਉਹਨਾਂ ਦੇ ਮਨਾਂ ਦੇ ਵਿੱਚ ਸੀਗਾ ਵੀ ਉਹ ਸਰਕਾਰ ਦੇ ਖਿਲਾਫ ਕੋਈ ਨਹੀਂ ਗੱਲ ਗਤੀਵਿਧੀ ਸੀ। ਸਰਕਾਰ ਦੀ ਜਿਹੜੀ ਨੀਤੀ, ਸਰਕਾਰ ਦੇ ਜਿਹੜੇ ਕਾਨੂੰਨ ਆ ਨਾ, ਜਿਹੜੇ ਬੇਮਤਲਬੀ ਯਾਨੀ ਕਿ ਜਿਹੜੇ ਥੋਪੇ ਜਾ ਰਹੇ ਸੀ, ਉਹਨਾਂ ਦੇ ਖਿਲਾਫ ਉਹ ਪ੍ਰਦਰਸ਼ਨ ਹੋ ਰਿਹਾ ਸੀ। ਤੇ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਅਸੀਂ ਵੀ ਉਸ ਸੇਵਾ ਭਾਵਨਾ ਦੇ ਨਾਲ ਗਏ ਹੋਏ ਸੀਗੇ। ਤੇ ਦਰਸ਼ਕਾਂ ਨੂੰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹ ਉਹ ਨੌਜਵਾਨ ਆ ਜਿਹੜਾ ਬੇਜ਼ਮੀਨ ਆ, ਇਹਦੇ ਕੋਲ ਆਪਣੇ ਕੋਲ ਜ਼ਮੀਨ ਨਹੀਂ ਆ, ਪਰ ਜ਼ਮੀਨਾਂ ਨੂੰ ਬਚਾਉਣ ਵਾਸਤੇ ਇਹ ਨੌਜਵਾਨ ਸੰਘਰਸ਼ ਵਾਸਤੇ ਦਿੱਲੀ ਪਹੁੰਚਿਆ ਸੀ। ਜੇਲ੍ਹ 'ਚ ਵੀ ਰਹਿਣਾ ਪਿਆ, ਪਰਚਾ ਵੀ ਦਰਜ ਹੋਇਆ ਤੇ ਬਹੁਤ ਸਾਰੇ ਸੈਂਟਰ ਦੀਆਂ ਏਜੰਸੀਆਂ ਦੇ ਤਸੀਹੇ ਵੀ ਚੱਲਣੇ ਪਏ। ਹਾਂਜੀ, ਬਿਲਕੁਲ ਜੀ। ਉਸ 26 ਜਨਵਰੀ ਨੂੰ ਬਿਲਕੁਲ ਅਸੀਂ ਜਿਹੜੀ ਪਰੇਡ ਦੇ ਵਿੱਚ, ਜਿਵੇਂ ਕਿ ਕਹਿੰਦੇ ਜਵਾਨਾਂ ਦੀ ਪਰੇਡ ਪਹਿਲਾਂ ਹੋ ਕੇ ਹਟੀ ਸੀ, ਸਾਨੂੰ ਇਦਾਂ ਸੀਗਾ ਵੀ ਜਿਸ ਤਰ੍ਹਾਂ ਜਵਾਨਾਂ ਨੂੰ ਰਿਸਪੈਕਟ ਮਿਲੀ ਆ, ਕਿਉਂਕਿ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ, ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਰਿਸਪੈਕਟ ਮਿਲੇਗੀ। ਆਮ ਲੋਕਾਂ ਦੇ ਵੱਲੋਂ ਜਿਹੜੀ ਆਮ ਆਵਾਮ ਹੈ, ਦਿੱਲੀ ਦੀ ਆਵਾਮ ਰੱਖ ਲਓ ਜਾਂ ਉੱਤਰ ਪਾਸੇ ਹਰਿਆਣੇ ਦੀ ਆਵਾਮ, ਉਹ ਸਾਡਾ ਸਤਿਕਾਰ ਵੀ ਕਰ ਰਹੀ ਸੀ। ਪਰ ਉਸ ਤੋਂ ਨਾਗਲੋਈ ਜਾ ਕੇ ਕੁਛ ਇਹੋ ਜਿਹਾ ਘਟਨਾਕ੍ਰਮ ਬਣਿਆ ਵੀ ਉਸ ਤਰ੍ਹਾਂ ਜਿਹੜੀ ਰਸਤੇ ਸੀਗੇ ਉੱਧਰਲੇ, ਜਿੱਧਰ ਨੂੰ ਰੂਟ ਦਿੱਤਾ ਗਿਆ ਸੀ, ਕਹਿਣ ਦਾ ਭਾਵ ਜਿੱਧਰ ਸਾਨੂੰ ਕਿਹਾ ਗਿਆ ਸੀ ਵੀ ਇਹ ਟਰੈਕਟਰ ਪਰੇਡ ਇੱਧਰ ਨੂੰ ਜਾਣੀ ਆ, ਉਹ ਬਿਲਕੁਲ ਬੰਦ ਕਰ ਦਿੱਤੇ ਗਏ ਸੀ। ਕੁਛ ਉਦੋਂ ਬਾਅਦ ਤਾਂ ਪਤਾ ਨਹੀਂ ਲੱਗਿਆ, ਕਿਉਂਕਿ ਅਥਰੂ ਗੈਸ ਦੇ ਉਹਨਾਂ ਨੇ ਗੋਲੇ ਨਾਗਲੋਈ ਸਟੇਜ ਦੇ ਉੱਤੇ, ਮੈਂ ਖੁਦ ਸਟੇਜ ਦੇ ਉੱਤੇ ਚੜ੍ਹ ਕੇ, ਮੇਰੇ ਪੇਜ ਦੇ ਉੱਤੇ ਮੇਰਾ ਖਿਆਲ ਆ ਵੀ ਪਿਆ ਵੀ ਹੋਣਾ ਹੈ ਉਹ ਵੀਡੀਓ, ਜੋ ਮੈਂ ਕਹਿ ਰਿਹਾ ਸੀ, ਪੁਲਿਸ ਨੂੰ ਕਹਿ ਰਿਹਾ ਸੀ ਸਟੇਜ ਦੇ ਉੱਤੇ, ਬਈ ਅਸੀਂ ਤੁਹਾਡੇ ਵਰਗੇ ਹੀ ਆ, ਅਸੀਂ ਕੋਈ ਗਲਤ ਇਨਸਾਨ ਨਹੀਂ ਆ, ਆਮ ਕਿਸਾਨਾਂ ਦੇ ਪੁੱਤਰ, ਅਸੀਂ ਤੁਹਾਡੇ ਵਰਗੇ ਹੀ ਆ, ਸਾਡੇ ਨਾਲ ਬੱਚੇ ਆ, ਸਾਡੇ ਨਾਲ ਬਜ਼ੁਰਗ ਹੈ, ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜੇ, ਤੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਨਾ ਕਰੋ ਜਿਸ ਤਰ੍ਹਾਂ ਤੁਸੀਂ ਸਾਨੂੰ। ਤਸ਼ੱਦਦ ਹੋਇਆ ਕਿਸੇ ਤਰ੍ਹਾਂ? ਬਿਲਕੁਲ ਵੀ ਜਾਂ ਤੁਹਾਡੀ ਮਤਲਬ ਪੁਲਿਸ ਵੱਲੋਂ ਕੋਈ ਤਸ਼ੱਦਦ ਕੀਤਾ? ਬਿਲਕੁਲ ਜੀ, ਤਸ਼ੱਦਦ ਹੋ ਰਹੇ ਸੀ। ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਨਾਗਲੋਈ ਦੇ ਵਿੱਚ, ਉੱਥੇ ਨਾ ਕਿ ਲੈਂਦੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ, ਕੁਝ ਲਾਠੀ ਚਾਰਜ ਵਗੈਰਾ ਵੀ ਹੋ ਰਿਹਾ ਸੀ ਉੱਥੇ। ਅੰਦਰ ਜਦੋਂ ਤੁਹਾਨੂੰ ਅਰੈਸਟ ਕੀਤਾ ਗਿਆ, ਲਾਲ ਕਿਲੇ ਦੀ ਜਿਹੜੀ ਤੁਸੀਂ ਘੇਰਾਬੰਦੀ ਦੇ ਵਿੱਚ ਸੀਗੇ ਜਦੋਂ ਉੱਥੇ ਸੀ, ਅਰੈਸਟ ਹੋਣ ਤੋਂ ਬਾਅਦ ਤੁਹਾਡੇ ਤੇ ਕਿਸੇ ਕਿਸਮ ਦਾ ਪੁਲਿਸ ਨੇ ਕੋਈ ਧੱਕੇ? ਨਹੀਂ ਸਰ, ਮੈਂ ਲਾਲ ਕਿਲੇ ਦੇ ਅੰਡਰ ਦੇ ਵਿੱਚ ਅਸੀਂ ਬੱਚੇ ਨੂੰ ਰਾਤ ਨੂੰ ਇੱਕ ਰਿਪੋਰਟ ਲਿਖਾਉਣ ਗਏ ਸੀ ਬੱਚੇ ਦੀ। ਕੀ ਇਨਸੀਡੈਂਟ ਸੀ, ਉਹ ਕਹਾਣੀ ਦੱਸੋ। ਉਹ ਬੱਚੇ ਦਾ ਇੱਕ ਬੱਚਾ ਸੀਗਾ, ਮੇਰਾ ਖਿਆਲ ਇਧਰ ਕੋਟਲੇ